कहे कहे गवा तू साहिब गुणी निदाना तुमरी महिमा बरन न साको तू ठाकुर ऊच भगवाना हम अवगुण भरे एक गुण नाही अमृत छाड़ बिखै बिख खाही माया मोह परम पै भूले सुत दारा स्यों प्रीत लगाई एक उत्तम पंथ सुनियो गुर संगत तह मिलंत जम त्रास मिटाई एक अरदास पाठ की रत की गुर रामदास राखो शरनाई एक अरदास पाठ की रत के गुर रामदास राखो शरनाई। परम सन्मानयोग गुरुदेव साहिब धन धन साहिब श्री गुरु ग्रंथ साहिब जी महाराज तिन्हां दी मुबारक निगी गोद अंदर और साहिब धन श्री गुरु रामदास साहिब जी दे पावन महलों के अंदर सज बैठियां सतसंगी गुरमत रूहां अति सत्कारयोग साहिब धन गुरु ग्रंथ साहिब महाराज के चरणों च दूर दरेडियों पहुंचियां सतसंगतां सतगुरु के मुबारक चरणों दे विच हाजरी लाउण लई पहुंचियां ने। हफ्तावारी जो गुरमत समागम सतगुरु धन गुरु रामदास साहिब महाराज जियां दे महलों दे विच सजाए जाते ने। वख वख बुलारियां पासों गुरु घर दे कीर्तनी जथियां पासों गुरु दा हर जस संगत नूं सरवण कराया जाता है। प्रबंधकां दा इस गलों विशेष धन्यवाद है कि इस भैड़े समय के अंदर सतगुरु जियां दी आगामी बाणी इलाही बाणी का जाप निरंतर हर हफ्ते, क्योंकि हफ्ते बाद सबना नूं एक छुट्टी होंदी है, पर उहदा भी गुरमुख प्यारे इलाहा लैंदे ने कि अज के दिन असी सतगुरु जियां दे पास पहुँच करके अपनियां हाजरियां लवा सकीए। मेरे तो पहला अति सत्कारयोग मेरी कौम दे बच्चे आप जी नूं गुरबाणी दा हर जस कीर्तन सरवण पै करा रहे सन। ये वो बच्चे ने जिन्हां बच्चियां नूं घट तो घट ज़्यादा नहीं तो 300 शब्द जबानी कंठ है। ਇਹਦਾ मतलब कि पिछे उस टकसाल का जिथों ये घड़े गए उन्हों का उत्साह इन्हों के पिछे काम कर रहे हैं, इन्हों के माँ बाप उन्हों का उत्साह। तां ही प्यार वालियो बच्चे स्टेजां ते चढ़ के गुरबाणी का हर जस कीर्तन सानू सरवण कराउंदे ने। दूर ना जाइए
ਕਈ ਵਾਰ ਨਾ ਅਸੀਂ ਰੋਜ਼ਾਨਾ ਪਾਠ ਕਰਨ ਵਾਲੇ ਵੀ ਜ਼ਬਾਨੀ ਪਾਠ ਰਹਿਰਾਸ ਸਾਹਿਬ ਜੀ ਦਾ ਭੁੱਲ ਜਾਂਦੇ ਹਾਂ, ਪਰ ਗੁਰਬਾਣੀ ਦਾ 300 ਤੋਂ ਵੱਧ ਸ਼ਬਦ ਯਾਦ ਕਰਨਾ ਇਹ ਕੋਈ ਵਿਰਲੇ ਟਾਵੇਂ ਦੇ ਹਿੱਸੇ ਵਿੱਚ ਆਉਂਦਾ। ਰਹੋ ਵਿਚਾਰ, ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਆਓ ਕੁਝ ਗੁਰਮਤਿ ਦੀਆਂ ਵਿਚਾਰਾਂ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਓ। ਜਿੱਥੇ ਕਿਤੇ ਵੀ ਹੋ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਤਲਕ ਭੱਟ ਕੀਰਤ ਜੀ ਬਾ ਕਮਾਲ ਸਵਈਆ ਉਚਾਰਦੇ ਨੇ। ਪਾਤਸ਼ਾਹ ਨੂੰ ਕਹਿੰਦੇ, ਸੱਚੇ ਪਾਤਸ਼ਾਹ ਜੀ ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਇੱਕ ਗੱਲ ਚੇਤੇ ਰੱਖਿਓ, ਦੁਨੀਆ ਤੇ ਜਿਹੜਾ ਵੀ ਪੈਦਾ ਹੋਇਆ ਉਹ ਔਗਣਾਂ ਦੇ ਨਾਲ ਪੈਦਾ ਹੋਇਆ। ਜਿਹੜਾ ਗੁਣਵਾਨ ਹੈ ਉਹ ਵਾਹਿਗੁਰੂ ਪਰਮਾਤਮਾ ਪਰਿਪੂਰਨ ਪਰਮੇਸ਼ਰ ਹੈ। ਜਦੋਂ ਇੱਕ ਮੈਲੀ ਕੁਚੈਲੀ ਚੀਜ਼ ਕਿਸੇ ਚੰਗੇ ਦੇ ਲੜ ਲੱਗਦੀ ਹੈ, ਸਾਬਣ ਦਾ ਉਹਨੂੰ ਸੰਗ ਮਿਲਦਾ ਹੈ ਤੇ ਮੈਲੀ ਕੁਚੈਲੀ ਚੀਜ਼ ਆਪਣੇ ਆਪ ਸਾਫ਼ ਹੋਇਆ ਜਾ ਕਰਦੀ ਹੈ। ਪਾਵਨ ਬਾਣੀ ਦੇ ਬੋਲ ਤੁਹਾਡੇ ਸਾਹਮਣੇ ਰੱਖਣ ਲੱਗਾ। ਮੱਲ ਕਹਿੰਦੇ ਨੇ ਮਨੁੱਖ ਦੇ ਜਨਮ ਤੋਂ ਹੀ ਇਹਨੂੰ ਮੈਲ ਚਿੰਬੜੀ ਹੋਈ ਹੈ ਤੇ ਜਨਮ ਇੱਕ ਦਾ ਨਹੀਂ। ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿਹੜੇ ਕਿਹੜੇ ਜਨਮ ਤੋਂ ਘੁੰਮਦਾ ਘਮਾਉਂਦਾ ਇਸ ਮਨੁੱਖਾ ਜਨਮ ਵਿੱਚ ਪਹੁੰਚਿਆ। ਮਾਲਕ ਫਰਮਾਉਂਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਜਨਮਾਂ ਜਮਾਂਤਰਾਂ ਦੀ ਇਸ ਭੈੜੇ ਮਨ ਨੂੰ ਵਿਕਾਰਾਂ ਦੀ ਮੈਲ ਚਿੰਬੜੀ ਹੋਈ ਹੈ। ਕਿੰਨਾ ਕੁ ਮੈਲਾ ਹੈ? ਮਾਲਕ ਕਹਿੰਦੇ ਕਾਲਾ ਹੋਆ ਸਿਆਹ, ਇਹ ਬਹੁਤ ਜ਼ਿਆਦਾ ਕਾਲਾ ਹੋ ਚੁੱਕਾ ਹੈ। ਹੁਣ ਇਸ ਕਾਲੇ ਨੂੰ ਜਦੋਂ ਸੰਗ ਮਿਲੇਗਾ ਸਾਬਣ ਦਾ, ਚੰਗੀ ਚੀਜ਼ ਦਾ, ਚੰਗੀ ਵਸਤੂ ਦਾ, ਤੇ ਸੁਭਾਵਿਕ ਹੈ ਜਦੋਂ ਉਹ ਸਾਬਣ ਇਹਦੀ ਮੱਤ ਉੱਤੇ ਰਗੜੇਗਾ ਤੇ ਇਹ ਆਪਣੇ ਆਪ ਮੈਲਾ ਕੁਚੈਲਾ ਕੱਪੜਾ ਵੀ ਸਾਫ਼ ਹੋ ਜਾਏਗਾ। ਅਸੀਂ ਰੋਜ਼ਾਨਾ ਪੜ੍ਹਦੇ ਜਪਜੀ ਸਾਹਿਬ ਦੇ ਬੋਲ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਹੱਥ ਗੰਦੇ ਹੋਣ ਤੇ ਪਾਣੀ ਪਾ ਕੇ ਉਹਦੇ ਉੱਤੋਂ ਮਿੱਟੀ ਲਾਈ ਜਾ ਸਕਦੀ ਹੈ। ਜੇ ਕੱਪੜਾ ਗੰਦਾ ਹੋਵੇ, ਜਿਵੇਂ ਮੈਂ ਪਹਿਲਾਂ ਤੁਹਾਡੇ ਸਾਹਮਣੇ ਰੱਖ ਰਿਹਾ, ਦਾਤਾ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹਦੇ ਉੱਤੇ ਸਾਬਣ ਤੁਸੀਂ ਲਾਓਗੇ ਤਾਂ ਉਹ ਮੈਲਾ ਕੁਚੈਲਾ ਕੱਪੜਾ ਸਾਫ਼ ਹੋ ਜਾਏਗਾ। ਇਸੇ ਤਰ੍ਹਾਂ ਜਿਹੜੀ ਮੱਤ ਹੈ, ਇਹਨੂੰ ਜਦੋਂ ਨਾਮ ਰੂਪੀ ਸਿਮਰਨ ਮਿਲਦਾ, ਚੰਗੀ ਸੰਗਤ ਮਿਲਦੀ ਹੈ, ਚੰਗੇ ਬੰਦਿਆਂ ਦੇ ਕੋਲ ਬੈਠਦਾ ਉੱਠਦਾ ਹੈ ਤੇ ਸੁਭਾਵਿਕ ਹੈ ਉਹਦੀ ਮੱਤ ਬਦਲ ਜਾਏਗੀ, ਉਹ ਚੰਗਾ ਬਣ ਜਾਏਗਾ। ਰੋਜ਼ਾਨਾ ਦਾਤੇ ਦੀ ਬਾਣੀ ਦੀ ਬੋਲ ਅਸੀਂ ਸਰਵਣ ਕਰਦੇ ਹਾਂ। ਮਾਲਕ ਕਹਿੰਦੇ ਨੇ ਪਰਿਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮੱਤ ਜਿਹੜੀ ਹੈ ਇਹਦੇ ਅੰਦਰ ਮਾੜੀਆਂ ਗੱਲਾਂ ਜਦੋਂ ਪੈਂਦੀਆਂ ਤੇ ਚੰਗਾ ਭਲਾ ਬੰਦਾ ਜਿਹੜਾ ਉਹ ਵਿਗੜ ਜਾਂਦਾ ਹੈ। ਇੱਕ ਛੋਟੀ ਜਿਹੀ ਉਦਾਹਰਨ ਦੇਣਾ ਤੁਹਾਡੇ ਸਾਹਮੁਖ। ਆਮ ਮਨੁੱਖ ਜਦੋਂ ਦੂਜੇ ਮਨੁੱਖ ਨੂੰ ਮਿਲਦਾ ਆ ਜਿਹੜਾ ਚੰਗਾ ਭਲਾ ਹੁੰਦਾ, ਕਹਿੰਦਾ ਤੂੰ ਬਦਲ ਗਿਆ ਹੈ, ਤੂੰ ਸਾਡੀ ਸੰਗਤ ਵਾਲਾ ਰਹਿ ਨਹੀਂ ਗਿਆ, ਕੀ ਹੋਇਆ ਤੈਨੂੰ? ਤੂੰ ਬੜਾ ਵਧੀਆ ਸਾਂ, ਰੋਜ਼ਾਨਾ ਨਿਤਨੇਮੀ ਸਾਂ, ਅੰਮ੍ਰਿਤ ਵੇਲੇ ਗੁਰੂ ਘਰ ਆਉਣ ਵਾਲਾ ਸਾਂ, ਹੁਣ ਕੀ ਹੋ ਗਿਆ? ਪਤਾ ਲੱਗਿਆ ਕਿ ਇਹਨੂੰ ਭੈੜੇ ਮਨੁੱਖਾਂ ਦਾ ਸੰਗ ਮਿਲ ਗਿਆ, ਚੰਗਾ ਭਲਾ ਕੱਪੜਾ ਜਿਹੜਾ ਉਹ ਮਲੀਨ ਹੋ ਗਿਆ। ਤੇ ਮਲੀਨ ਹੋਇਆ ਕੱਪੜਾ ਜਦੋਂ ਚੰਗੇ ਬੰਦਿਆਂ ਦੇ ਕੋਲ ਬੈਠਦਾ ਉੱਠਦਾ ਆ ਤੇ ਜਿਹੜੇ ਮੈਲੇ ਕੁਚੈਲੇ ਬੰਦੇ ਹੁੰਦੇ ਨੇ ਪੁੱਛਦੇ ਨੇ ਤੂੰ ਕੀ ਹੋ ਗਿਆ, ਤੈਨੂੰ ਤੇਰੇ ਤੇ ਪਹਿਲਾਂ ਵਾਲੇ ਲੱਛਣ ਨਹੀਂ ਰਹੇ, ਤੂੰ ਤੇ ਬਦਲ ਗਿਆ, ਤੂੰ ਤੇ ਸਾਡੇ ਵਿੱਚ ਮਿਕਸ ਨਹੀਂ ਹੁੰਦਾ। ਭਾਵ ਇਨਸਾਨ ਉਹੀ ਹੈ, ਅੰਦਰ ਵਿਚਾਰ ਚੰਗੇ ਆ ਗਏ ਤੇ ਚੰਗਾ ਬਣ ਗਿਆ, ਵਿਚਾਰ ਭੈੜੇ ਆਏ ਤੇ ਬੰਦਾ ਭੈੜਾ ਹੋ ਗਿਆ। ਮਨੁੱਖ ਦੇ ਵਿਚਾਰਾਂ ਤੋਂ, ਆਦਾਨ ਪ੍ਰਦਾਨ ਤੋਂ ਪਤਾ ਲੱਗਦਾ ਹੈ। ਜਦੋਂ ਬੋਲਦਾ ਆ ਉਹਦੇ ਅੰਦਰ ਦਾ ਤਵੱਜਾ ਕਿੰਨਾ ਕੁ ਉੱਚਾ ਆ, ਕਿੰਨਾ ਕੁ ਨੀਵਾ ਆ, ਉਹਦੀ ਬੋਲੀ ਤੋਂ ਪਤਾ ਲੱਗਦਾ, ਉਹਦੇ ਸੰਗ ਤੋਂ ਪਤਾ ਲੱਗਦਾ, ਉਹਦੀ ਉੱਠਣੀ ਬੈਠਣੀ ਤੋਂ ਪਤਾ ਲੱਗਦਾ, ਉਹਦੇ ਤੁਰਨ ਤੋਂ ਪਤਾ ਲੱਗਦਾ ਇਹਦਾ ਸੰਗ ਕਿਵੇਂ ਦਾ ਹੈ, ਇਹਦੇ ਅੰਦਰ ਕਿਵੇਂ ਦੇ ਵਿਚਾਰ ਚੱਲ ਰਹੇ ਨੇ। ਵਿਦਵਾਨਾਂ ਨੇ ਵੈਸੇ 3 ਤਰ੍ਹਾਂ ਦੇ
ਮਨੁੱਖ ਦੀ ਜਿਹੜੀ ਉਹ ਤੁਲਨਾ ਕੀਤੀ, ਤਿੰਨ ਤਰ੍ਹਾਂ ਦੀਆਂ ਚੀਜ਼ਾਂ ਤੋਂ ਪਤਾ ਲੱਗਦਾ। ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਬੰਦੇ ਦੀ ਰਫ਼ਤਾਰ ਕਿਵੇਂ ਦੀ ਹੈ, ਰਫ਼ਤਾਰ ਤੋਂ ਪਤਾ ਚੱਲਦਾ ਉਹਦਾ ਚਾਲ ਚੱਲਣ ਕਿਵੇਂ ਦਾ ਆ, ਉਹ ਕਿੱਧਰ ਨੂੰ ਜਾਂਦਾ ਆ, ਕਿੱਥੇ ਖੜਦਾ ਆ, ਕਿੱਥੇ ਉੱਠਦਾ ਆ, ਰਫ਼ਤਾਰ। ਕਹਿੰਦੇ ਫਿਰ ਉਹਦੀ ਰਫ਼ਤਾਰ ਤੋਂ ਬਾਅਦ ਉਹਦੀ ਦਸਤਾਰ ਦਾ ਪਤਾ ਲੱਗਦਾ, ਉਹਦੇ ਕਿਰਦਾਰ ਦਾ ਪਤਾ ਲੱਗਦਾ ਹੈ। ਚੇਤਾ ਰੱਖੋ ਜਿਹੜਾ ਅੱਜ ਦਾ ਦਿਨ ਹੈ ਨਾ, ਵੈਸੇ ਤਾਂ ਸਿੱਖ ਧਰਮ ਦੇ ਨਾਲ ਇਹਦਾ ਕੋਈ ਦੂਰ ਨੇੜੇ ਦਾ ਰਿਸ਼ਤਾ ਨਹੀਂ ਹੈਗਾ। ਜਿਹਨੂੰ ਕਹਿੰਦੇ ਰੱਖੜੀ ਦਾ ਦਿਨ, ਸਿੱਖ ਇਜ਼ਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਦੂਰ ਦੁਰਾਡੇ ਦਾ ਵੀ ਰਿਸ਼ਤਾ ਨਹੀਂ ਹੈਗਾ। ਕਈ ਵਾਰੀ ਹੁੰਦਾ ਨਾ ਕੁਝ, ਜਿਵੇਂ ਅਸੀਂ ਮੱਸਿਆ ਪੁੰਨਿਆ ਸੰਗਰਾਂਦ ਦਾ ਰਿਸ਼ਤਾ ਬਣਾਇਆ ਹੋਇਆ, ਪਰ ਇਸ ਦਾ ਸਬੰਧ ਤਾਂ ਦੂਰ ਦਰੇਡੇ ਦਾ ਵੀ ਰਿਸ਼ਤਾ ਨਹੀਂ ਹੈਗਾ। ਕਿਉਂਕਿ ਉਹਨਾਂ ਦਿਨਾਂ ਨੂੰ ਮਾਲਕ ਨੇ ਗੁਰਮਤਿ ਪ੍ਰਚਾਰ ਵਾਸਤੇ ਵਰਤਿਆ ਸੀਗਾ। ਮੱਸਿਆ ਨੂੰ ਵੀ ਵਰਤਿਆ, ਪੁੰਨਿਆ ਨੂੰ ਵੀ ਵਰਤਿਆ, ਸੰਗਰਾਂਦ ਨੂੰ ਵੀ ਦਾਤੇ ਨੇ ਵਰਤਿਆ ਹੈ, ਜਦ ਕਿ ਸਾਡਾ ਇਹਨਾਂ ਦਿਨਾਂ ਨਾਲ ਸੰਬੰਧ ਕੋਈ ਨਹੀਂ। ਇਸੇ ਤਰ੍ਹਾਂ ਜਿਹੜੀ ਰੱਖੜੀ ਦਾ ਦਿਨ ਹੈ, ਸਿੱਖੀਜ਼ਮ ਦੇ ਵਿੱਚ ਇਹਦਾ ਦੂਰ ਦਰੇਡੇ ਦਾ ਰਿਸ਼ਤਾ ਨਹੀਂ। ਮੈਂ ਅੱਗੇ ਚੱਕ ਕੇ ਇਹਨੂੰ ਖੋਲ੍ਹਣ ਦਾ ਯਤਨ ਕਰਾਂਗਾ। ਬੇਨਤੀ ਪੈ ਕਰ ਰਹੇ ਸੀ, ਬੰਦੇ ਦੇ ਕਿਰਦਾਰ ਤੋਂ ਪਤਾ ਲੱਗਦਾ, ਉਹਦੀ ਦਸਤਾਰ ਤੋਂ ਪਤਾ ਚੱਲਦਾ। ਦਸਤਾਰਾਂ ਨੂੰ ਵੇਖ ਕੇ ਲੋਕ ਕਹਿਣ ਲੱਗ ਪਏ ਸਨ, ਆ ਗਏ ਨੇ ਨਿਹੰਗ, ਬੂਹੇ ਖੋਲ੍ਹ ਦੋ ਨਿਸੰਗ। ਨਿਹੰਗ ਤੋਂ ਭਾਵ ਉਹਦੀ ਦਸਤਾਰ। ਲੋਕਾਂ ਦੇ ਕਿਰਦਾਰ ਇੰਨੇ ਉੱਚੇ ਸਨ, ਕਿਰਦਾਰ ਦਾ ਪਤਾ ਦਸਤਾਰ ਤੋਂ ਲੱਗਦਾ ਸੀ। ਫਿਰ ਜਦੋਂ ਦਸਤਾਰ ਵੇਖਦੇ ਆ ਤੇ ਤੀਜੀ ਗੱਲ ਅਖੀਰਲੀ ਉਹਦੀ ਗੁਫ਼ਤਾਰ, ਉਹਦੀ ਗੱਲਬਾਤ ਤੋਂ ਪਤਾ ਲੱਗਦਾ। ਕਈ ਵਾਰੀ ਨਾ ਬੰਦੇ ਦਾ ਚਾਲ ਚੱਲਣ ਵੀ ਦੂਰ ਦਰੇਡੋਂ ਦਿਖਦਾ, ਆਪਾਂ ਕਹਿੰਦੇ ਹਾਂ ਠੀਕ ਹੈ, ਵੱਡੀ ਗੱਡੀ 'ਚ ਬਾਬਾ ਜੀ ਆਏ, ਵਧੀਆ। ਦੂਜੇ ਨੰਬਰ 'ਤੇ ਪਤਾ ਲੱਗਦਾ ਉਹਦੀ ਦਸਤਾਰ ਤੋਂ, ਪਹਿਰਾਵੇ ਤੋਂ ਵੀ ਕਈ ਵਾਰੀ ਅਸੀਂ ਟਪਲਾ ਖਾ ਜਾਂਦੇ ਹਾਂ। ਪਰ ਜਦੋਂ ਬੋਲੀ ਚਾਲੀ ਤੋਂ ਉਹ ਬੋਲਦਾ ਨਾ ਕਿ ਸਾਨੂੰ ਦੇਹਧਾਰੀਆਂ ਦੇ ਨਾਲ ਜੁੜਨਾ ਚਾਹੀਦਾ, ਬਾਬਾ ਜੀ ਇਹ ਕਰਦੇ, ਬਾਬਾ ਜੀ ਉਹ ਕਰਦੇ, ਉਦੋਂ ਪਤਾ ਲੱਗਦਾ ਇਹਦੀ ਗੁਫ਼ਤਾਰ ਦੇ ਵਿੱਚ ਹੈ ਕੀ ਹੈ। ਜਿੰਨਾ ਚਿਰ ਬੋਲੇਗਾ ਨਹੀਂ, ਇਨਸਾਨ ਦੇ ਬੋਲਣ ਤੋਂ ਪਤਾ ਨਹੀਂ ਲੱਗਦਾ। ਦੋ ਚੀਜ਼ਾਂ ਤੋਂ ਟਪਲਾ ਖਾ ਸਕਦੇ ਹਾਂ, ਪਰ ਬੋਲੀ ਸ਼ੈਲੀ ਤੋਂ ਅਸੀਂ ਟਪਲਾ ਨਹੀਂ ਖਾ ਸਕਦੇ। ਜਦੋਂ ਵੀ ਕੋਈ ਗੁਰਮੁਖ ਪਿਆਰਾ ਗੁਰਬਾਣੀ ਦੀ ਵਿਚਾਰ ਤੁਹਾਨੂੰ ਸੁਣਾਉਂਦਾ, ਜਦੋਂ ਗੁਰਮਤਿ ਸਿਧਾਂਤਾਂ ਤੋਂ ਉਲਟ ਹੋ ਕੇ ਤੁਹਾਨੂੰ ਦੇਹਧਾਰੀ ਬਾਬਿਆਂ ਦੇ ਡੇਰਿਆਂ ਦੇ ਨਾਲ ਜੋੜਨ ਦਾ ਯਤਨ ਕਰੇਗਾ, ਇਹਦਾ ਮਤਲਬ ਉਹਦੀ ਗੁਫ਼ਤਾਰ ਦੇ ਵਿੱਚ ਕਿਤੇ ਨਾ ਕਿਤੇ ਫਰਕ ਹੈ। ਰਹੋ ਵਿਚਾਰ। ਮਾਲਕ ਗੁਰੂ ਰਾਮਦਾਸ ਮਹਾਰਾਜ ਦਾ ਸਵਈਆ ਭੱਟ ਕੀਰਤ ਜੀ ਨੇ ਉਚਾਰਨ ਕੀਤਾ, ਤੇ ਭੱਟ ਕੀਰਤ ਜੀ ਕਹਿੰਦੇ ਨੇ, ਹਮ ਅਵਗੁਣ ਭਰੇ, ਅਵਗੁਣਾਂ ਦੇ ਨਾਲ ਭਰੇ ਆ, ਏਕ ਗੁਣ ਨਹੀਂ, ਗੁਣ ਵਿੱਚ ਇੱਕ ਵੀ ਨਹੀਂ ਹੈਗਾ। ਮਤਾ ਸੀ ਬੜੀ ਮੁਕਰ ਦੇ ਵਿੱਚ ਨਾ, ਸ਼ੀਸ਼ੇ ਨੂੰ ਵੇਖ ਕੇ ਬੰਦਾ ਆਪਣੇ ਆਪ ਦੀਆਂ ਬੜੀਆਂ ਤਾਰੀਫਾਂ ਕਰਦਾ ਹੈ। ਕਈ ਵਾਰੀ ਇਹਨੂੰ ਹੰਕਾਰ ਹੋ ਜਾਂਦਾ ਕਿ ਮੇਰੇ ਤੋਂ ਸੋਹਣਾ ਕੋਈ ਨਹੀਂ ਹੈਗਾ। ਮਾਲਕ ਕਹਿੰਦੇ ਨੇ ਤੇਰੇ ਵਿੱਚ ਤਾਂ ਹੈ ਹੀ ਅਵਗੁਣ, ਤੇ ਗੁਣ ਤਾਂ ਵਿੱਚ ਹੈ ਹੀ ਨਹੀਂ ਹੈ। ਤੂੰ ਗੁਣਾਂ ਦੇ ਨਾਲ ਜੁੜਿਆ ਹੀ ਨਹੀਂ। ਜਦੋਂ ਗੁਣਾਂ ਨਾਲ ਜੁੜ ਜਾਏਗਾ, ਤੈਨੂੰ ਆਪਣੇ ਆਪ ਚੋਂ ਸ਼ੀਸ਼ਾ ਵੇਖਣ ਦਾ ਯਤਨ ਨਹੀਂ ਹੋਏਗਾ। ਤੈਨੂੰ ਫਿਰ ਲੋਕ ਦੱਸਣਗੇ ਕਿ ਤੇਰੇ ਗੁਣ ਕਿਹੜੇ ਨੇ ਵਿੱਚ। ਤੈਨੂੰ ਮੁੱਖੋਂ ਨਹੀਂ ਦੱਸਣਾ ਪਏਗਾ, ਆਪਣੇ ਆਪ ਤੇਰੀ ਪ੍ਰਸ਼ੰਸਾ ਤੂੰ ਆਪ ਨਹੀਂ ਕਰੇਗਾ। ਨਹੀਂ ਤੇ ਬਹੁਤੇ ਇਵੇਂ ਦੇ ਗੁਰਮੁਖ ਪਿਆਰੇ ਨੇ ਜਿਹੜੀ ਸੋਭਾ ਆਪਣੀ ਆਪ ਕਰਦੇ ਨੇ। ਰਹੋ ਵਿਚਾਰ। ਭੱਟ ਕੀਰਤ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਤੇ ਉਹ ਕਹਿੰਦੇ ਨੇ, ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਅੰਮ੍ਰਿਤ ਨੂੰ ਛੱਡ ਕੇ, ਹੁਣ ਦੋ ਤਰ੍ਹਾਂ ਦੀ ਵਿਚਾਰ ਹੈ। ਅੰਮ੍ਰਿਤ ਗੁਰਬਾਣੀ ਦੇ ਵਿੱਚ ਅਲੱਗ-ਅਲੱਗ ਸੰਦਰਭ ਦੇ ਵਿੱਚ ਕਿੰਨੀ ਵਾਰ ਅੰਮ੍ਰਿਤ ਸ਼ਬਦ ਆਇਆ। ਕਿਤੇ ਜਗ੍ਹਾ ਦਾਤੇ ਨੇ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਹੈ, ਕਿਤੇ ਦਾਤੇ ਨੇ ਅੰਮ੍ਰਿਤ ਰੂਪੀ ਬਾਣੀ ਨੂੰ ਵੀ ਅੰਮ੍ਰਿਤ ਕਿਹਾ ਹੈ। ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਦੇ ਵਿੱਚ ਅੰਮ੍ਰਿਤ ਹੈ, ਉਹਦੀ ਸਾਰ ਲੈਣੀ ਹੈ। ਹੁਣ ਦਾਤੇ ਦੀ ਬਾਣੀ ਅੰਮ੍ਰਿਤ ਛਾੜ, ਇਸ ਅੰਮ੍ਰਿਤ ਦਾ ਵਿਸ਼ਾ ਜਿਹੜਾ ਆ ਉਹ ਵਿਚਾਰਾਂ ਤੋਂ ਹੈ। ਅੰਮ੍ਰਿਤ ਨੂੰ ਛੱਡ ਕੇ ਭਾਵ ਚੰਗੀਆਂ ਗੱਲਾਂ, ਚੰਗੀ ਬਾਣੀ, ਚੰਗੀ ਸੋਚ, ਚੰਗੀਆਂ ਵਿਚਾਰਾਂ ਨੂੰ ਛੱਡ ਕੇ ਬਿਖੈ ਬਿਖ ਖਾ, ਭਾਵ ਜ਼ਹਿਰ ਖਾ ਰਿਹਾ ਹੈ। ਦੁਨੀਆ ਦੇ ਵਿੱਚ ਇੱਕ ਗੱਲ ਚੇਤੇ ਰੱਖਿਓ, ਜਿਹੜੀ ਮੈਂ ਬੇਨਤੀ ਕਰਨ ਲੱਗਾ, ਬੱਚੇ ਨੂੰ ਸਿੱਖਿਆ ਜਾਂ ਤਾਂ ਘਰ ਦੇ ਵਿੱਚ ਮਿਲ ਸਕਦੀ ਹੈ, ਜਾਂ ਗੁਰੂ ਘਰ ਮਿਲ ਸਕਦੀ ਹੈ, ਤੇ ਜਾਂ ਚੰਗੇ ਸਕੂਲਾਂ ਦੇ ਵਿੱਚ ਮਿਲ ਸਕਦੀ ਹੈ। ਤੀਜੀ ਕੋਈ ਜਗ੍ਹਾ ਨਹੀਂ ਹੈ। ਗੁਰੂ ਘਰ ਦੇ ਵਿੱਚ ਚੰਗੀ ਸੰਗਤ, ਤੇ ਆਪਣੇ ਪਰਿਵਾਰ ਦੀ ਚੰਗੀ ਸੰਗਤ, ਤੇ ਸਕੂਲ ਦੇ ਵਿੱਚ ਚੰਗੀ ਸੰਗਤ। ਜਦੋਂ ਇਹ ਤਿੰਨ ਚੀਜ਼ਾਂ ਤੋਂ ਬਾਹਰ ਹੀ ਸਾਡਾ ਬੱਚਾ ਹੋਏਗਾ ਨਾ, ਤੇ ਸੱਚ ਪਿਆਰ ਵਾਲਿਓ ਫਿਰ ਜ਼ਹਿਰ ਖਾਣ ਦੇ ਬਰਾਬਰ ਹੈ।
ਅਨਭੋਲ ਕਈ ਵਾਰੀ ਨਾ ਅਸੀਂ ਆਪਣੇ ਬੱਚੇ ਦੀ ਸੰਗਤ ਨੂੰ ਨੋਟਿਸ ਨਹੀਂ ਵਿੱਚ ਲੈਂਦੇ, ਨੋਟਿਸ ਨਹੀਂ ਕਰਦੇ ਕਿੰਨਾ ਬੱਚਿਆਂ ਦੇ ਵਿੱਚ ਸਾਡਾ ਬੱਚਾ ਉੱਠਦਾ ਬੈਠਦਾ ਹੈ। ਜਦੋਂ ਚੰਗੀ ਸੰਗਤ ਵਿੱਚ ਬੈਠੇਗਾ ਤੇ ਮਾਲਕ ਦੀ ਬਾਣੀ ਦੇ ਬੋਲ ਚੇਤੇ ਰੱਖਿਓ। ਦਾਤਾ ਕਹਿੰਦੇ ਊਤਮ ਸੰਗਤ ਊਤਮ ਹੋਵੇ। ਕੀ ਹੁੰਦਾ ਚੰਗੀ ਸੰਗਤ ਵਿੱਚ ਬੈਠਣ ਦਾ? ਜੇ ਕੋਈ ਮਾੜੀ ਮੋਟੀ ਅੰਦਰ ਊਣਤਾ ਹੀ ਹੈ ਨਾ, ਚੰਗੀ ਸੰਗਤ ਵਿੱਚ ਬੈਠਣ ਨਾਲ ਊਣਤਾ ਹੀ ਦੂਰ ਹੋ ਜਾਂਦੀ। ਜਿਹੜੇ ਬੰਦੇ ਨਿਤਨੇਮੀ ਹੁੰਦੇ ਨੇ, ਅੰਮ੍ਰਿਤ ਵੇਲੇ ਬਾਣੀਆਂ ਅੰਮ੍ਰਿਤ ਵੇਲਾ ਸੰਭਾਲਦੇ ਨੇ, ਜਦੋਂ ਉਹਨਾਂ ਦੇ ਵਿੱਚ ਬੈਠੀਏ ਉੱਠੀਏ ਨਾ ਤੇ ਗੁਰਮੁਖ ਪਿਆਰੇ ਗੱਲਾਂ ਕਰਦੇ ਨੇ ਆਪਸ ਵਿੱਚ। ਤੇਰਾ ਪਹਿਰਾ ਕਿੰਨੇ ਵਜੇ ਦਾ ਹੈ? ਕਹਿੰਦਾ ਮੇਰਾ ਚੌਂਕੜਾ ਇੰਨੇ ਘੰਟੇ ਦਾ। ਪਹਿਲੀ ਗੱਲ ਤੇ ਗੁਰਮੁਖ ਪਿਆਰੇ ਦੱਸਦੇ ਨਹੀਂ, ਪਰ ਆਪਸ ਵਿੱਚ ਜਦੋਂ ਰੂਹਾਂ ਬੈਠਦੀਆਂ ਨਾ ਤੇ ਵਿਚਾਰਾਂ ਕਰਦੀਆਂ, ਕਿਉਂਕਿ ਉੱਥੋਂ ਇੱਕ ਦੂਜੇ ਨੂੰ ਚੜ੍ਹਦੀ ਕਲਾ ਮਿਲਦੀ ਹੈ। ਜਿਹਦੇ ਵਿੱਚ ਕੋਈ ਢਹਿੰਦੀ ਕਲਾ ਹੋਵੇ ਤੇ ਉਹ ਆਪਣੀ ਪ੍ਰਪੱਕਤਾ ਕਰਦਾ, ਮੇਰਾ 2.5 ਘੰਟੇ ਦਾ ਚੌਂਕੜਾ, ਮੇਰਾ ਨਿਤਨੇਮ 5 ਬਾਣੀਆਂ ਦਾ, ਮੈਂ ਸੁਖਮਨੀ ਸਾਹਿਬ, ਮੈਂ ਆਸਾ ਕੀ ਵਾਰ ਕਰਦਾ। ਤੇ ਜਦੋਂ ਕੋਈ ਸਾਡੇ ਵਰਗਾ ਗੁਰਮੁਖ ਮਿਆਰਾ ਢਿੱਲੀ ਪਹਿਰੇ ਵਾਲਾ ਹੋਏਗਾ ਨਾ, ਢਿੱਲੇ ਪਹਿਰੇ ਵਾਲਾ, ਉਸ ਸੰਗਤ ਵਿੱਚ ਬੈਠੇਗਾ ਤੇ ਮਾਲਕ ਕਹਿੰਦੇ ਨੇ ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਅਵਗੁਣ ਧੁੱਪ ਜਾਂਦੇ ਨੇ ਚੰਗੀ ਸੰਗਤ ਵਿੱਚ ਬੈਠਿਆਂ। ਜਿਹੜਾ ਪਹਿਰਾ ਢਿੱਲਾ ਹੁੰਦਾ ਨਾ, ਇਸੇ ਕਰਕੇ ਦਾਤਾ ਜੀ ਕਹਿੰਦੇ ਨੇ ਉਹ ਭਲਿਆ ਸਤ ਸੰਗਤ ਕਰਿਆ ਕਰ। ਮਾਲਕ ਦੀ ਬਾਣੀ ਦੇ ਬੋਲ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਗੁਰੂ ਕੀ ਸੰਗਤ ਵਿੱਚ ਬੈਠਦਾ, ਹੁਣ ਚੇਤਾ ਰੱਖਿਓ ਜੀ, ਸੰਗਤ ਇੱਕ ਤਾਂ ਗੁਰੂ ਘਰ ਹੈ, ਜਿਵੇਂ ਮੈਂ ਪਹਿਲਾਂ ਮਿਹਨਤ ਕੀਤੀ, ਇੱਕ ਘਰ ਦੀ ਚੰਗੀ ਸੰਗਤ ਹੈ। ਘਰ ਦੇ ਵਿੱਚ ਜਿਸ ਘਰ ਦੇ ਅੰਦਰ ਬਜ਼ੁਰਗਾਂ ਦਾ ਸਤਿਕਾਰ ਹੋਏਗਾ ਤੇ ਉਹ ਚੰਗੀ ਸੰਗਤ ਹੋਇਆ ਕਰੇਗੀ। ਜਿਸ ਘਰ ਵਿੱਚ ਪਿਓ ਇਹ ਕਹਿੰਦਾ ਹੋਏਗਾ ਪੁੱਤ ਘਰੇ ਜਿਹੜੀ ਬੇਬੇ ਬੈਠੀ ਹੈ, ਜਿਹੜਾ ਬਾਪੂ ਬੈਠਾ, ਪੁੱਤ ਇਹ ਰੱਬ ਹੈ, ਉਹ ਚੰਗੀ ਸੰਗਤ ਹੋਏਗੀ। ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗਾਂ ਦੇ ਬਰਤਨ ਵੀ ਅਸੀਂ ਕੰਮ ਵਾਲੀਆਂ ਕੋ ਸਾਫ਼ ਕਰਾਉਂਦੇ, ਗੁਸਤਾਖੀ ਲਈ ਖਿਮਾ, ਉਹ ਚੰਗੀ ਸੰਗਤ ਨਹੀਂ ਹੋਏਗੀ। ਉਧਰ ਜਾ ਕੇ ਆਪਣੇ ਬਰਤਨ, ਸਾਡੇ ਬਜ਼ੁਰਗਾਂ ਦੇ ਬਰਤਨ ਸਾਡੇ ਕੰਮ ਵਾਲੇ ਸਾਫ਼ ਕਰਨ, ਕੰਮ ਵਾਲੀਆਂ ਸਾਫ਼ ਕਰਨ, ਤੇ ਅਸੀਂ ਗੁਰਦੁਆਰਾ ਜਾ ਕੇ ਝੂਠੇ ਬਰਤਨ ਅੱਗੇ ਹੋ ਕੇ ਮਾਂਜਦੇ ਹੋਈਏ। ਚੇਤੇ ਰੱਖਿਓ, ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਮਾਂ ਬੈਠੀ ਹੈ, ਬਜ਼ੁਰਗ ਪਿਓ ਬੈਠਾ ਆ, ਗੁਸਤਾਖੀ ਲਈ ਖਿਮਾ ਮੈਨੂੰ ਕਹਿ ਲੈਣ ਦੇਣਾ, ਫਿਰ ਉਹਨੂੰ ਗੁਰਦੁਆਰਾ ਆ ਕੇ ਝੂਠੇ ਬਰਤਨ ਮਾਂਜਣ ਦੀ ਲੋੜ ਕੋਈ ਨਹੀਂ ਜੀ। ਮਾਲਕ ਦੀ ਬਾਣੀ ਦੇ ਬੋਲ ਸੱਚੇ ਪਾਤਸ਼ਾਹ ਕਹਿੰਦੇ ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਸਾਡੇ ਅੰਦਰ ਜਿਹੜੀਆਂ ਮਾੜੀਆਂ ਗੱਲਾਂ ਨੇ, ਚੰਗੀ ਸੰਗਤ ਵਿੱਚ ਮਿਲ ਕੇ ਉਹ ਮਾੜੀਆਂ ਗੱਲਾਂ ਅੰਦਰੋਂ ਨਿਕਲ ਜਾਣਗੀਆਂ। ਜਿਵੇਂ ਅਸੀਂ ਝੋਨੇ ਦੇ ਵਿੱਚੋਂ ਨਦੀਨ ਕੱਢਦੇ ਹਾਂ ਨਾ, ਉਵੇਂ ਅੰਦਰ ਜਦੋਂ ਚੰਗੀ ਸੰਗਤ ਜਾਏਗੀ, ਚੰਗੀ ਸੰਗਤ ਦੀ ਸਿੰਚੀ ਹੋਏਗੀ ਤੇ ਸਿੰਚਾਈ ਕਰਦੇ ਕਰਦੀਆਂ ਮਾੜੀਆਂ ਗੱਲਾਂ ਆਪਣੇ ਆਪ ਹੀ ਬਾਹਰ ਨਿਕਲ ਜਾਣੀਆਂ, ਪਤਾ ਵੀ ਨਹੀਂ ਚੱਲਣਾ ਸਾਨੂੰ। ਜਿਹੜਾ ਬੰਦਾ ਸਵੇਰੇ 9 ਵਜੇ ਉੱਠਦਾ, ਮੇਰੇ ਵਰਗਾ, ਜਦੋਂ ਚੰਗੀ ਸੰਗਤ ਵਿੱਚ ਬੈਠੇਗਾ, ਉਹਨੂੰ ਆਪਣੇ ਆਪ ਅਲਾਰਮ ਦੀ ਲੋੜ ਨਹੀਂ ਪੈਣੀ, ਕਿਉਂਕਿ ਅੰਦਰ ਵਿਚਾਰ ਹੀ ਐਵੇਂ ਦੇ ਚੱਲ ਰਹੇ ਨੇ। ਜਦੋਂ ਅੰਦਰ ਵਿਚਾਰ, ਐਵੇਂ ਵਿਚਾਰਾਂ ਦੀ ਲੜਾਈ ਹੈ ਨਾ, ਅੰਦਰ ਵਿਚਾਰਾਂ ਦੀ। ਮਾਲਕ ਦੀ ਬਾਣੀ ਵਿੱਚ ਅਸੀਂ ਰਹਿਤਨਾਮੇ ਪੜ੍ਹਦੇ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਨਿਤ ਜੰਗ ਹੈ ਸਾਡੀ, ਤੇ ਜੰਗ ਸਾਡੇ ਅੰਦਰ ਚੱਲ ਰਹੀ ਹੈ ਵਿਸ਼ੇ ਵਿਕਾਰਾਂ ਦੀ। ਉਹ ਢਾਉਂਦਾ ਆ ਸਵੇਰੇ ਸਾਨੂੰ, ਤੇ ਅਸੀਂ ਉਹਦੇ ਕਈ ਮੇਰੇ ਵਰਗੇ ਮਾੜੇ ਹੁੰਦੇ ਨੇ, ਉਹ ਢਹਿ ਪੈਂਦੇ ਨੇ ਤੇ ਸੌਂ ਜਾਂਦੇ ਨੇ, ਤੇ ਕਈ ਲੜਦੇ ਨੇ ਅੰਦਰੋਂ, ਕਿਰਪਾਨਾਂ ਕੱਢ ਕੇ ਮਾਰਦੇ ਨੇ ਉਹਨਾਂ ਵਿਸ਼ੇ ਵਿਕਾਰਾਂ ਨੂੰ, ਤੇ ਡਟ ਕੇ ਸਵੇਰੇ 4 ਵਜੇ ਉਹਨਾਂ ਦਾ ਪਹਿਰਾ, ਕਈਆਂ ਦਾ 3 ਵਜੇ ਦਾ, ਕਈ 2 ਵਜੇ ਉੱਠ ਪੈਂਦੇ ਨੇ, ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੁੜਦੇ ਰਹੋ ਵਿਚਾਰ। ਪਾਤਸ਼ਾਹ ਜੀ ਕਹਿੰਦੇ ਨੇ ਜਿੱਦਣ ਚੰਗੀ ਸੰਗਤ, ਚੰਗੇ ਵਿਚਾਰ ਤੇਰੇ ਅੰਦਰ ਚਲੇ ਗਏ, ਤੇਰੇ ਅੰਦਰੋਂ ਸਾਰੇ ਹੀ ਮਾੜੇ ਵਿਚਾਰ ਆਪਣੇ ਆਪ ਬਾਹਰ ਨਿਕਲ ਜਾਣੇ। ਹੁਣ ਇੱਕ ਬੇਨਤੀ ਕਰ ਲੱਗਾ ਅਗਲੀ, ਜਿਵੇਂ ਸਾਡੇ ਘਰਾਂ ਦੇ ਵਿੱਚ ਸਭ ਦੇ ਨਾ ਮੋਸਟਲੀ, ਵੈਸੇ ਜ਼ਿਆਦਾਤਰ ਕੰਪਿਊਟਰ, ਲੈਪਟਾਪ, ਖਾਸ ਕਰਕੇ ਮੋਬਾਈਲ ਤਾਂ ਹੈਗੇ ਨੇ। ਮੋਬਾਈਲ ਫੋਨਾਂ ਨੂੰ ਤੇ ਐਂਟੀਵਾਇਰਸ ਦੀ ਲੋੜ ਪੈਂਦੀ ਨਹੀਂ, ਪਰ ਸਾਡੇ ਕੰਪਿਊਟਰ, ਲੈਪਟਾਪ ਨੂੰ ਐਂਟੀਵਾਇਰਸ ਦੀ ਲੋੜ ਪੈਂਦੀ ਹੈ, ਕਿਉਂਕਿ ਵੱਡੀ ਚੀਜ਼ ਹੈ। ਉਹਨਾਂ ਲੈਪਟਾਪਾਂ ਨੂੰ ਬਚਾਉਣ ਵਾਸਤੇ, ਉਸ ਮਸ਼ੀਨਰੀ ਨੂੰ ਬਚਾਉਣ ਵਾਸਤੇ ਕਿ ਸਾਡੀ ਮਸ਼ੀਨਰੀ ਦੇ ਵਿੱਚ ਕੋਈ ਵਾਇਰਸ ਨਾ ਵੜ ਜਾਵੇ ਕਿਤੇ। ਜੇ ਵਾਇਰਸ ਆ ਗਿਆ ਤੇ ਸਾਡੀ ਮਸ਼ੀਨਰੀ ਨੂੰ ਖਰਾਬ ਕਰਕੇ ਰੱਖ ਦੇਣਾ। ਇਸ ਕਰਕੇ ਅਸੀਂ ਚੰਗੇ ਇੰਜੀਨੀਅਰ ਕੋਲ ਜਾਂਦੇ ਹਾਂ, ਦੁਕਾਨਦਾਰ ਕੋਲ ਜਾਂਦੇ ਹਾਂ, ਉਹ ਪਹਿਲਾਂ ਕਹਿੰਦਾ ਭਾਈ 1 ਸਾਲ ਦੇ ਲਈ ਇਹਦੇ ਵਿੱਚ ਐਂਟੀਵਾਇਰਸ ਆ ਫਲਾਣਾ ਇੰਸਟਾਲ ਕਰ ਲਓ, ਤੇ 1 ਸਾਲ ਤੱਕ ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ, ਚੰਗਾ ਭਲਾ ਰਹੇਗਾ। ਇਹ ਆਪਣੇ ਆਪ ਸਕੈਨ ਕਰਦਾ ਰਹੇਗਾ, ਤੁਹਾਡੇ ਅੰਦਰੋਂ ਜਿਹੜੇ ਕੰਪਿਊਟਰ ਦੇ ਵਿੱਚੋਂ ਸਾਰੀਆਂ ਜਿਹੜੀਆਂ ਬਿਮਾਰੀਆਂ ਇਹ ਕੱਢਦਾ ਰਹੇਗਾ। ਹੁਣ ਚੇਤਾ ਰੱਖਿਓ, ਦੁਨਿਆਵੀ ਮਸ਼ੀਨਰੀਆਂ ਤੇ ਬਚਾ ਲੀਆਂ, ਪਰ ਆਹ ਸਰੀਰ ਰੂਪੀ ਮਸ਼ੀਨਰੀ ਨੂੰ ਬਚਾਉਣ ਦਾ ਯਤਨ ਨਹੀਂ ਕੀਤਾ।
जिस दिन आने सी पतत पुणे दे एंटी वायरस आना सी बाहरों, जे किते अंदर वायरस इंस्टॉल किया हुंदा बाणी दा, जिवें बच्चियां ने शब्द याद किए 300 शब्द याद है, तो अपने आप अंदरों शब्द ने बोलना है। साबुत सूरत रब दी अंदरों बोलना सी परमाणा ने, साबुत सूरत दस्तार सिरा अंदरों परमाण ने बोलना सी, ते अपने आप उन्होंने कट के बाहर रख देना सी कि नहीं भलिया तेरी संगत की लोड़ कोई नहीं, मैंने तो गुरु ने बड़ा वधिया बाणा दिता है। किसी शराब वाले का वायरस आउण लगना सी, जे किते बाणी कंठ कीती हुंदी उस दुकान ते भी रोकण लग्या, गुरेज करना सी फलानी जगह ते भी मैं किते रोक ना जावां, वेखण वाला किते ये ना समझे गुरु का बाणा पा के भावें होर किसी काम नूं खड़ा होवे, पर गुरु का सिख खड़न लग्या भी 100 वारी सोचदा मैं किते शराब वाली दुकान ते, मैं किते मीट वाली दुकान के सामने ते नहीं किते खड़ गया, उत्थे भी नहीं खड़ेगा। वो 4 चपेरे ध्यान रख के फिर खड़ा होएगा, अपना व्हीकल खड़ा करेगा कि वेखण वाला भावें काम किते होर है, पर वेखण वाला ये ना कहते कि इहदी गड्डी भी फलानी मीट वाली जां शराब वाले ठेके दे मूहरे खड़ी सी, ये भी ना कहते। जदों अंदर चंगे विचार चलते होण ते अंदर अपने आप वायरस जिहड़ा ना एंटी वायरस गुरबाणी दा अंदरों बोल पैंदा है, सिखा एवें नहीं करना। तो सच प्यार वालो आ जिहड़ा बाणी दा वायरस एंटी वायरस है ना, गुरु ग्रंथ साहिब जी की बाणी का एक शब्द भी किते कंठ हो जावे ना, मालिक की बाणी के बोल असीं रोजाना पढ़ते, सच्चे पातशाह शहीदां दे सरताज धन गुरु अर्जन साहब महाराज जी सुखमणी साहब की बाणी के अंदर फरमाउंदे ने, पातशाह जी कहते हैं किनका एक जिस जी बसावे ताकि महिमा गनी ना आवे, एक किणका मात्र। मालिक सच्चे पातशाह धन गुरु नानक साहब महाराज सिख धर्म के बानी कहते ने, मत विच रतन जवाहर माणक जे एक गुर की सिख सुनी। सिख तो भाव सिखिया, जे एक सिक्ख्या भी अपने अंदर ग्रहण कर ली तो दाता जी कहते अंदर रतन ते जवाहर माणक पैदा हो जाएंगे, जिहड़े तू बाहरों लभदा है तेनों अंदरों लभ जाएंगे। राहो विचार। भट्ट कीरत जी बड़ा वधिया इस सवैये अंदर फरमाउंदे ने, भट्ट कीरत जी कहते ने धन गुरु रामदास अमरन मतलक होके कहते ने, कहते हम अवगुण भरे एक गुण नहीं अमृत छाड़, अमृत नूं छड्ड के भाव चंगियां विचारां नूं छड्ड के कोई आवाज मारदा आ चलीए गुरु घर, आ चलीए सत संगत विच, कहंदा नहीं आ जा एतवार अज ते फलानी जगह घूमण जाण। अमृत छाड़, अमृत नूं छड्डदा, विखै विख खाए जहर खांदा, जहर विषय विकारां दी जहर खांदा। ते मालिक दी बाणी दे तां बोल सानूं वेखण तो भी रोकदे ने, ਕੰਨ ਦੇ ਵਿੱਚ ਕੀ ਪਾਉਣਾ ਇੱਥੋਂ ਵੀ ਦੱਸਦੇ ਨੇ, ਰਸਨਾ ਦੇ ਨਾਲ ਕੀ ਬੋਲਣਾ ਇੱਥੋਂ ਵੀ ਦੱਸਦੇ ਨੇ। ਤੇ ਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕੰਨਾਂ ਨੂੰ ਕਹਿੰਦੇ ਨੇ, ਏ ਸ਼ਰਵਣੋ ਮੇਰਿਓ, हे ਮੇਰੇ ਕੰਨੋ, ਏ ਸ਼ਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ। ਤੁਸੀਂ ਕਾਹਦੇ ਵਾਸਤੇ ਲਾਏ ਗਏ? ਪਠਾਏ ਦਾ ਮਤਲਬ ਲਾਏ ਗਏ, ਭੇਜੇ ਗਏ। ਦੋ ਅਰਥ ਨਿਕਲਦੇ ਨੇ। ਕਾਹਦੇ ਲਈ ਭੇਜੇ ਗਏ ਉਹ ਸੰਸਾਰ ਵਿੱਚ, ਕਾਹਦੇ ਲਈ ਸਰੀਰ ਦੇ ਨਾਲ ਲਾਏ ਹੋ? ਸੱਚ ਸੁਣਨੇ ਨੂੰ ਪਠਾਏ। ਤੇ ਸੱਚ ਕੀ ਹੈ? ਬਾਪੂ ਦੇ ਕੋਲ ਬੈਠਾ, ਬੇਬੇ ਦੇ ਕੋਲ ਬੈਠਿਆ, ਪਿਓ ਕੋਲ ਬੈਠਿਆ ਤੇ ਚੰਗੀਆਂ ਗੱਲਾਂ ਸੁਣੀਆਂ। ਪਿਓ ਕਹਿੰਦਾ ਪੁੱਤ ਮੈਂ ਸਾਰੀ ਜ਼ਿੰਦਗੀ ਮਾੜੇ ਕੰਮਾਂ 'ਚ ਲੰਘਾ ਦਿੱਤੀ, ਦੇਖੀ ਕਿਤੇ ਪੁੱਤ ਤੂੰ ਨਾ ਲੰਘਾਈ, ਆ ਚੰਗੀ ਵਿਚਾਰ। ਤੇ ਜੇ ਪੁੱਤ ਆਖੀ ਕਿ ਨਹੀਂ ਮੈਂ ਵੀ ਇਸੇ ਸੰਗਤ ਜਾਣਾ, ਪਿਓ ਕਹਿੰਦਾ ਨਾ ਪੁੱਤ ਮੈਂ ਵੇਖ ਆਇਆ, ਮੈਂ ਨਹੀਂ ਚਾਹੁੰਦਾ ਮੇਰਾ ਪੁੱਤ ਇਸ ਮਾੜੇ ਰਸਤੇ ਤੇ ਜਾਵੇ। ਤੇ ਪੁੱਤ ਆਖੇ ਜੇ ਪਿਓ ਤੂੰ ਇਹੀ ਕੀਤਾ ਤੇ ਮੈਂ ਵੀ ਕਰਨਾ। ਪਿਓ ਬਹਿ ਰਿਹਾ, ਉਹ ਜ਼ਹਿਰ ਖਾ ਕੇ ਆਇਆ ਪਰ ਹੁਣ ਬੰਦਾ ਬਣ ਗਿਆ ਤੇ ਉਹ ਕਹਿ ਰਿਹਾ ਪੁੱਤ ਤੂੰ ਨਾ ਖਾਏ। ਭੱਟ ਕੀਰਤ ਜੀ ਇਹੀ ਸਮਝਾਣੇ, ਵਿਖੈ ਵਿਖ ਖਾਈ। ਕੰਨਾਂ ਨੂੰ ਸਮਝਾਇਆ ਕਿ ਸੁਣਨਾ ਨਹੀਂ, ਤੁਸਾਂ ਵਿਸ਼ੇ ਵਿਕਾਰਾਂ ਨੂੰ ਨਹੀਂ ਸੁਣਨਾ। ਅੱਖਾਂ ਨੇਤਰਾਂ ਨੂੰ ਸਮਝਾਇਆ। ਮਲ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇੱਥੇ ਅੱਖਾਂ ਤਾਂ ਪਰਾਇਆ ਰੂਪ ਤੱਕਦੀਆਂ ਨੇ, ਇੱਥੇ ਤੇ ਅੱਖਾਂ ਤੇ ਪਰਾਏ ਧਨ ਵੱਲ ਰੱਖ ਕੇ ਬੈਠੀਆਂ ਨੇ। ਆਪਣੀ ਥਾਲੀ ਵਿੱਚ ਕੀ ਅਸੀਂ ਇਹ ਵੱਲ ਨਹੀਂ ਝਾਕਦੇ, ਲਾਗੇ ਗੁਆਂਢੀਆਂ ਦੀ ਥਾਲੀ 'ਚ ਕੀ ਪਿਆ ਇਹ ਝਾਕਦੇ ਹਾਂ। ਸਾਡੇ ਘਰ ਦੀ ਜਿਹੜੀ ਖੁਸ਼ੀ ਹੈ ਅਸੀਂ ਉਹਦੇ ਵਿੱਚ ਸਬਰ ਤੇ ਸੰਤੋਖ ਨਹੀਂ ਰੱਖਦੇ। ਗਵਾਂਢੀਆਂ ਦੇ ਘਰ ਮੂਹਰੇ ਬਾਰ ਮੂਹਰੇ ਗੱਡੀ ਖੜੀ ਹੈ ਨਾ, ਸਾਡੇ ਕੋਲ ਸਕੂਟਰ ਹੈ, ਕਾਰ ਹੈ, ਮੋਟਰਸਾਈਕਲ ਹੈ, ਸਬਰ ਨਹੀਂ। ਗਵਾਂਢੀਆਂ ਦੀ ਕਾਰ ਜਿਹੜੀ ਅੱਖਾਂ ਨੂੰ ਦਿਖਾਉਂਦੀ ਹੈ, ਹਾਏ ਵੱਡੀ ਕਾਰ ਲੈ ਲਈ ਇਹਨਾਂ ਨੇ। ਮਲ ਕਹਿੰਦੇ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖ।
तेरियां अखां देखण ही वाहिगुरू परमात्मा नूं सच्चे पातशाह इन्हां नूं दित्ती है, इन्हां दे पैरां पिछे सानूं भी देई मालका, वधाइयां इन्हां नूं, दातिया इन्हां नूं वढाउणी हंडाउणी होवे पातशाह, ये नेतरे मेरे ये करन। फिर पातशाह जी कहंदे ने इस जग दे विच तैनूं सारा कुछ की वो परमात्मा ये विस संसार तू मुझे देखदा, ये हर का रूप है। अखां दे नाल असीं हरि दा रूप तक्कण दा यतन करदे हां, पर गुस्ताखी ली खेमा अपनी धी अपनी भैन सानूं भैन नज़र आउंदी है। गुस्ताखी ली खेमा अड़े रखड़ी दा त्योहार है ना, ये याद ही हो कराउंदा है। ते गुट ते रखड़ी जिन्हें बन्नी है उही भैन है। गवांढणां दे विच गवांढियां दे विच जिहड़ी कुड़ी है वो तेरी भैन नहीं है। ਉਹਦੇ ਵੱਲ ਪਰਾਈ ਨਿਗਾਹ ਨਾਲ, बुरी निगाह ਨਾਲ तू वेख सकदा है, पर गुट ते बन्नी वाल वेख नहीं सकदा, क्योंकि ये तेरी भैन वो तैनूं चेते कराउंदी है। पर मालिक दी बाणी कहंदी है इस संसार तू मुझे देखदा ही हर का रूप है। देख पराइयां चंगियां मावां भैणां धीआं जाने, रखड़ी वाला दिन आउणा चाहिदा। ਵੱਡੇ ਵੱਡੇ ਸਲੋਗਨ ਇਹ ਭਾਈ ਗੁਰਦਾਸ ਜੀ ਦੇ ਲਵਾਉਣੇ ਚਾਹੀਦੇ ਸਨ ਕਿ ਰਖੜੀ ਦਾ ਦਿਨ ਆ ਜੇ ਦਿਨ, ਚੇਤਾ ਰੱਖਿਓ ਰਖੜੀ ਵਾਲੇ ਦਿਨ ਜਿਨ੍ਹਾਂ ਨੇ ਹੱਥਾਂ ਉੱਤੇ ਗੁੱਟਾਂ ਉੱਤੇ ਰਖੜੀਆਂ ਬੰਨੀਆਂ। ਜਦੋਂ ਅਬਦਾਲੀ ਹਮਲਾ ਕਰਦਾ ਸੀ ਆਪਣੀਆਂ ਭੈਣਾਂ ਦੇ ਡੋਲੇ ਆਪ ਦਿੱਤੇ ਸੀ ਉਹਨਾਂ ਨੇ, ਜਿਨ੍ਹਾਂ ਦਾ ਤਿਉਹਾਰ ਹੈ। ਖਾਸ ਕਰਕੇ ਗੁਸਤਾਖੀ ਲਈ ਖਿਮਾ ਮੈਂ ਫੇਰ ਬੇਨਤੀ ਕਰ ਲੱਗਾ, ਮੈਂ ਕਿਸੇ ਦੇ ਧਰਮ ਤੇ ਕਟਾਕਸ਼ ਨਹੀਂ ਕਰ ਲੱਗਾ। ਦੁਨੀਆ ਦੇ ਵਿੱਚ 90% ਲੋਕ ਨੇ ਜਿਹੜੇ ਰੱਖੜੀ ਦਾ ਦਿਨ ਨਹੀਂ ਮਨਾਉਂਦੇ। 90% ਮੁਸਲਮਾਨ ਨਹੀਂ ਮਨਾਉਂਦੇ, ਗੋਰੇ ਨਹੀਂ ਮਨਾਉਂਦੇ, ਕਿ ਉਹਨਾਂ ਦੇ ਪਰਿਵਾਰਾਂ ਵਿੱਚ ਭੈਣ ਭਰਾ ਦਾ ਪਿਆਰ ਨਹੀਂ ਹੈ। ਹੁਣ ਚੇਤਾ ਰੱਖਿਓ ਕਿ ਛੋਟੀ ਜਿਹੀ ਬੇਨਤੀ ਕਰ ਲੱਗਾ ਇਸ ਵਿਸ਼ੇ ਤੋਂ ਪਹਿਲਾਂ ਮੈਂ ਭੱਟ ਕੀਰਤ ਜੀ ਦੀ ਸਵਈਆ ਜਿਹੜਾ ਇੱਕੋ ਪੰਕਤੀ ਤੁਹਾਡੇ ਸਾਹਮਣੇ ਰੱਖਣੀ। ਭੱਟ ਕੀਰਤ ਜੀ ਕਹਿੰਦੇ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਅੰਮ੍ਰਿਤ ਰੂਪੀ ਬਾਣੀ ਨੂੰ, ਅੰਮ੍ਰਿਤ ਰੂਪੀ ਚੰਗੇ ਵਿਚਾਰਾਂ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਵਿੱਚ ਪੈਣਾ, ਮਾੜੀਆਂ ਚੀਜ਼ਾਂ ਵੱਲ ਪੈਣਾ ਤੇ ਦੂਰ ਨਾ ਜਾਈਏ। ਸਭ ਤੋਂ ਵੱਡੀ ਭੈੜੀ ਸੰਗਤ ਤੇ ਚੰਗੀ ਸੰਗਤ ਸਾਡੇ ਹੱਥ ਵਿੱਚ ਹੈ, ਸਾਡਾ ਆ ਮੋਬਾਈਲ ਫੋਨ। ਇੱਥੇ ਚੰਗੀ ਸੰਗਤ ਵੀ ਹੈ, ਚੰਗੀਆਂ ਗੱਲਾਂ, ਚੰਗੇ ਵਿਚਾਰ, ਮੋਟੀਵੇਸ਼ਨ ਲੈਕਚਰ ਜੇ ਅਸੀਂ ਬੱਚੇ ਨੂੰ ਸੁਣਾਵਾਂਗੇ ਸੁਣਾਂਗੇ ਤੇ ਚੰਗੀ ਸੰਗਤ ਹੈ। ਮੋਬਾਈਲ ਦੇ ਨਾਲ ਵੀ ਚੰਗੀ ਸੰਗਤ ਹੈ, ਪਰ ਜੇ ਘਰ ਦੇ ਵਿੱਚ ਇਕਾਂਤ ਵਿੱਚ ਬੈਠਾ ਬੱਚਾ ਮੋਬਾਈਲ ਫੋਨ ਤੇ ਗੇਮ ਹੀ ਖੇਡੀ ਜਾ ਰਿਹਾ ਤੇ ਮਾੜੀ ਸੰਗਤ ਹੈ। ਇਹ ਵਿਖੇ ਵਿਕਾਰਾਂ ਦੀ ਸੰਗਤ ਹੈ। ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਛਾੜ ਚੰਗੀ ਸੰਗਤ ਛੱਡ ਕੇ ਵਿਖੇ ਵਿਖ ਖਾਏ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਮਾਇਆ ਮੋਹ ਭਰਮ ਪੈ ਭੁੱਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਮਾਇਆ, ਹੁਣ ਚੇਤਾ ਰੱਖਿਓ ਮਾਇਆ ਸਿਰਫ ਧਨ ਨਹੀਂ ਕਿ ਜਿਹੜਾ ਹੱਥ ਵਿੱਚ ਸਾਹਮਣੇ ਰੁਪਈਆ, ਕਿਉਂਕਿ ਇਹ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੌਲਤ ਗੁਜ਼ਰਾਨ ਕਿਹਾ, ਇਹ ਗੁਜ਼ਰਾਨ ਹੈ। ਦੌਲਤ ਤੋਂ ਬਿਨਾਂ, ਪੈਸੇ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ। ਅੱਜ ਕਿਸਾਨ ਬੈਠੇ ਆ ਦਿੱਲੀ ਬਾਰਡਰਾਂ ਦੇ ਉੱਤੇ, ਕਾਹਦੇ ਲਈ ਬੈਠੇ ਨੇ? ਕਿ ਸਾਡੀਆਂ ਫਸਲਾਂ ਦਾ ਮੁੱਲ ਸਹੀ ਪੈ ਜੇ, ਤੇ ਮੁੱਲ ਪਏਗਾ ਤੇ ਸਾਡੇ ਘਰਾਂ ਦੇ ਵਿੱਚ ਪੈਸਾ ਆਏਗਾ ਤੇ ਸਾਡੇ ਬੱਚਿਆਂ ਦੀਆਂ ਫੀਸਾਂ ਤਰਨਗੀਆਂ। ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਹੁਣ ਇੱਥੇ ਪਾਤਸ਼ਾਹ ਜੀ ਮਾਇਆ ਕਿਹਨੂੰ ਕਹਿ ਰਹੇ? ਮਾਇਆ ਮੋਹ, ਮੋਹ ਰੂਪੀ ਜਿਹੜੀ ਮਾਇਆ ਹੈ। ਹਾਏ ਮੇਰਾ ਪੁੱਤ, ਹਾਏ ਮੇਰੀ ਮਾਂ, ਹਾਏ ਮੇਰਾ ਪਿਓ, ਆ ਹਾਏ ਜਿਹੜਾ ਆ ਇਹ ਮੋਹ ਹੈ। ਤੇ ਜੇ ਕਿਤੇ ਮੋਹ ਵੱਲ ਵੇਖੀਏ, ਅਸੀਂ ਉਹਨਾਂ ਪਿਆਰ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਕਰਦੇ ਜਿੱਦਾਂ ਦਸਮ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਪਿਆਰ ਕੀਤਾ। ਸਾਡਾ ਪਿਆਰ ਤੇ ਦਸਮ ਪਾਤਸ਼ਾਹ ਦੇ ਪਿਆਰ ਸਾਹਮਣੇ ਇੱਕ ਕਿਣਕਾ ਵੀ ਨਹੀਂ ਹੈ। ਦਸਮ ਪਾਤਸ਼ਾਹ ਕਿੰਨਾ ਪਿਆਰ ਕਰਦੇ ਉਹਨੇ ਅੱਖਾਂ ਦੇ ਸਾਹਮਣੇ। ਜਿਸ ਮੇਰੇ ਮਾਲਕ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਛਾਤੀ ਵਿੱਚ ਤੀਰ ਖੁੱਭਦੇ ਵੇਖਣਗੇ ਹੋਣਗੇ ਤੇ ਮਾਲਕ ਕਿੰਨਾ ਸ਼ੁਕਰਾਨਾ ਕਰਦਾ ਹੋਏਗਾ। ਇੱਥੇ ਤੇ ਸਾਡੇ ਬੱਚੇ ਨੂੰ ਕਿਤੇ ਸੂਈ ਵੀ ਚੁੱਭ ਜਾਵੇ ਤੇ ਬਿਓ ਦੀਆਂ ਧਾਹਾਂ ਨਿਕਲ ਜਾਂਦੀਆਂ ਨੇ। ਇਹ ਮੋਹ ਹੈ। ਮੈਂ ਨਹੀਂ ਕਹਿੰਦਾ ਕਿ ਸਾਡੇ ਪੁੱਤ ਨੂੰ ਸੱਟ ਲੱਗੇ, ਕੋਈ ਮਾਰ ਕੁੱਟੇ ਤੇ ਅਸੀਂ ਮੂਹਰੇ ਖੜੇ ਹੋ ਕੇ ਵੇਖਦੇ ਰਹੀਏ। ਮੈਂ ਇਹ ਨਹੀਂ ਗੱਲ ਕਹਿ ਰਿਹਾ, ਬੇਨਤੀ ਕਰ ਰਿਹਾ। ਮੋਹ, ਜਿੱਥੇ ਮੋਹ ਹੁੰਦਾ ਨਾ, ਤੇ ਮੋਹ ਕੀ ਕਹਿੰਦਾ ਆ? ਪੁੱਤ ਕਹਿੰਦਾ ਆ ਬਾਪੂ ਮੈਂ ਸਿਰ ਤੇ ਪੱਗ ਨਹੀਂ ਬੰਨਿਆ ਕਰਨੀ, ਭਾਰੀ ਲੱਗਦੀ ਮੈਨੂੰ, ਤੇ ਜੇ ਮੈਨੂੰ ਵਾਲ ਨਹੀਂ ਕਟਾਉਣ ਦੇਣੇ, ਪੱਗ ਨਹੀਂ ਲਾਉਣ ਦੇਣੀ, ਤੇ ਵੇਖੀ ਮੈਂ ਮਰ ਜਾਣਾ ਕੁਝ ਖਾ ਕੇ। ਤੇ ਪਿਓ ਕਹਿੰਦਾ ਨਾ ਵੇ ਪੁੱਤ ਐ ਨਾ ਕਰੀ, ਤੂੰ ਤੇ ਮੇਰਾ ਕੱਲਾ ਕੱਲਾ ਪੁੱਤ ਆ ਤੇਰੀਆਂ 3 ਭੈਣਾਂ, ਤੈਨੂੰ ਐਸੇ ਦਿਨ ਲਈ ਅਸੀਂ ਜੰਮਿਆ ਸੀ। ਆ ਭੈਣਾਂ ਨੇ ਗੁੱਟਾਂ ਤੇ ਤੇਰੀ ਰੱਖੜੀ ਕਾਹਦੇ ਤੇ ਬੰਨੀ ਹੈ? ਤੂੰ ਇਹ ਗੱਲ ਆਖੇ ਕਿ ਮੈਂ ਨਾ ਪੁੱਤ ਵਾਲ ਨਾ ਕਟਾਈ, ਆਪਣਾ ਮਰਨ ਦਾ ਨਾਂ ਨਾ ਲਈ, ਜਾਂ ਕੋਈ ਗੱਲ ਨਹੀਂ ਵਾਲ ਕਟਾ ਲਾ, ਕਿਉਂਕਿ ਉਹਦੀ ਸੰਗਤ ਇਵੇਂ ਦੀ ਹੈ ਨਾ। ਉਹ ਕਹਿੰਦਾ ਵਾਲ ਕਟਾ ਲਾ। ਆ ਮੋਹ ਹੈ। ਤੇ ਪਿਓ ਆਖੇ ਪੁੱਤ ਕਿ ਜਿਸ ਪਾਤਸ਼ਾਹ ਦੇ ਅਸੀਂ ਚਰਨਾਂ ਦੇ ਵਿੱਚ ਰੋਜ਼ਾਨਾ ਨਮਸਤਕ ਹੁੰਦੇ ਆ, ਉਹਨੇ ਸਾਡੀ ਖਾਤਰ
अपनी लखते जिगर चरवा दिते इस सिक्खी की खातर। ते मालिक ये कहता रहत प्यारी मुझको सिख प्यारा नहीं। वो कहता मैनू सिख दे नाल नहीं प्यारा, सिख नहीं इन्ना प्यारा जिन्ना सिख दी सिक्खी प्यारी है। पुत तेरे नाल प्यार अथाह आ, जो मंगेगा तेनू मिलेगा। पर जे तू सिक्खी तो बेमुख होएगा ना तो तेनू जायदाद दे विचों भी बेमुखा कर देगा, जा तेरी लोड़ कोई नहीं। यह है प्यार। ते प्यो पुत दे मूँह ते सट वजदी है, मेरा बाप जिहड़ा सिक्खी नूं इन्ना प्यार करदा आ, जे किते मैं अपने बाप नूं इन्ना प्यार करन लग जावां ते प्यो तो अपना सब कुछ पहला जिउंदे जी मैनू दे देगा, धक्के नाल नहीं अंगूठा लवाउणा पेगा, जिउंदे जी दे देगा। रहो विचार। पटकीर जी कहते माया मोह परम पै पुले सुत दारा स्यों प्रीत लगाए। सुत कहते पुत्र, दारा कहते औरत, इन्हां दे नाल प्रीत लगा ली ते रब नूं भुल गया। फिर अगे पातशाह भटकीर जी कहते हैं एक उत्तम पंथ सुनियो गुर संगत है। सतसंगी जनो मैनू एक वधिया रस्ता लभ गया, केड़ा तेहे मिलंत जम त्रास मिटाई। गुरु की संगत विच बैठ के, जदों मैं गुरु की संगत की, उन्होंने संगत विच बैठ के उन्होंने मिलदिया ही मेरे जमां दा त्रास जिहड़ा मेरे अंदरों मुक गया। एक उत्तम पंथ आ रस्ता मैनू मिल गया। फिर भटकीर जी कहते हैं पए पातशाह धन गुरु रामदास साहब जी किरपा करियो अपने चरनां नाल जोड़ के रखियो। एक अरदास पाठ कीरत की गुरु रामदास राखो शरणा। अपने चरनां नाल जोड़ के रखिया जी। सवेरे उठ के ना एक बारी अमृतसर दे वासियों एक सवैया गाया करो, मालका अपने चरनां नाल जोड़ के रखी, सानू भी जोड़ी, साडे गवांढियां नूं भी जोड़ी, गवांढियां दे धी पुत्तां नूं भी चरनां नाल जोड़ के रखेगा। मालक मेरे बच्चे भी उहदी संगत विच ने, वो अपने आप तेरे चरनां नाल जुड़ के ने। आखो सतनाम। अज दा दिन जिहड़ा रखड़ी दा दिन है, मैं तुहाडे सन्मुख वो रखण लगा कि ये त्यौहार किवें है, किवें जुड़ गया। सिखिज्म दा है सी कि नहीं हैगा, हिंदू धर्म दा है सी कि नहीं हैगा, इहदा पिछोकड़ तुहाडे सन्मुख रख लगा थोड़े समय वास्ते। धन गुरु नानक साहब महाराज जियां दा आगमन क्यों होया, असीं कई बारी सवाल करते हैं पर इसदा जवाब नहीं मंगण दा यतन करते। पर भट्ट भगत भाई गुरदास जी ने दिता है। भाई गुरदास जी कहते हैं सुनी पुकार दातार प्रभ गुर नानक जग मह पठाया। हुण चेता रखो जिहड़ी सुनी पुकार है ना, ਇਹਦਾ मतलब ਕਿਸੇ ਦੇ ਉੱਤੇ बहुत सारा अत्याचार ਹੁੰਦਾ ਹੋਵੇ ना, ਉਹਦੀਆਂ ਚੀਕਾਂ ਵੱਜਦੀਆਂ, ਉਹਦੀਆਂ ਚੀਕਾਂ ਤੇ ਚੀਕਾਂ ਵੱਜਣ ਤੋਂ ਬਾਅਦ ਪੁਕਾਰ ਸੁਣੀ ਜਾਂਦੀ ਹੈ। ਤੇ ਚੀਕਾਂ ਕਿਹਦੀਆਂ ਵੱਜ ਰਹੀਆਂ ਸਨ? ਇਸ ਧਰਤੀ ਦੀਆਂ, ਇਸ ਮਾਤ ਲੋਕ ਦੀਆਂ। ਇਸ ਮਾਤ ਲੋਕ ਤੇ ਇੰਨੇ ਕੁ ਜਿਹੜੇ ਲੋਕਾਂ ਦੇ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋ ਗਏ, ਧਰਤੀ ਨੇ ਵੀ ਕਿਹਾ ਕਿ ਮੈਂ ਤੇ ਇੰਨਾ ਅਤਿਆਚਾਰ ਵੇਖ ਨਹੀਂ ਸਕਦੀ ਜਿਵੇਂ ਹੁਣ ਹੋ ਰਿਹਾ ਨਾ। ਹੁਣ ਥੋੜੀ ਸਿਆਣਪ ਆਈ ਐ, ਅਸੀਂ ਦਿਨੋਂ ਦਿਨ ਰੁੱਖ ਕੱਟਣੇ ਸ਼ੁਰੂ ਕਰ ਦਿੱਤੇ ਸੀ। ਤੇ ਕੁਦਰਤ ਵੀ ਕਹਿੰਦੀ ਹੈ ਨਾ ਕਿ ਜੇ ਤੂੰ ਮੇਰੀ ਬਣਾਈ ਚੀਜ਼ ਨੂੰ ਕੱਟੇਗਾ ਤੇ ਜਾਂ ਤੈਨੂੰ ਸਾਹ ਆਉਣੇ ਬੰਦ ਕਰ ਦੂੰਗੀ। ਤੇ ਜਦੋਂ ਹੁਣ ਸਾਨੂੰ ਪਤਾ ਲੱਗਾ ਕਿ ਸਾਹ ਔਖਾ ਹੋ ਜਾਣਾ, ਰੁੱਖ ਨਾ ਲਾਏ, ਤੇ ਧੜਾ ਧੜਾ ਅਸੀਂ ਰੁੱਖ ਲਾਉਣੇ ਸ਼ੁਰੂ ਕਰ ਦਿੱਤੇ। ਗੁਸਤਾਖੀ ਲਿਖੇ ਮੈਂ ਇੱਕ ਬੇਨਤੀ ਕਰ ਲੱਗਾ, ਮੈਂ ਨਹੀਂ ਕਹਿੰਦਾ ਵੋਟਾਂ ਜਿਹਨੂੰ ਮਰਜ਼ੀ ਪਾਓ, ਪਰ ਕਈ ਵਾਰੀ ਵੇਖਿਓ ਅਸੀਂ ਵਿਕਾਸ ਦੇ ਨਾਂ ਦੇ ਜਿੰਨਾ ਉਜਾੜਾ ਕੀਤਾ ਨਾ, ਵਿਕਾਸ ਦੇ ਨਾਂ ਦੇ ਉੱਤੇ ਸ਼ਾਇਦ ਹੈ ਕਿਸੇ ਦੇਸ਼ ਨੇ ਕੀਤਾ ਹੋਵੇ ਜਿੰਨਾ ਸਾਡਾ ਖਾਸ ਕਰਕੇ ਪੰਜਾਬ ਨੇ ਕੀਤਾ ਆ। ਵਿਕਾਸ ਦੇ ਨਾਂ ਤੇ ਉਜਾੜਾ। ਛੋਟੀਆਂ ਸੜਕਾਂ ਸਨ, ਸੜਕਾਂ ਦੇ ਦੋਨਾਂ ਪਾਸੇ ਰੁੱਖ ਲੱਗੇ ਹੋਏ ਸਨ। ਵਾਈ ਜੀ ਸੜਕਾਂ ਚੌੜੀਆਂ ਕਰਨੀਆਂ ਜੀ, ਅਸੀਂ ਵੀ ਕਹਿੰਦੇ ਕਿ ਚੌੜੀ ਪਿੰਡ ਨੂੰ ਛੇਤੀ ਜਾਵਾਂਗੇ, ਚੌੜੀ ਸੜਕ ਹੋਣੀ ਚਾਹੀਦੀ ਹੈ। ਇੱਕ ਪਾਸੇ ਜਾਣ ਆਉਣ 'ਤੇ ਘੰਟਾ ਲੱਗਦਾ ਸੀ, ਹੁਣ ਅੱਧੇ ਘੰਟੇ 'ਚ ਪਿੰਡ ਚੱਲ ਜਾਈਏ। ਮੇਰੇ ਪਿੰਡ ਨੂੰ ਜਿਵੇਂ ਰਾਣੀਆਂ ਬਾਰਡਰ ਨੂੰ ਜਾਈਏ ਨਾ, ਤੇ ਬੜੀਆਂ ਚੌੜੀਆਂ ਸੜਕਾਂ ਬਣ ਗਈਆਂ, ਚੰਗੀਆਂ ਲੱਗਦੀਆਂ ਕਿਉਂਕਿ ਰੁੱਖ ਸਾਰੇ ਵੱਢੇ ਗਏ, ਪਤਾ ਨਹੀਂ ਲੱਗਦਾ ਕਿਹੜਾ ਅੱਡਾ ਆ ਗਿਆ ਕਿਹੜਾ ਚਲੇ ਗਿਆ। ਖੈਰ ਵਿਕਾਸ ਕੀਤਾ, ਚੌੜੀਆਂ ਸੜਕਾਂ ਕਰ ਦਿੱਤੀਆਂ, ਪਰ ਜਿਹੜੇ ਹੈ ਉਜਾੜਾ ਕੀਤਾ ਸੀ ਉਹਦੀ ਭਰਪਾਈ ਨਹੀਂ ਕੀਤੀ, ਰੁੱਖ ਨਹੀਂ ਲਾਇਆ ਕੋਈ। ਇੱਕ ਨਹੀਂ ਅਨੇਕਾਂ ਹੀ ਪੰਜਾਬ ਦੇ ਵਿੱਚ ਇਤਨਾ ਹੋਇਆ, ਇੱਕ ਨਹੀਂ ਅਨੇਕਾਂ। ਚੌੜੀਆਂ ਸੜਕਾਂ ਦਿਖ ਗਈਆਂ ਸਾਨੂੰ, ਪਰ ਜਿਹੜਾ ਉਜਾੜਾ ਉਹ ਨਹੀਂ ਦਿਖਿਆ, ਉਹਦੀ ਭਰਪਾਈ ਫਿਰ ਕੁਦਰਤ ਸਾਡੇ ਕੋਲ ਕਰਾਉਂਦੀ ਹੈ। ਭਾਵੇਂ ਅਸੀਂ ਆਪਣੇ ਘਰ 'ਚ ਬਹਿ ਕੇ ਕੋਈ ਰੁੱਖ ਵੀ ਨਾ ਵੱਢਿਆ ਹੋਵੇ, ਫਿਰ ਵੀ ਕੁਦਰਤ ਕਹਿੰਦੀ ਹੈ ਤੇਰੀਆਂ ਅੱਖਾਂ 'ਤੇ ਵੇਖਦੀਆਂ ਨਾ ਉਜਾੜਾ, ਤੂੰ ਬੋਲਦਾ ਕਿਉਂ ਨਹੀਂ ਹੈ? ਜਦੋਂ ਬੋਲੇਗਾ ਤੇ ਮੈਂ ਤੇਰੇ ਨਾਲ ਖੜੀ ਹਾਂ, ਮੈਂ ਤੈਨੂੰ ਸਾਹ ਵਿੱਚ ਪ੍ਰੋਬਲਮ ਨਹੀਂ ਆਉਣ ਦੇਵਾਂਗੀ। ਨਹੀਂ ਤੇ ਚੇਤਾ ਰੱਖਿਓ, ਨੌਜਵਾਨ ਬੱਚਿਆਂ ਨੂੰ ਵੀ ਸਾਹ ਦੀਆਂ ਪ੍ਰੋਬਲਮਾਂ ਆਉਣ ਲੱਗ ਪਈਆਂ।
ਚੰਗੇ ਭਲੇ ਬੱਚੇ ਨੂੰ ਕਿ ਫਲਾਣੇ ਦੀ ਆਕਸੀਜਨ ਘਟ ਗਈ ਜੀ, ਸੁਣਨ ਚ ਆਇਆ, ਪ੍ਰਲੋਕ ਸੁਧਾਰ ਗਿਆ, ਕਮੈਂਟ ਲੱਗਿਆ, ਵੱਖਰੀ ਗੱਲ, ਉਹਨੂੰ ਨਾ ਕਰੋਨਾ ਦਾ ਦੇ ਦਿੰਦੇ ਆ। ਪਰ ਕੁਦਰਤ ਬੜੀ ਵਿਸ਼ਾਲ ਹੈ, ਜਿਹਨੇ ਕੁਦਰਤ ਨਾਲ ਗੁਸਤਾਖੀ ਲਿਖੀ। ਮੈਂ ਸ਼ਬਦ ਵਰਤਣ ਲੱਗਾ, ਪੰਗਾ ਲਿਆ ਨਾ ਤੇ ਕੁਦਰਤ ਛੱਡਦੀ ਨਹੀਂ ਜੀ ਉਹਨੂੰ। ਮਾਲਕ ਦੀ ਬਾਣੀ ਦੇ ਬੋਲ ਚੇਤਾ ਰੱਖਿਓ, ਮਾਲਕ ਕਹਿੰਦੇ ਬਲਹਾਰੀ ਕੁਦਰਤ ਵਸਿਆ। ਉਹ ਕੁਦਰਤ ਦੇ ਵਿੱਚ ਵਸਦਾ ਆ, ਉਹ ਜ਼ਰੇ ਜ਼ਰੇ ਦੇ ਵਿੱਚ ਹੈ। ਜਦੋਂ ਅਸੀਂ ਰੁੱਖ ਲਾਏ ਨਹੀਂ ਅੱਜ ਤੱਕ, ਤੇ ਵੱਢਣ ਦਾ ਵੀ ਸਾਨੂੰ ਅਧਿਕਾਰ ਨਹੀਂ ਹੈ। ਰਹੋ ਵਿਚਾਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਪਹਿਲਾਂ ਇਸ ਧਰਤੀ ਤੇ ਬੜੇ ਪਾਪ ਹੋ ਗਏ ਸਨ, ਵੱਧ ਰਹੇ ਸਨ, ਵੱਖਰੀ ਗੱਲ ਅੱਜ ਵੀ ਚੱਲ ਰਹੇ ਨੇ। ਪਹਿਲਾਂ ਰਾਜਨੀਤਿਕ ਲੋਕਾਂ ਨੇ ਪ੍ਰਜਾ ਤੇ ਇਵੇਂ ਦੇ ਹਮਲੇ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਕਿ ਰਾਜੇ ਇਵੇਂ ਦੇ ਬਣ ਗਏ ਸੀ ਜਿਨ੍ਹਾਂ ਨੇ ਲੋਕਾਂ ਦਾ ਇਨਸਾਫ ਕਰਨਾ ਸੀ, ਲੋਕਾਂ ਦੀ ਆਵਾਮ ਦੀ ਆਵਾਜ਼ ਸੁਣਨੀ ਸੀ। ਜਦੋਂ ਕਿਸੇ ਦੀ ਦੁੱਖ ਤਕਲੀਫ ਹੋਵੇ, ਰਾਜਾ ਉਹਦੀ ਦੁੱਖ ਤਕਲੀਫ ਸੁਣ ਕੇ ਆਪਣੇ ਖਜ਼ਾਨੇ ਦੇ ਵਿੱਚੋਂ ਵੀ ਮੂੰਹ ਖੋਲ ਦਿੰਦਾ ਸੀ। ਕੋਈ ਗੱਲ ਨਹੀਂ, ਅੱਜ ਮੇਰੀ ਪ੍ਰਜਾ ਦੇ ਵਿੱਚ ਗਰੀਬੀ ਹੈ, ਮੇਰੇ ਖਜ਼ਾਨੇ ਭਰੇ ਪਏ ਨੇ, ਤੇ ਕੋਈ ਗੱਲ ਨਹੀਂ, ਮੈਨੂੰ ਘਾਟਾ ਪੈ ਜਾਵੇ ਪਰ ਮੇਰੀ ਪ੍ਰਜਾ ਨੂੰ ਨਾ ਕੁਝ ਹੋਵੇ। ਰਾਜੇ ਇਵੇਂ ਦੇ ਹੋਇਆ ਕਰਦੇ, ਬੇਅੰਤ ਰਾਜੇ ਇਵੇਂ ਦੇ ਹੋਏ ਨੇ। ਮੈਂ ਤੁਹਾਡੇ ਸਾਹਮਣੇ ਤੁਲਨਾ ਕਰਨ ਲੱਗਾ ਅੱਜ ਦੀ ਮੋਦੀ ਸਰਕਾਰ ਦੀ। ਉਹ ਕਹਿੰਦੇ ਸਾਡੇ ਖਜ਼ਾਨੇ ਭਰਨੇ ਚਾਹੀਦੇ ਨੇ, ਸਾਡੇ ਨੂੰ ਮਰਦੇ ਲੋਕੀ ਮਰ ਜਾਣ, ਕੋਈ ਪਰਵਾਹ ਨਹੀਂ। ਤੇ ਮਰ ਰਹੇ ਨਾ ਅੱਜ, ਉਹਨੂੰ ਕੋਈ ਤਕਲੀਫ ਹੈ? ਨਹੀਂ ਤੇ ਚੰਗਾ ਰਾਜਾ, ਚੰਗਾ ਹੁਕਮਰਾਨ ਆਪਣੀ ਪ੍ਰਜਾ ਦੀ ਪਹਿਲਾਂ ਦੁੱਖ ਤਕਲੀਫ ਸੁਣਦਾ ਆ। ਆਪ ਮਹਿੰਗੇ ਮਹਿੰਗੇ ਸੂਟ ਨਹੀਂ ਪਾਉਂਦਾ, ਉਹ ਆਪ ਮਹਿੰਗੀਆਂ ਗੱਡੀਆਂ 'ਚ ਮਹਿੰਗੇ ਖਾਣੇ ਨਹੀਂ ਖਾਂਦਾ। ਉਹ ਕਹਿੰਦਾ ਮੇਰੀ ਪ੍ਰਜਾ ਗਰੀਬ ਹੈ ਤੇ ਮੈਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਮੈਂ ਮਹਿੰਗਾ ਮਹਿੰਗਾ ਸੂਟ ਨਾ ਪਾਵਾਂ। ਗੁਸਤਾਖੀ ਲਿਖੀ, ਮੈਂ ਇੱਕ ਤੁਲਨਾ ਕਰਕੇ ਤੁਹਾਡੇ ਸਾਹਮਣੇ ਰੱਖੀ। ਪੁਰਾਤਨ ਸਮੇਂ ਦੇ ਵਿੱਚ ਤੇ ਅਜੋਕਾ ਸਮਾਂ ਬਿਲਕੁਲ ਮੇਲ ਖਾਂਦਾ, ਅੱਜ ਵੀ ਉਹੀ ਹਾਲਾਤ ਨੇ। ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਕਿ ਸੁਣੀ ਪੁਕਾਰ। ਉਸ ਵਕਤ ਰਾਜੇ ਜਿਹੜੇ ਸਨ ਸ਼ੀਂਹ ਬਣ ਗਏ ਸਨ, ਭਾਵ ਸ਼ੇਰ ਬਣ ਗਏ ਸਨ, ਤੇ ਉਹ ਜਨਤਾ ਦੇ ਉੱਤੇ ਬਿਨਾਂ ਵਜੋਂ ਟੈਕਸ ਲਾਇਆ ਕਰਦੇ ਸਨ। ਫਲਾਣਾ ਟੈਕਸ, ਜਿਵੇਂ ਅੱਜ ਵੀ GST ਲਾਤੀ, ਉਹ ਲਾਤੀ, ਤੇਲ ਤੇ ਲਾ ਦੇ ਟੈਕਸ, ਕਿਸੇ ਚੀਜ਼ ਤੇ ਟੈਕਸ, ਮਤਲਬ ਕਿ 4 ਸਪੇਰੋ ਲੋਕਾਂ ਨੂੰ ਖਤਮ ਕਰਨਾ ਹੈ। ਤੇਲ ਜਿਹੜਾ ਮਿਲਦਾ ਆ, ਪੈਟਰੋਲ ਜਿਹੜਾ ਨਾ, ਸਿਰਫ 35 ਰੁਪਏ ਸਾਡਾ ਆਪਣਾ ਪੈਂਦਾ, 35 ਰੁਪਏ। ਕਿਤੇ ਬਾਹਰ ਦਿੱਲੀ ਤੋਂ ਥੋੜਾ ਜਿਹਾ ਪਰੇ ਚੱਲ ਜਾਈਏ, ਉੱਥੇ ਬੜਾ ਸਸਤਾ ਹੈ। ਬੰਬੇ ਵਿੱਚ ਤੇਲ ਥੋੜਾ ਹੋਰ ਸਸਤਾ ਹੈ। ਸਭ ਤੋਂ ਮਹਿੰਗਾ ਪੰਜਾਬ ਦੇ ਵਿੱਚ ਹੈ। ਇੱਥੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ, ਉਹਨਾਂ ਦਾ ਟੈਕਸ ਜੁੜਦਾ, ਇੱਕ ਸੈਂਟਰ ਦਾ ਟੈਕਸ, ਫਿਰ ਪੰਜਾਬ ਦਾ ਟੈਕਸ, ਸਾਡੀ ਗੌਰਮੈਂਟ ਦਾ ਟੈਕਸ ਲਾ ਕੇ 108 ਰੁਪਏ ਤੱਕ ਸਾਨੂੰ ਤੇਲ ਮਿਲ ਰਿਹਾ, ਬਣਦਾ 35 ਰੁਪਏ ਹੈ। ਅਸੀਂ ਤੇਲ ਬਾਹਰਲੇ ਦੇਸ਼ਾਂ ਨੂੰ ਬੜਾ ਸਸਤਾ ਦੇ ਰਹੇ ਹਾਂ, ਭਾਰਤ ਵਾਲੇ ਖਰੀਦ ਕੇ ਆਪ, ਤੇ ਅੱਗੇ ਹੋਰ ਸਸਤਾ ਦੇ ਰਹੇ, ਪਰ ਆਪਣੀਆਂ ਜਨਤਾ ਨੂੰ, ਆਪਣੀ ਪ੍ਰਜਾ ਨੂੰ ਅਸੀਂ ਸਸਤਾ ਨਹੀਂ ਦੇਣਾ। ਭਾਈ ਗੁਰਦਾਸ ਜੀ ਲਿਖਦੇ ਨੇ, ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਰਾਜੇ ਸ਼ੀ ਮੁਕੱਦਮ ਕੁੱਤੇ। ਰਾਜਾ ਬਣ ਗਿਆ ਸ਼ੀ, ਸ਼ੇਰ, ਉਹਨੇ ਟੈਕਸ ਲਾਇਆ। ਅੱਗੋਂ ਜਿਹੜੇ ਮੁਕੱਦਮ ਨੇ, ਕੁੱਤੇ ਨੇ, ਅਗਲੀਆਂ ਸਰਕਾਰਾਂ ਜਿਹੜੀਆਂ ਨੇ, ਉਹ ਤਾਂ ਕੀ ਕਰਦੀਆਂ ਨੇ, ਉਹਨੇ ਟੈਕਸ ਥੋੜਾ ਲਾਇਆ, ਅੱਗੋਂ ਹੋਰ ਵੱਧ ਟੈਕਸ ਲਾ ਕੇ ਚੀਜ਼ਾਂ ਦੇ ਰਹੇ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਏ ਨੂੰ ਬੈਠੇ ਸੁੱਤੇ। ਆ ਜਿਹੜੇ ਸੁੱਤੇ ਨਾ ਦਿੱਲੀ ਬਾਰਡਰਾਂ ਦੇ ਉੱਤੇ, ਰਾਤ ਨੂੰ ਹੀ ਹਮਲਾ ਕਰ ਦਿੰਦੇ ਨੇ, ਕਦੀ ਕਿਸੇ ਦਾ ਕੋਈ ਤੰਬੂ ਸਾੜ ਦਿੰਦੇ ਨੇ, ਕਿਤੇ ਅੱਗ ਲਾ ਦਿੰਦੇ ਨੇ। ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਿਹੰਦਾ ਪਾਇਨ ਘਾਓ, ਰਤ ਪਿੱਤ ਕੁੱਟ ਹੋ ਚੱਟ ਜਾਓ। ਸ਼ੇਰ ਜਿਹੜਾ ਨਾ ਕਿਸੇ ਨੂੰ ਮਾਰਦਾ ਨਾ, ਜਦੋਂ ਉਹ ਸਾਰਾ ਨਹੀਂ ਖਾਂਦਾ, ਅਦਮ ਹੋਇਆ ਜਾ ਕਰਕੇ ਆਪਣੇ ਜਿੰਨੇ ਕੁ ਉਹਦੀ ਭੁੱਖ ਹੁੰਦੀ ਹੈ ਖੱਡ ਕੇ ਛੱਡ ਦਿੰਦਾ। ਪਰ ਜਿਹੜੇ ਜੰਗਲੀ ਕੁੱਤੇ ਹੋਇਆ ਕਰਦੇ ਨਾ, ਉਹ ਤੇ ਮਿੱਝ ਤੱਕ ਖਾ ਜਾਂਦੇ ਨੇ, ਉਹ ਤਾਂ ਹੱਡੀਆਂ ਤੱਕ ਚਬਾ ਜਾਂਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਇਹੀ ਹਾਲਾਤ ਰਾਜਨੀਤਿਕ ਲੋਕਾਂ ਦਾ ਆ। ਆਪ ਤੇ ਉਹ ਥੋੜਾ ਜਿਹਾ ਟੈਕਸ ਲਾਉਂਦਾ ਆ, ਪਰ ਅਗਲੇ ਬੰਨੇ ਜਿਹੜੇ ਕੁੱਤੇ ਹੁੰਦੇ ਨੇ, ਉਹ ਜਨਤਾ ਦਾ ਖੂਨ ਚੂਸਣ ਤੱਕ ਜਾਂਦੇ ਕਿ ਥੋੜਾ ਵੀ ਨਾ ਇਹਨਾਂ ਕੋ ਬਚੇ ਨਾ ਪਾਸ ਵੀ। ਕਿ ਜਿਨ੍ਹਾਂ ਪਰਿਵਾਰਾਂ ਦੇ ਕੋਲ 2000 ਰੁਪਈਆ ਮਰ ਕੇ ਹੁੰਦਾ, ਇਹਨਾਂ ਦੇ ਪੈਸੇ ਬੰਦ ਕਰ ਦੋ, ਇੱਕ ਤੇ ਸੜਕਾਂ ਤੇ ਆ ਜਾ ਰੁਲ ਜਾਣਗਾ। ਕਿ ਜਿਹੜਾ ਰਕਸ਼ਾ ਚਲਾ ਕੇ ਜਿਹੜਾ ਕਮਾਉਣ ਵਾਲਾ ਸੀ, ਜਿਹਨੇ ਰੋਜ਼ ਖੂਹ ਪੱਟ ਕੇ ਰੋਜ਼ ਪਾਣੀ ਪੀਣਾ, ਉਹਦੇ ਲਈ ਇੰਨਾ ਕੋ ਆਤਰ ਕਰ ਦਿੱਤਾ, ਲੋਕ ਫਾਹਾ ਲੈ ਕੇ ਮਰਨੇ ਸ਼ੁਰੂ ਹੋ ਗਏ। ਰਾਜਨੀਤਿਕ ਲੋਕਾਂ ਦਾ ਇਹ ਹਾਲ ਸੀਗਾ। ਤੇ ਭਾਈ ਗੁਰਦਾਸ ਜੀ ਨੇ ਇਹ ਲਿਖਿਆ, ਰਾਜਨੀਤਿਕ ਲੋਕਾਂ ਦਾ ਇਹ ਹਾਲ। ਫਿਰ ਸਮਾਜਿਕ ਜੀਵਨ ਦੇ ਉੱਤੇ ਵੀ ਪੱਧਰ ਚੰਗਾ ਨਹੀਂ ਸੀਗਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਮਦ ਤੋਂ ਪਹਿਲਾਂ ਦਾ ਸਮਾਜਿਕ ਪੱਧਰ ਦੇ ਉੱਤੇ ਲੋਕਾਂ ਦੇ ਆਪਸ ਵਿੱਚ ਵਿਤਕਰੇ ਸਨ। ਜੇ ਵੇਖਿਆ ਜਾਵੇ ਹਿੰਦੂ ਘਰਾਣਿਆਂ ਦੇ ਵਿੱਚ, ਹਿੰਦੂ ਧਰਮ ਦੇ ਵਿੱਚ
ਜਿਹੜਾ ਬ੍ਰਾਹਮਣ ਸੀਗਾ ਉਹ ਆਪਣੇ ਆਪ ਨੂੰ ਸ੍ਰੇਸ਼ਟ ਕਹਿੰਦਾ ਸੀ। ਬ੍ਰਾਹਮਣ ਕਹਿੰਦਾ ਮੈਂ ਬ੍ਰਹਮਾ ਦੇ, ਭਾਵ ਪਰਮਾਤਮਾ, ਬ੍ਰਹਮਾ ਕਹਿੰਦੇ ਪਰਮਾਤਮਾ ਨੂੰ, ਮੈਂ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ, ਮੈਂ ਸ੍ਰੇਸ਼ਟ ਹਾਂ ਤੇ ਮੈਂ ਉੱਚੀ ਪਦਵੀ ਤੇ ਬੈਠਾਂਗਾ। ਮੇਰੀ ਉੱਚੀ ਪਦਵੀ ਤੇ ਬੈਠਣ ਨਾਲ ਮੇਰੇ ਕੰਮ ਵੀ ਅਲੱਗ ਨੇ ਤੇ ਮੇਰੇ ਗਲ ਵਿੱਚ ਪਾਉਣ ਵਾਲਾ ਜਨੇਊ ਵੀ ਅਲੱਗ ਹੈ। ਉਹ ਕਹਿੰਦਾ ਮੇਰੇ ਗਲ ਦੇ ਵਿੱਚ ਰੇਸ਼ਮ ਦਾ ਧਾਗਾ ਤੇ ਮੇਰਾ ਕੰਮ ਸਿਰਫ ਮੰਦਰਾਂ ਦੇ ਵਿੱਚ ਬੈਠ ਕੇ ਵੇਦਾਂ ਦੇ ਮੰਤਰਾਂ ਨੂੰ ਉਚਾਰਨ ਕਰਨਾ, ਲੋਕਾਂ ਨੂੰ ਸੁਣਾਉਣਾ। ਬ੍ਰਾਹਮਣ ਕਹਿੰਦਾ ਮੈਂ ਮੁੱਖ ਤੋਂ ਪੈਦਾ ਹਾਂ, ਮੈਂ ਇਹ ਕੰਮ ਕਰਾਂਗਾ। ਫਿਰ ਬ੍ਰਾਹਮਣ ਨੇ ਹੀ ਆਪੇ ਘੜ ਕੇ ਖੱਤਰੀ ਬਣਾ ਕੇ, ਖਰਤੀ ਕਹਿੰਦਾ ਇਹ ਬਾਹਾਂ ਤੋਂ ਪੈਦਾ ਹੋਏ ਆ ਬ੍ਰਹਮਾ ਦੇ, ਤੇ ਬਾਹਾਂ ਤੋਂ ਪੈਦਾ ਹੋਏ ਆ, ਇਹਨਾਂ ਲਈ ਜਨੇਊ ਵੀ ਵੱਖਰਾ, ਇਹ ਕਪਾਹ ਦੇ ਧਾਗੇ ਦਾ ਜਨੇਊ ਪਾਉਣਗੇ ਤੇ ਕੰਮ ਵੀ ਵੱਖਰੇ ਨੇ। ਇਹਨਾਂ ਦਾ ਕੰਮ ਕੀ ਹੈ? ਇਹ ਹੱਥ ਵਿੱਚ ਤਲਵਾਰ ਫੜ ਕੇ ਲੜਨਗੇ। ਅਗਲੇ ਬੰਨੇ ਵੈਸ਼, ਬ੍ਰਾਹਮਣ ਕਹਿੰਦਾ ਜਿਹੜਾ ਵੈਸ਼ ਹੈ ਇਹ ਲੱਤਾਂ ਤੋਂ ਪੈਦਾ ਹੋਇਆ, ਬ੍ਰਹਮਾ ਦੀਆਂ ਲੱਤਾਂ ਤੋਂ ਪੈਦਾ ਹੋਇਆ ਤੇ ਇਹਦੇ ਕੰਮ ਅਲੱਗ ਨੇ, ਇਹਦਾ ਜਨੇਊ ਵੀ ਅਲੱਗ ਹੈ। ਇਹ ਸਣ ਦੇ ਧਾਗੇ ਦਾ, ਜਿਹਨੂੰ ਵਾਣ ਕਹਿੰਦੇ ਨੇ, ਵਾਣ ਦੇ ਧਾਗੇ ਦਾ ਗਲ ਵਿੱਚ ਜਨੇਊ ਪਾਏਗਾ। ਇਹਦਾ ਕੰਮ ਕੀ ਹੋਏਗਾ? ਸਿਰਫ ਵਪਾਰ ਕਰਨਾ, ਹੋਰ ਕੁਝ ਨਹੀਂ ਕਰਨਾ। ਹੁਣ ਚੌਥੇ ਨੰਬਰ ਤੇ ਆਉਂਦੇ ਆ ਸ਼ੂਦਰ, ਜਿਹਨੂੰ ਨੀਵੀਂ ਜਾਤ ਆਪਾਂ ਕਹਿ ਦਿੰਦੇ। ਬ੍ਰਾਹਮਣ ਕਹਿੰਦਾ ਜਿਹੜਾ ਸ਼ੂਦਰ ਹੈ ਇਹ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਇਆ ਤੇ ਜਿਹੜਾ ਪੈਰਾਂ ਤੋਂ ਪੈਦਾ ਹੋਇਆ ਪੈਰਾਂ ਵਿੱਚ ਹੀ ਰਹੇਗਾ ਤੇ ਇਹਦਾ ਕੰਮ ਕੀ ਹੈ? ਸਿਰਫ ਤੇ ਸਿਰਫ ਇਹਨੇ ਉਤਲੀਆਂ 3 ਜਾਤਾਂ ਦੀਆਂ ਸੇਵਾ ਕਰਨੀ ਹੈ। ਤੇ ਜੀ ਗਲ ਵਿੱਚ ਜਨੇਊ ਪਾ ਸਕਦਾ? ਕਹਿੰਦਾ ਨਹੀਂ, ਬਿਲਕੁਲ ਨਹੀਂ, ਇਹਦੇ ਵਿੱਚ ਗਲ ਵਿੱਚ ਪਾਉਣ ਲਈ ਕੋਈ ਜਨੇਊ ਨਹੀਂ ਹੈਗਾ। ਕਿਉਂਕਿ ਬ੍ਰਾਹਮਣ ਕਹਿੰਦਾ ਜਿੰਨਾ ਚਿਰ ਕੋਈ ਜਨੇਊ ਨਹੀਂ ਪਾਉਂਦਾ ਉਹਦਾ ਹਿੰਦੂ ਘਰਾਣੇ ਵਿੱਚ ਜਨਮ ਹੀ ਨਹੀਂ ਹੁੰਦਾ। ਅਸੀਂ ਸੁਣਿਆ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਗਲ ਵਿੱਚ ਜਨੇਊ ਪਾਉਣ ਦੀ ਰਸਮ ਕੀਤੀ ਜਾਂਦੀ ਤੇ ਬ੍ਰਾਹਮਣ ਕਹਿੰਦਾ ਕਿ ਜਿੰਨਾ ਚਿਰ ਜਨੇਊ ਨਹੀਂ ਪਾਇਆ ਜਾਏਗਾ ਤੁਸੀਂ ਹਿੰਦੂ ਘਰਾਣੇ 'ਚ ਤੁਹਾਡਾ ਜਨਮ ਹੀ ਨਹੀਂ ਹੋਏਗਾ। ਹੁਣ ਚੇਤਾ ਰੱਖਿਓ, ਇੱਥੇ ਮੈਂ ਬੇਨਤੀ ਤੁਹਾਡੇ ਸਨਮੁਖ ਰੱਖਣ ਲੱਗਾ, ਜਿਹੜੇ ਸਾਡੇ ਖਾਸ ਕਰਕੇ ਸਿੱਖ ਪਰਿਵਾਰ ਅਨਭੋਲ ਹੀ, ਅਨਭੋਲ, ਇੱਕ ਤਾਂ ਹੁੰਦਾ ਨਾ ਭੋਲੇਪਣ, ਇੱਕ ਅਣਭੋਲ ਉਹ ਤੋਂ ਵੀ ਥੱਲੇ। ਕੀ ਹੁੰਦਾ, ਕਈ ਗੱਲਾਂ ਸਾਨੂੰ ਪਤਾ ਹੁੰਦੀਆਂ, ਕਈ ਪਤਾ ਹੀ ਨਹੀਂ ਹੁੰਦੀਆਂ। ਕਈ ਗੱਲਾਂ ਅਸੀਂ ਦੇਖਾ ਦੇਖੀ ਕਰਦੇ ਨੇ। ਹੁਣ ਦੇਖਿਓ ਕਿ ਧਾਗਾ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੈਗਾ ਕਿ ਨਹੀਂ ਹੈਗਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਗਲ ਵਿੱਚ ਜਨੇਊ ਪਾਉਣ ਲੱਗੇ ਤੇ ਮਾਲਕ ਨੇ ਪੰਡਤ ਹਰਦਿਆਲ ਦੀ ਬਾਂਹ ਫੜ ਲਈ। ਪੰਡਤ ਹਰਦਿਆਲ, ਇਹ ਕੀ ਹੈ? ਕਹਿੰਦੇ ਜੀ ਇਹ ਤੁਹਾਡਾ ਹਿੰਦੂ ਘਰਾਣੇ ਵਿੱਚ ਜਨਮ ਤਾਂ ਹੋਣਾ ਜੇ ਗਲ ਵਿੱਚ ਜਨੇਊ ਪਾਇਆ ਜਾਏਗਾ। ਪੰਡਤ ਜੀ ਇਹ ਕੀ ਕਰਦਾ ਹੈ? ਪੰਡਤ ਜੀ ਕਹਿਣ ਲੱਗੇ ਕਿ ਇਹਨੂੰ ਪਾਉਣ ਦੇ ਨਾਲ ਤੁਹਾਡਾ ਜਨਮ ਹੋਣਾ ਆ, ਕਿ ਉਹਨਾਂ ਚਿਰ ਤੁਹਾਡੇ ਘਰ ਤੁਸੀਂ ਹਿੰਦੂ ਘਰਾਣਿਆਂ ਦੇ ਵਿੱਚ ਜਨਮ ਨਹੀਂ ਮੰਨਿਆ ਜਾਏਗਾ ਜਿੰਨਾ ਚਿਰ ਇਹ ਨਹੀਂ ਪਾਉਂਦੇ। ਪੰਡਤ ਜੀ ਇਹ ਟੁੱਟ ਜਾਂਦਾ ਹੈ? ਪੰਡਤ ਜੀ ਕਹਿਣ ਲੱਗੇ, ਕਹਿੰਦੇ ਹਾਂ ਟੁੱਟਦਾ ਹੈ ਤੇ ਨਵਾਂ ਪਾ ਲੈਂਦੇ। ਪੰਡਤ ਜੀ ਇਹ ਮੈਲਾ ਵੀ ਹੁੰਦਾ ਆ? ਕਹਿੰਦੇ ਹਾਂ ਮੈਲਾ ਵੀ ਹੁੰਦਾ ਹੈ। ਪੰਡਤ ਜੀ ਇਹ ਅੱਗ ਵੀ ਲੱਗਦੀ ਇਹਨੂੰ? ਕਹਿੰਦੇ ਹਾਂ, ਇਹ ਧਾਗੇ ਦਾ ਬਣਿਆ ਕਪਾਹ ਦਾ ਧਾਗਾ ਤੇ ਇਹਨੂੰ ਅੱਗ ਵੀ ਲੱਗੇਗੀ। ਹੁਣ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਪੰਡਤ ਜੀ ਮੈਨੂੰ 9 ਸਾਲ ਹੋ ਗਏ ਆਪਣੇ ਘਰ ਦੇ ਵਿੱਚ ਆਏ ਨੂੰ, ਪਰ 9 ਸਾਲਾਂ ਦੇ ਵਿੱਚ ਮੈਂ ਆਪਣੀ ਭੈਣ ਦੇ ਗਲ ਵਿੱਚ ਇਹ ਪਾਇਆ ਦੇਖਿਆ ਨਹੀਂ। ਪੰਡਤ ਜੀ ਮੇਰੀ ਭੈਣ ਬੇਬੇ ਨਾਨਕੀ ਮੇਰੇ ਤੋਂ ਵੱਡੀ ਹੈ, 5 ਸਾਲ ਵੱਡੀ ਹੈ, ਕੀ ਉਹ ਇਹ ਪਾ ਸਕਦੀ ਹੈ ਧਾਗਾ? ਪੰਡਤ ਜੀ ਕਹਿਣ ਲੱਗੇ, ਕਹਿੰਦੇ ਨਹੀਂ ਗੁਰੂ ਨਾਨਕ ਤੇਰੀ ਭੈਣ ਇਹ ਜਨੇਊ ਨਹੀਂ ਪਾ ਸਕਦੀ। ਪੰਡਤ ਜੀ ਕਿਉਂ? ਕਹਿੰਦੇ ਕਿ ਹਿੰਦੂ ਧਰਮ ਜਿਹੜਾ ਆ ਇਹ ਅਲਾਉ ਨਹੀਂ ਕਰਦਾ, ਇਹਦੀ ਇਜਾਜ਼ਤ ਨਹੀਂ ਦਿੰਦਾ, ਭੈਣ ਨਹੀਂ ਪਾ ਸਕਦੀ। ਅੱਛਾ ਜੀ। ਪੰਡਤ ਜੀ ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ ਆ ਉਹਦੇ ਗਲ 'ਚ ਮੈਂ ਦੇਖਿਆ ਨਹੀਂ, ਉਹ ਪਾ ਸਕਦੀ ਹੈ? ਪੰਡਤ ਜੀ ਕਹਿਣ ਲੱਗੇ ਕਿ ਹੇ ਬਾਲਕ ਤੈਨੂੰ ਪਹਿਲਾਂ ਵੀ ਦੱਸਿਆ ਤੇਰੀ ਭੈਣ ਨਹੀਂ ਪਾ ਸਕਦੀ, ਭਾਵ ਔਰਤ ਹੈ ਉਹ। ਹਿੰਦੂ ਧਰਮ ਦੇ ਵਿੱਚ ਔਰਤ ਗਲ ਵਿੱਚ ਜਨੇਊ ਪਾ ਹੀ ਨਹੀਂ ਸਕਦੀ। ਹੁਣ ਦੇਖੋ ਸੱਚੇ ਪਾਤਸ਼ਾਹ ਜੀ ਨੇ ਜਿਸ ਭੈਣ ਦੇ, ਜਿਸ ਮਾਂ ਦੇ ਗਲ ਵਿੱਚ ਧਾਗਾ ਨਹੀਂ ਪਾਇਆ ਵੇਖਿਆ, ਇਹ ਕਿਵੇਂ ਹੋ ਸਕਦਾ ਕਿ ਆਪਣੀ ਭੈਣ ਕੋਲੋਂ ਧਾਗਾ ਹੱਥ ਤੇ ਬਣਵਾ ਲਿਆ ਹੋਵੇ? ਅੱਖ ਸਤਨਾਮ, ਇਹ ਕਿਵੇਂ ਹੋ ਸਕਦਾ? ਪੰਡਤ ਜੀ ਨੂੰ ਕਹਿਣ ਲੱਗੇ, ਪੰਡਤ ਜੀ ਜਿਹੜਾ ਤੁਸੀਂ ਜਨੇਊ ਦੇ ਰਹੇ ਹੋ, ਜਿਹੜਾ ਧਾਗਾ ਦੇ ਰਹੇ ਹੋ ਗਲ 'ਚ ਪਾਉਣ ਲਈ, ਮੈਨੂੰ ਇਹ ਧਾਗੇ ਦੀ ਲੋੜ ਨਹੀਂ। ਪੰਡਤ ਹਰਦਿਆਲ ਨੇ ਮੰਤਰ ਮਾਰ ਕੇ ਉਚਾਰਨ ਕਰਕੇ ਜਨੇਊ ਰੂਪੀ ਧਾਗਾ ਕਪਾਹ ਦਾ ਹੱਥ ਵਿੱਚ ਫੜਿਆ ਤੇ ਪਾਤਸ਼ਾਹ ਜੀ ਕਹਿੰਦੇ ਜੇ ਤੇਰੇ ਕੋਲ ਜਨੇਊ ਜਿਹੜਾ ਮੈਂ ਮੰਗਦਾ ਜੇ ਤੂੰ ਦੇ ਦੇਵੇਂ ਮੈਂ ਤੇਰਾ ਪਾਲਾਂਗਾ ਜਨੇਊ। ਪੰਡਤ ਹਰਦਿਆਲ ਕਹਿੰਦਾ ਕੋਈ ਗੱਲ ਨਹੀਂ ਆ, ਦੱਸ ਕਿਹੜਾ ਬਾਲਕ ਚਾਹੀਦਾ ਜਨੇਊ?
ਮਾਲਕ ਨੇ ਬਾਣੀ ਦੀ ਪੰਕਤੀ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਸ਼ਲੋਕ। ਮਾਲਕ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨਿਉ ਜੀ ਕਾ ਹਾਈ ਤਾਂ ਪਾਂਡੇ ਘੱਤ। ਮੈਨੂੰ ਦਇਆ ਦੀ ਕਪਾਹ ਚਾਹੀਦੀ, ਜਿਹੜੀ ਕਪਾਹ ਤੂੰ ਲਈਦਾ, ਇਹ ਕਪਾਹ ਦਾ ਨਹੀਂ ਬਣੇਗਾ ਜਨੇਊ। ਮੇਰਾ ਜਨੇਊ ਜਿਹੜਾ ਉਹ ਕਪਾਹ ਦੇ ਧਾਗੇ ਦਾ ਹੋਏਗਾ, ਪਰ ਦਇਆ ਦੀ ਕਪਾਹ ਹੋਏਗੀ। ਤੇਰੇ ਅੰਦਰ ਤੇ ਦਇਆ ਹੀ ਨਹੀਂ ਹੈਗੀ। ਤੂੰ ਤੇ ਚਾਰ ਜਾਤਾਂ ਬਣਾ ਕੇ ਬੈਠਾ, ਸ਼ੂਦਰ ਨੂੰ ਪੈਰ ਦੀ ਜੁੱਤੀ ਤੇ ਗੁਸਤਾਖੀ ਦੀ ਖਿਮਾ। ਇੱਕ ਬੇਨਤੀ ਕਰ ਲੱਗਾ ਜੀ, ਮੈਂ ਤਾਂ ਧਾਗੇ ਦੀ ਗੱਲ ਕੀਤੀ ਸੀ ਹਿੰਦੂ ਧਰਮ ਦੇ ਵਿੱਚ ਖਾਸ ਕਰਕੇ, ਕਿਉਂਕਿ ਇਹ ਤਿਉਹਾਰ ਜਿਹੜਾ ਆ ਰੱਖੜੀ ਦਾ ਸਿੱਖੀਜ਼ਮ ਦਾ ਨਹੀਂ, ਹਿੰਦੂ ਪਰਿਵਾਰ ਵਾਲਿਆਂ ਦਾ। ਹਿੰਦੂ ਪਰਿਵਾਰ ਵਾਲਿਆਂ ਦੇ ਵਿੱਚ ਹਿੰਦੂ ਮੁੰਡੇ ਖਾਸ ਕਰਕੇ ਮਰਦ ਗਲ ਵਿੱਚ ਜਨੇਊ ਪਾ ਸਕਦਾ, ਪਰ ਔਰਤ ਗਲ ਵਿੱਚ ਜਨੇਊ ਨਹੀਂ ਪਾ ਸਕਦੀ। ਗੁਸਤਾਖੀ ਲਈ ਖਿਮਾ ਮੈਂ ਕਹਿ ਲੱਗਾ ਜੀ ਤਾਂ ਇੱਕ ਔਰਤ, ਇੱਕ ਸ਼ੂਦਰ, ਹਿੰਦੂ ਦੇ ਮੁਤਾਬਕ, ਬ੍ਰਾਹਮਣ ਦੇ ਮੁਤਾਬਕ ਇੱਕ ਔਰਤ ਤੇ ਇੱਕ ਸ਼ੂਦਰ ਗਲ ਵਿੱਚ ਜਨੇਊ ਨਹੀਂ ਪਾ ਸਕਦਾ, ਪਰ ਉਹਨੂੰ ਸੇਵਾ ਸਾਰਿਆਂ ਦੀ ਕਰਨੀ ਪੈ ਗਈ। ਤੁਲਸੀਦਾਸ ਹੋਇਆ, ਕਿਉਂਕਿ ਔਰਤ ਦੀ ਗੱਲ ਚੱਲੀ ਹੈ, ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਵੱਖ-ਵੱਖ ਧਰਮਾਂ ਦੇ ਵਿੱਚ ਔਰਤ ਦਾ ਕਿੰਨਾ ਕੁ ਰੁਤਬਾ ਹੈ। ਕਿਉਂਕਿ ਰੱਖੜੀ ਦਾ ਦਿਨ ਮਨਾ ਰਹੇ ਹੋ, ਮੈਂ ਤੁਹਾਡੇ ਸਾਹਮਣੇ ਬੇਨਤੀ ਰੱਖ ਲਾਂਗਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਪਹਿਲਾਂ ਦਾ ਹਾਲਾਤ ਕੀ ਸਨ। ਕਿਉਂ ਕਹਿਣਾ ਪਿਆ ਭਾਈ ਗੁਰਦਾਸ ਜੀ ਨੂੰ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਠਾਏ। ਉਹ ਪੁਕਾਰ ਕਿਹੜੀ ਸੀ? ਬੁੱਧ ਧਰਮ ਦਾ ਇੱਕ ਚੇਲਾ ਬੁੱਧ ਨੂੰ ਆ ਕੇ ਕਹਿਣ ਲੱਗਾ ਕਿ ਬੁੱਧ ਜੀ, ਮਹਾਤਮਾ ਜੀ, ਜੇ ਕਿਸੇ ਔਰਤ ਨਾਲ ਗੱਲ ਕਰਨੀ ਹੋਵੇ ਕਿਵੇਂ ਕਰਨੀ ਚਾਹੀਦੀ? ਕਿਉਂਕਿ ਬੁੱਧ ਕਹਿੰਦਾ ਸੀ ਮੇਰਾ ਧਰਮ 5000 ਸਾਲ ਤੱਕ ਜਿਉਂਦਾ ਰਹੇਗਾ। ਬੁੱਧਿਜ਼ਮ 5000 ਸਾਲ ਤੱਕ ਚੱਲੇਗਾ। ਪਰ ਇੱਕ ਭਿਕਸ਼ੂ ਔਰਤ ਬਣ ਗਈ, ਤੇ ਜਿਸ ਦਿਨ ਭਿਕਸ਼ਣ ਔਰਤ ਬਣੀ, ਉਹ ਕਹਿਣ ਲੱਗਾ ਕਿ ਅੱਜ ਮੇਰਾ ਧਰਮ ਜਿਹੜਾ 5000 ਸਾਲ ਤੱਕ ਚੱਲਣਾ ਸੀ, ਸਿਰਫ 100 ਸਾਲ ਤੱਕ ਜਿੰਦਾ ਰਹੇਗਾ। ਔਰਤ ਨੂੰ ਮਹਾਤਮਾ ਬੁੱਧ ਧਰਮ ਵਾਲੇ ਇੰਨਾ ਮਾੜਾ ਗਿਣਦੇ ਸਨ। ਤੇ ਭਿਕਸ਼ੂ ਆ ਕੇ ਕਹਿਣ ਲੱਗਾ ਔਰਤ ਨਾਲ ਗੱਲ ਕਰਨੀ ਹੋਵੇ ਤਾਂ ਕਿਵੇਂ ਕਰਨੀ ਚਾਹੀਦੀ? ਮਹਾਤਮਾ ਬੁੱਧ ਕਹਿੰਦਾ ਪਹਿਲੀ ਗੱਲ ਤੇ ਗੱਲ ਕਰਨੀ ਨਹੀਂ, ਪਰ ਜੇ ਕਿਤੇ ਲੋੜ ਪੈ ਗਈ ਗੱਲ ਕਰਨ ਦੀ, ਇੰਨੀ ਦੂਰੀ ਬਣਾ ਕੇ ਰੱਖਣੀ ਹੈ ਕਿ ਔਰਤ ਦਾ ਪਰਛਾਵਾਂ ਵੀ ਤੇਰੇ ਤੇ ਨਾ ਪੈ ਜਾਏ। ਇਹ ਮਹਾਤਮਾ ਬੁੱਧ ਧਰਮ ਦੀ ਗੱਲ ਤੁਹਾਡੇ ਸਾਹਮਣੇ। ਜੈਨ ਧਰਮ ਵਾਲੇ ਇਹ ਕਹਿੰਦੇ ਔਰਤ ਦਾ ਸੰਗ ਹੀ ਨਹੀਂ ਕਰਨਾ, ਔਰਤ ਵਿੱਚ ਰੂਹ ਹੀ ਨਹੀਂ ਹੈਗੀ। ਨੈਪੋਲੀਅਨ ਕਹਿੰਦਾ ਔਰਤ ਵਿੱਚ ਰੂਹ ਹੀ ਨਹੀਂ ਹੈਗੀ, ਕਿ ਔਰਤ ਜਿੰਨਾ ਚਿਰ ਮਰਦ ਜਾਮੇ ਵਿੱਚ ਨਹੀਂ ਆਉਂਦੀ, ਜੈਨ ਧਰਮ ਕਹਿੰਦਾ ਜਿੰਨਾ ਚਿਰ ਮਰਦ ਜਾਮੇ 'ਚ ਨਹੀਂ ਆਉਂਦੀ ਉਹਨਾਂ ਚਿਰ ਇਹਦੀ ਮੋਕਸ਼ ਨਹੀਂ ਹੋ ਸਕਦੀ, ਮੁਕਤੀ ਨਹੀਂ ਮਿਲਦੀ। ਬੁੱਧ ਧਰਮ। ਮੁਸਲਿਮ ਧਰਮ ਕਹਿੰਦਾ ਕਿ ਔਰਤ ਪਰਦੇ ਦੇ ਵਿੱਚ ਰਹੇਗੀ, ਗੁਲਾਮ ਹੈ। ਮਰਦ 3 ਸ਼ਾਦੀਆਂ ਕਰ ਸਕਦਾ, ਔਰਤ 1 ਵੀ ਨਹੀਂ ਕਰ ਸਕਦੀ, ਇਜਾਜ਼ਤ ਨਹੀਂ ਇਹਨੂੰ ਪਰਦੇ 'ਚ ਰਹਿਣਾ ਪਏਗਾ। ਹਿੰਦੂ ਧਰਮ ਜਿਹਨੇ ਰਾਮਾਇਣ ਲਿਖੀ ਹੈ, ਤੁਲਸੀਦਾਸ ਦੀ ਰਾਮਾਇਣ ਜਿਹੜੀ ਹੈ ਅੱਜ ਕੱਲ੍ਹ ਆਪਾਂ TV 'ਚ ਵੇਖਦੇ ਹਾਂ, ਵੈਸੇ ਮੈਂ ਨਹੀਂ ਵੇਖਦਾ, ਕਈ ਵੇਖਦੇ ਹੋਣੇ, ਕਿ ਮੈਂ ਤਾਂ ਤੁਹਾਡੇ ਸਾਹਮਣੇ ਰੱਖੀ ਹੈ। ਤੁਲਸੀਦਾਸ ਦੀ ਰਾਮਾਇਣ ਜਿਹੜੀ ਚੱਲਦੀ ਹੈ, ਤੁਲਸੀਦਾਸ ਲਿਖਦਾ, ਕਹਿੰਦਾ ਢੋਲ ਡੰਡੇ ਨਾਲ ਚੱਲਦਾ ਆ, ਗਵਾਰ, ਉਹਨੇ ਬਕਾਇਦਾ ਇੱਕ ਸਵਈਆ ਲਿਖਿਆ, ਕਹਿੰਦਾ ਢੋਲ ਗਵਾਰ ਸ਼ੂਦਰ ਪਸ਼ ਨਾਰੀ। ਢੋਲ ਗਵਾਰ ਮੂਰਖ, ਸ਼ੂਦਰ ਨੀਵੀਂ ਜਾਤ ਵਾਲਾ, ਪਸ਼ ਕਹਿੰਦੇ ਪਸ਼ੂ ਨੂੰ, ਤੇ ਨਾਰੀ ਅਖੀਰ ਤੇ ਨਾਰੀ ਲਿਖਿਆ। ਢੋਲ ਗਵਾਰ ਸ਼ੂਦਰ ਪਸ਼ ਨਾਰੀ, 5 ਚੀਜ਼ਾਂ ਲਿਖਿਆ। ਕਹਿੰਦਾ ਕਿਵੇਂ ਚੱਲਦੇ ਨੇ? ਢੋਲ ਗਵਾਰ ਸ਼ੂਦਰ ਪਸ਼ ਨਾਰੀ, ਪਾਂਚੋ ਤਾੜਨ ਕੇ ਅਧਿਕਾਰੀ। ਪੰਜਾਂ ਨੂੰ ਕਹਿੰਦਾ ਤਾੜ ਕੇ ਰੱਖਣਾ ਚਾਹੀਦਾ। ਹੁਣ ਬ੍ਰਾਹਮਣ ਦੇ, ਜਿਹਨੂੰ ਬ੍ਰਾਹਮਣ ਨੇ ਪੈਦਾ ਕੀਤਾ ਹੈ, ਉਹ ਔਰਤ ਨੇ ਪੈਦਾ ਕੀਤਾ ਹੈ। ਬ੍ਰਾਹਮਣ ਦੇ ਘਰ ਦੇ ਵਿੱਚ ਪੈਦਾ ਹੋਣ ਵਾਲਾ ਬੇਟਾ ਆਪਣੀ ਮਾਂ ਦੇ ਕੁੱਖ ਤੋਂ ਪੈਦਾ ਹੋ ਕੇ ਆਪਣੇ ਆਪ ਨੂੰ ਸ੍ਰੇਸ਼ਟ ਕਹਿੰਦਾ ਆ, ਤੇ ਆਪਣੀ ਮਾਂ ਨੂੰ ਕਹਿੰਦਾ ਤੂੰ ਨਹੀਂ ਜਨੇਊ ਪਾ ਸਕਦੀ, ਮੈਂ ਜਨੇਊ ਪਾ ਸਕਦਾ, ਕਿ ਤੂੰ ਤੇ ਸ਼ੂਦਰ ਹੈ, ਕਿਉਂਕਿ ਤੂੰ ਤੇ ਪੈਰ ਦੀ ਜੁੱਤੀ ਹੈ। ਤੇ ਪੈਰ ਦੀ ਜੁੱਤੀ ਜਿਹੜੀ ਆ ਉਹ ਸਿਰ ਤੇ ਨਹੀਂ ਬਿਠਾਈ ਜਾਂਦੀ। ਹੁਣ ਮੈਂ ਬੇਨਤੀ ਕਰ ਲੱਗਾ ਸਿੱਖੀਜ਼ਮ ਦੀ, ਕਿਉਂਕਿ ਜਿਹੜੇ ਧਾਗੇ ਸਨ ਇਹਦਾ ਪਿਛੋਕੜ ਤੁਹਾਡੇ ਸਾਹਮਣੇ ਰੱਖ ਲੱਗਾ, ਕਿਉਂਕਿ ਇਹ ਔਰਤ ਦਾ ਦਰਜਾ ਰੱਖਿਆ ਕਿ ਔਰਤ ਦਾ ਦਰਜਾ ਕੀ ਸੀ ਵੱਖ-ਵੱਖ ਧਰਮਾਂ ਵਿੱਚ। ਹੁਣ ਜਿਹੜਾ ਧਾਗਾ ਬੰਨ੍ਹਣ ਦੀ ਰਸਮ ਸੀਗੀ ਉਹ ਕਿਵੇਂ ਸ਼ੁਰੂ ਹੋ ਗਈ? ਬਹੁਤ ਸਾਲ ਪਹਿਲਾਂ ਕਬੀਲਿਆਂ ਦੇ ਵਿੱਚ ਆਪਾਂ ਰਹਿੰਦੇ ਹੁੰਦੇ ਸਨ, ਸਾਡੇ ਵੱਡੇ ਵਡੇਰੇ ਕਬੀਲਿਆਂ ਦੇ ਵਿੱਚ ਰਹਿੰਦੇ ਸਨ। ਕਬੀਲਾ ਇੱਕ ਦੂਜੇ ਤੇ ਹਮਲਾ ਕਰਦਾ ਸੀ, ਤੇ ਹਮਲੇ ਦੇ ਵਿੱਚ ਜਿਹੜਾ ਕਬੀਲਾ ਹਾਰ ਜਾਂਦਾ ਸੀ ਉਹਦੇ ਤੇ ਕਾਬਜ਼ ਹੋ ਜਾਂਦਾ ਸੀ। ਕਾਬਜ਼
फिर कबीलियां तो राजे बने। तो जदों राजा जंग के मैदान में जाता सी तां उहदियां राणियां उहदे गुट ते एक धागा बन्नदियां सन। राणियां वो धागा की हुंदा सीगा, ये दस्सण लई चेते कराउण लई कि रण तत्ते मैदान में देखी किते तेरी किरपान डगमगावे ना जावे। जे तेरी किरपान डगमगा गई तो धागा तेनों चेता करेगा, तेरा परिवार पिछे सारा मारिया जाना जे तू इत्थे मर गया। वो धागा उन्होंने चेते कराउंदा सी रण तत्ते दे विच। ते घर वालियां घर वाले दे गुट्टां ते ये बन्नदियां सन, उन्होंने कहिंदे सी रखिया बंधन, जिन्हों अज रक्षा बंधन आपां कहंदे रखिया बंधन सीगा कि रखिया तू साडी करनी है जे रण तत्ते दे मैदान में चले। एक घर वालियां घर वालियां दे गुट्टां ते बन्नदियां सन जदों वो जांदे सन रण तत्ते विच। हौली हौली समा जिहड़ा टपला खांदा गया, हौली हौली ये रखिया दा धागा जिथे धी नूं गुलाम बनाउणा सी, बचपन च ही उहदी सोच ये वाड़ दिता। बचपन च ही, वैसे तो मैं इस दिन नूं गुलामी वाला मानसिक तौर पर गुलामी वाला दिन कहना, ये मानसिक तौर पर गुलामी है। किवें? भावें सिखिज़म है तो भावें हिंदू है जां कोई भी धर्म है, जदों धी पैदा होंदी है ना, धी दे बचपन दे विच एक सोच वाड़ी जाती है। उहदी सोच, तू कुड़ी है, तू धी है, तू फलाना काम नहीं कर सकती, तू टिमकाना नहीं कर सकती, तू आ नहीं कर सकती। जिहड़ा नैगेटिविटी मिलती गई, फिर जदों भी गुरुद्वारा साहब जाना, मंदिर जाना, मसीते जाना, जिथे भी जाना, उत्थे जाके कहना गुरुद्वारा साहब आई जो सिखिज़म दी है। तो बाबा जी नूं मां ने कहना बाबा जी नूं अरदास कर तेनूं वीरा मिलेगा, तू भी गुट ते रखड़ी बन्नी। बचपन तो वो सोच वाड़ दिता कि तू कासे जोगी नहीं है। पुछदा ना बच्चा रखिया बन पुते रखिया करन वाली आ। हुण भैन 15 सालां दी सवेरे उठ के भरा नूं नवाउंदी भी है, भरा 5 सालां दा उठ के नवाउंदी भी है, कपड़े भी पाउंदी है, स्कूल भी लैके जांदी है, स्कूलों भी लैके आउंदी है। तो साल बाद माँ आखे अपने भरा दे गुट ते रखे, माँ पुछूगी ना धी माँ काहदे लई रखड़ी दा दिन? पुते रक्षा बंधन है, भरा तेरी रखिया करूगा। अगों आखेगी ना भैन कि रोज़ तो मैं इनू लैके जानी है स्कूले, मैं उत्थे जाके नालीए तो मैं नालीए दी टपाउणी है, रखिया तो यदि मैं करदी है, मेरी रखिया कित्थों करूँगा? मैं नहीं रखड़ी ये बननी। इनू कह मेरे गुट ते रखड़ी बन, रखिया तो मैं करदी है। पर सोच विच साडी धी दे वाड़ दिता कि तू रखिया आप नहीं कर सकती, तेरी रखिया तो तेरा वीर ही करेगा। इतों भावे कि मर्द प्रधान है, औरत फिर पैर दी जुत्ती है। सोच विच वाड़ दिता बचपन च, ये वाड़ी सोच। हुण देखो एक माँ खुद औरत है, वो अपनी धी नाल इन्ना प्यार नहीं करती जिद्दां पुत्त नाल प्यार करदी। गुरुद्वारा साहब अरदासां ही होणगीਆਂ। वखरी गल अखीर ते सामभना फिर धी ने हुंदा। विदेशों की धरती पर चले जाओ, 2017 दे विच मैं कनेडा की धरती पर गया, बहुत इवें दे परिवार सन। मतलब कह लीए कि 100 कोई गिणिया चुणिया इवें दा परिवार होएगा जिथे पुत्त दे नाल माँ बाप रहिंदा होएगा, नहीं तो सारे धियां दे नाल माँ बाप जाके रह रहे होते, क्योंकि पुत्त सामभदे नहीं उत्थे। खैर माँ नूं पता आ कि अखीरले वेले साहां तक जिहड़ा मेरी धी ने मैनूं करना आ, वो पेकियां दे नाल उहदियां सांझां इवें दियां जुड़ियां हुंदियां। भावें वखरी गल है कि इस नूं भैण भरा दा दिन मन्निया जांदा आ, पर जे तां रखियो अज दे दिन भी जदों धीआं ना पेकियां दा ख्याल ज़्यादा करदियां, फिर भी धी माड़ी। हुण एक अगली बेनती कर लगा, बड़ी कड़वी है, सुनिया जरूर है। बचपन दे विच धागा गुट ते रखड़ी बन्नण दा चेते करा दिता, जदों धी जवान हो गई उहदा विआह कर दिता ते ये कहा कि आ ले तेरे गल दे विच मंगल सूत्र। मैं फिर बेनती कर लगा, धी भावें हिंदू धर्म दी है भावें सिख धर्म दी है। वैसी गल पहली गल तो सिखिज़म दे विच मंगल सूत्र है ही नहीं, धागा है ही नहीं, किसी तरह का भी धागा नहीं। ये गल विच किरपान पुत्त दे भी पाई जाती है, तो धी दे भी गल च किरपान पाई जाती है। तो जिथों बाटे नूं मूँह एक मर्द लाउंदा है, उत्थे बीबी भी उत्थे बराबर खड़ी होकर मर्द बाटे नूं जदों अमृत छकाया जाता मूँह लाया जाता। इत्थे ये नहीं कहता कि औरत पिछे जी औरत का बाटा वखरा है, क्योंकि बाकी धर्मां दे विच हो सकदा कि मर्द नालों पहलां औरत अगे प्रशादा नहीं छक सकदी जी, आम करके खास करके गुस्ताखी लिखे मां, क्योंकि बहुत धर्मां दे विच इवें हुंदा है कि औरत नूं खास करके पैर की जुत्ती समझिया जाता। उही औरत कहती है मैनूं 7 जन्म लिए ये चाहिए, जुत्ती बन के इहदी रहन, 7 जन्म नहीं चाहिए। कदे मर्द नहीं कहता कि मैनूं अगले जन्म ये चाहिए है, औरत ही कहती है। फिर भी औरत गुलाम है। औरत भैन जिहड़ी है भरावां लई रखड़ी दे दिन लई लंबियां अरदासां करे, वेर ना करे।
ਵਿਆਹੀ ਗਈ ਤੇ ਆਪਣੇ ਮਰਦ ਲਈ, ਆਪਣੇ ਪਤੀ ਲਈ ਕਰਵਾ ਚੌਥ ਦੇ ਵਰਤ ਰੱਖਦੀ ਹੈ ਕਿ ਇਹ ਲੰਬਾ ਚਾਹੀਦਾ ਮੈਨੂੰ, ਇਹਦੀਆਂ ਲੰਬੀਆਂ ਉਮਰਾਂ ਹੋ ਜਾਣ। ਉਹ ਡੱਪ ਕੇ ਸ਼ਰਾਬ ਆਵੇ ਘਰੇ, ਨਾਲੇ ਕੁੱਟੇ ਨਾਲੇ ਜੀ ਇਹ ਪਤੀ ਪਰਮੇਸ਼ਰ ਹੈ। ਮੈਂ ਬੇਨਤੀ ਕਰਨ ਲੱਗਾ ਸਿੱਖੀਜ਼ਮ ਦੇ ਵਿੱਚ ਖਾਸ ਕਰਕੇ, ਭਾਵੇਂ ਹਿੰਦੂ ਪਰਿਵਾਰ ਵਾਲੇ ਬੈਠੇ ਨੇ, ਭਾਵੇਂ ਸਿੱਖੀਜ਼ਮ ਵਾਲੇ ਬੈਠੇ ਨੇ, ਮੈਂ ਬਰਾਬਰ ਇੱਕ ਬੇਨਤੀ ਕਰਨ ਲੱਗਾ, ਬਚਪਨ ਦੇ ਵਿੱਚ ਜਿਹੜਾ ਧਾਗਾ ਧੀ ਨੂੰ ਬੰਨ੍ਹ ਦਿੱਤਾ ਨਾ, ਤੁਸੀਂ ਧੀ ਨੂੰ ਕਹਿਣ ਦੀ ਬੰਨ੍ਹ ਦਿੱਤਾ ਕਿ ਆਹ ਭਰਾ ਦੇ ਗੁੱਟ ਤੇ ਬਣਨਾ ਆ, ਉਹਨੇ ਮਾਨਸਿਕ ਤੌਰ ਤੇ ਗੁਲਾਮ ਹੋ ਜਾਣਾ। ਉਹ ਕਦੀ ਆਪਣਾ ਹੱਕ ਮੰਗਣ ਲਈ ਉੱਠੇਗੀ ਨਹੀਂ, ਕਿਉਂਕਿ ਬਚਪਨ ਦੇ ਦੱਸ ਦਿੱਤਾ ਤੇਰੀ ਰੱਖਿਆ ਤੇਰਾ ਭਰਾ ਕਰੇਗਾ। ਫਿਰ ਇਹਦੀ ਵੈਲਿਡਿਟੀ ਵੀ ਖਤਮ ਹੋ ਜਾਂਦੀ ਹੈ ਨਾ ਸਾਲ ਬਾਅਦ। ਤੇ ਬਹੁਤੀਆਂ ਭੈਣਾਂ ਮੇਰੇ ਵਰਗੀਆਂ ਹੋਣਗੀਆਂ ਜਿਨ੍ਹਾਂ ਨੂੰ ਲਾਲਸਾ ਹੁੰਦੀ ਹੈ ਕਿ 100 ਡੱਬੇ ਤੇ 100 ਲਾਇਆ, 100 ਦੀ ਰੱਖੜੀ ਲਈ ਤੇ 100 ਰੁਪਇਆ ਕਰਾ ਲੱਗਾ, 300 ਲਾ ਕੇ ਗਈ ਤੇ ਜੇ ਤੇ ਭਰਾ ਨੇ ਦੇ ਦਿੱਤਾ 100 ਤੇ ਵਾਪਸ ਨੂੰ ਬੜਾ ਭਰਾ ਕੰਜੂਸ ਸੀ, 100 ਰੁਪਇਆ ਦਿੱਤਾ ਮੈਂ 300 ਲਾ ਕੇ ਗਈ। ਤੇ ਜੇ ਤੇ ਭਰਾ ਨੇ ਦੇ ਦਿੱਤਾ 500, ਫਿਰ ਤੇ ਗੁਣ ਗਾਉਣਗੀਆਂ ਉਹਨਾਂ ਦੀ, ਮੇਰਾ ਭਰਾ ਬੜਾ ਚੰਗਾ ਆ। 100 ਲਾ ਕੇ ਗਈ ਤੇ 500 ਮਿਲਿਆ, ਤੇ ਜਦੋਂ 500 ਮਿਲ ਗਿਆ ਭਰਾ ਚੰਗਾ, ਜੇ 100 ਮਿਲ ਗਿਆ ਤੇ ਭਰਾ, ਇਹਦਾ ਮਤਲਬ ਰਿਸ਼ਤਾ ਪੈਸਿਆਂ ਨਾਲ ਤੋੜ ਦਿੱਤਾ। ਕਈ ਜਗ੍ਹਾ ਤੇ ਇਹ ਦਿਨ ਸੁੱਖਾਂ ਲਈ ਹੋਏਗਾ, ਪਰ ਕਈ ਘਰਾਂ ਦੇ ਵਿੱਚ ਇਹ ਦੁੱਖਾਂ ਵਾਲਾ ਦਿਨ ਬਣ ਜਾਂਦਾ ਜੀ, ਦੁੱਖਾਂ ਵਾਲਾ ਦਿਨ। ਕਿਉਂਕਿ ਜਿਨ੍ਹਾਂ ਘਰ ਔਲਾਦ ਨਹੀਂ ਹੈਗੀ ਉਹ ਤਰਸਣਗੇ ਨਾ ਕਿ ਆਹ ਦਿਨ ਸਾਡੇ ਘਰ ਵੀ ਹੁੰਦਾ, ਸਾਡੇ ਘਰ ਔਲਾਦ ਹੁੰਦੀ। ਤੇ ਜਿਨ੍ਹਾਂ ਘਰ ਧੀਆਂ, ਉਹਨਾਂ ਘਰ ਵੀ ਦੁਖੀ ਹੋ ਗਏ ਹੋ ਕਿ ਸਾਡਾ ਵੀ ਕੋਈ ਭਰਾ ਹੁੰਦਾ, ਕੋਈ ਵੀਰਾ ਹੁੰਦਾ, ਅਸੀਂ ਵੀ ਗੁੱਟ ਤੇ ਰੱਖੜੀ ਬੰਨ੍ਹਦੀਆਂ। ਇਹਦਾ ਮਤਲਬ ਕਈ ਜਗ੍ਹਾ ਖੁਸ਼ੀ ਤੇ ਕਈ ਜਗ੍ਹਾ ਗਮੀ। ਚੇਤਾ ਰੱਖਿਓ, ਸਿੱਖੀਜ਼ਮ ਦਾ ਕੋਈ ਵੀ ਦਿਨ ਇਵੇਂ ਦਾ ਨਹੀਂ ਹੈਗਾ, ਕੋਈ ਵੀ ਦਿਨ ਜੰਮਣ ਤੋਂ ਲੈ ਕੇ ਮੌਤ ਤੱਕ ਜਿੱਦਣ ਕਿਤੇ ਗਮੀ ਵਿਖਾਈ ਹੋਵੇ ਦਾਤੇ ਨੇ ਸਾਨੂੰ। ਕਿਉਂਕਿ ਆਨੰਦ ਦਾ ਮਤਲਬ ਹੁੰਦਾ ਖੇੜਾ, ਖੁਸ਼ੀ। ਜੰਮਣ ਤੇ ਵੀ ਆਨੰਦ ਪੜ੍ਹਦੇ ਆ ਤੇ ਜਿੱਦਣ ਕੋਈ ਮਰਦਾ ਨਾ ਉਦਣ ਵੀ ਆਨੰਦ ਹੀ ਪੜ੍ਹਦੇ। ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ। ਮਰਨ ਤੇ ਵੀ ਆਨੰਦ ਪੜ੍ਹਿਆ ਜਾਂਦਾ ਕਿ ਸਾਡੇ ਇਜ਼ਮ ਦੇ ਵਿੱਚ, ਸਿੱਖੀਜ਼ਮ 'ਚ ਗਮੀ ਹੈ ਹੀ ਨਹੀਂ। ਫਿਰ ਇਵੇਂ ਦਾ ਤਿਉਹਾਰ ਕਿਹੜਾ ਹੋਏਗਾ ਜਿਸ ਤਿਉਹਾਰ ਦੇ ਵਿੱਚ ਕਿਤੇ ਗਮੀ ਤੇ ਕਿਤੇ ਖੁਸ਼ੀ ਹੋਵੇ। ਪਰਮਾਤਮਾ ਨੇ ਇਵੇਂ ਦਾ ਦਿਨ ਹੀ ਨਹੀਂ ਕੋਈ ਬਣਾਇਆ ਜਿੱਦਣ ਕਿਸੇ ਘਰ ਗਮੀ ਆ ਸਕੇ। ਇਹਦਾ ਮਤਲਬ ਇਹ ਸਾਡੇ ਬਣਾਏ ਗਏ ਦਿਨ। ਰਹੋ ਵਿਚਾਰ। ਇਵੇਂ ਧਰਤੀ ਦੇ ਉੱਤੇ ਪਾਪ ਵੱਧ ਰਹੇ ਸਨ, ਔਰਤ ਦੀ ਹੱਕ ਦੀ ਗੱਲ ਨਹੀਂ ਕੀਤੀ ਜਾ ਰਹੀ ਸੀ, ਔਰਤ ਗੁਲਾਮ ਬਣਦੀ ਜਾ ਰਹੀ ਸੀ। ਔਰਤ ਨੇ ਵੀ ਕੀਤੀ ਅਰਦਾਸ, ਮਾਲਕ ਸੁਣ। ਫਿਰ ਦਾਤਾ ਭਾਈ ਗੁਰਦਾਸ ਜੀ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਹਿ ਪਠਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਕਾਲ ਪੁਰਖ ਨੇ ਆਪ ਧਰਤੀ ਤੇ ਭੇਜਿਆ, ਜਾ ਕੇ ਸੁਣ। ਇੱਥੇ ਤੇ ਜਾਤ ਪਾਤ ਦੇ ਨਾਂ ਤੇ ਵਖਰੇਵੇਂ ਨੇ, ਤੇ ਦਾਤੇ ਨੇ ਆ ਕੇ ਪਹਿਲਾ ਸਾਥੀ ਮਰਦਾਨਾ ਮਰਾਸੀ ਬਣਾਇਆ, ਜਿਹਨੂੰ ਮਰਾਸੀ ਕਹਿੰਦੇ ਸਨ। ਕਿਉਂਕਿ ਖੱਤਰੀ ਉੱਚ ਜਾਤ ਦੇ ਨੇ, ਉਹ ਤੋਂ ਉੱਤੇ ਬ੍ਰਾਹਮਣ ਨੇ। ਇਹ ਤੇ ਕਹਿੰਦੇ ਕਿ ਮਰਾਸੀਆਂ ਦਾ ਕਿਤੇ ਪਰਛਾਵਾਂ ਵੀ ਸਾਡੇ ਚੌਂਕੇ ਤੇ ਨਾ ਪੈ ਜੇ। ਮੱਤ ਪਿੱਟੇ ਵੇ ਮੱਤ ਪਿੱਟੇ, ਇਹ ਅੰਨ ਸਾਡਾ ਪਿੱਟੇ, ਤਨ ਫਿੱਟੇ ਫੇਰ ਕਰੇਣ। ਚੌਲੇ ਚੁੰਕੇ ਦੇ ਉੱਤੇ ਵੀ ਚੜਨ ਨਹੀਂ ਦਿੰਦੇ, ਤੇ ਗਲੇ ਲਾਉਣਾ ਤੇ ਬੜੀ ਦੂਰ ਦੀ ਗੱਲ ਸੀ। ਬਾਬੇ ਨਾਨਕ ਨੇ ਗਲੇ ਮਰਦਾਨੇ ਮਾਸੀ ਨੂੰ ਲਾਇਆ। ਇਹ ਦੁਨੀਆ ਦੇ ਵਿੱਚ ਇਨਕਲਾਬ ਸੀਗਾ। ਪਹਿਲਾ ਹੱਲਾ ਕੀਤਾ 9 ਸਾਲ ਦੀ ਉਮਰ ਦੇ ਵਿੱਚ, ਜਨੇਊ ਪਾਇਆ ਨਹੀਂ। ਕਿਉਂਕਿ ਜੇ ਮੇਰੀ ਭੈਣ ਨਹੀਂ ਪਾ ਸਕਦੀ, ਮਾਂ ਨਹੀਂ ਪਾ ਸਕਦੀ, ਐਸੇ ਜਨੇਊ ਦੀ ਲੋੜ ਕੋਈ ਨਹੀਂ। ਜਿਹੜਾ ਵਖਰੇਵਾਂ ਕਰਦਾ ਹੈ, ਇਹ ਇਨਕਲਾਬ ਸੀਗਾ। ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ, ਜਿਹਨੂੰ ਤੁਸੀਂ ਕਹਿੰਦੇ ਪੈਰ ਦੀ ਜੁੱਤੀ। ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ। ਜਿਹਨੂੰ ਤੂੰ ਮਾੜਾ ਕਹਿ ਰਹੇ ਹੋ, ਆਪ ਔਰਤ ਦੇ ਪੈਦਾ ਹੋ ਕੇ ਔਰਤ ਨੂੰ ਕਹਿੰਦੇ ਪੈਰ ਦੀ ਜੁੱਤੀ। ਤਰਕਾਰ ਹੈ ਤੁਹਾਡੇ ਵੱਡਿਆਂ ਦੇ ਉੱਤੇ ਜਿਨ੍ਹਾਂ ਨੇ ਐਵੇਂ ਦੇ ਦਿਨ ਬਣਾਏ ਕਿ ਖੁਦ ਬ੍ਰਾਹਮਣ ਆਪਣੀ ਮਾਂ ਤੋਂ ਪੈਦਾ ਹੋ ਕੇ ਕਹਿੰਦਾ ਕਿ ਜਨੇਊ ਨਹੀਂ ਪਾ ਸਕਦੀ। ਤੁਹਾਡੇ ਐਸੇ ਬ੍ਰਾਹਮਣ ਧਰਮ ਨੂੰ ਦਲਾਂਜਲੀ ਹੈ, ਮੈਨੂੰ ਲੋੜ ਕੋਈ ਨਹੀਂ ਹੈ। ਫਿਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਫਿਰ ਬਾਬਾ ਨਾਨਕ ਜੀ ਨੇ ਨਿਰਮਲ ਪੰਥ ਚਲਾਇਆ, ਉਹ ਪੰਥ ਜਿਹਦੇ ਵਿੱਚ ਮੈਲ ਨਹੀਂ। ਫਿਰ ਸਿੱਖ ਇਵੇਂ ਦਾ ਪੈਦਾ ਕੀਤਾ। ਮਹਾਰਾਜ ਦੇ ਘਰ ਗੁਰੂ ਕੇ ਮਹਿਲਾਂ ਦੇ ਵਿੱਚ ਬੈਠੇ ਹੋ, ਇੱਥੇ ਵੇਖਿਓ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਜੋੜੇ ਸਾਫ਼ ਕਰਦਾ ਹੋਏਗਾ ਨਾ, ਸਾਨੂੰ ਲੱਗਦਾ ਹੋਏਗਾ ਕਿ ਬੜਾ ਨੀਵਾਂ ਜਿਹਾ ਕਈ ਵਾਰੀ। ਫਿਰ ਜਿਹੜੀ ਔਰਤ ਨੂੰ ਸ਼ੂਦਰ ਦੇ ਬਰਾਬਰ ਰੱਖਿਆ, ਦਾਤੇ ਨੇ ਕਿਹਾ ਇਹਨੂੰ ਬਰਾਬਰ ਦਾ ਦਰਜਾ ਗੁਰੂ ਨਾਨਕ ਦੇ ਘਰ ਦੇ ਵਿੱਚ ਮਿਲੇਗਾ। ਇਹ ਜਿੱਥੇ ਮਰਦ ਬੈਠਣਗੇ ਬਰਾਬਰ ਔਰਤ ਬੈਠੇਗੀ। ਮਾਣ ਦਿੱਤਾ ਦਾਤੇ ਨੇ ਸਾਡੀਆਂ ਔਰਤਾਂ ਤੇ ਅੱਜ ਉਸੇ ਘਰਾਣੇ ਦੀਆਂ ਔਰਤਾਂ ਫਿਰ ਕਹਿ ਰਹੀਆਂ ਗੁਰੂ ਨਾਨਕ ਦੇ ਚਰਨਾਂ 'ਚ ਆ ਕੇ, ਅਸੀਂ ਗੁਲਾਮ ਆ ਧਾਗਾ ਤੈਨੂੰ ਬੰਨ੍ਹ ਕੇ ਚੱਲੀਆਂ ਅਸੀਂ। ਅੱਜ ਕਈ ਵਾਰੀ ਨਾ ਆ ਰੇਲਿੰਗ ਦੇ ਨਾਲ ਪਿਛਲੇ ਬੰਨੇ ਸੱਚੇ ਪਾਤਸ਼ਾਹ ਦੇ ਪੰਘੂੜਿਆਂ ਦੇ ਨਾਲ ਧਾਗੇ ਬੰਨੇ ਹੁੰਦੇ ਨੇ,
ਨਿਸ਼ਾਨ ਸਾਹਿਬ ਦੇ ਨਾਲ ਬੜ ਰੇਲਿੰਗ ਦੇ ਨਾਲ ਧਾਗੇ ਹਨ ਵੀਰਾ ਦਿਓ, ਅਸੀਂ ਗੁਲਾਮ ਹੀ ਚੰਗੀਆਂ, ਕੋਈ ਗੱਲ ਨਹੀਂ। ਵੱਡਾ ਹੋ ਕੇ ਗੁੱਤ ਪੁੱਟ ਲਏ ਸਾਡੀ ਕੋਈ ਗੱਲ ਨਹੀਂ। ਮਾਂ ਨੂੰ ਮਾਂ ਨਾ ਸਮਝੇ ਕੋਈ ਗੱਲ ਨਹੀਂ। ਮਾਂ ਨੂੰ ਧੱਕੇ ਮਾਰਦਾ ਹੋਵੇ ਪੁੱਤ ਕੋਈ, ਫਿਰ ਵੀ ਸਾਨੂੰ ਵੀਰਾ ਚਾਹੀਦਾ, ਸਾਨੂੰ ਪੁੱਤ ਚਾਹੀਦਾ। ਜੇ ਇਹ ਦਿਨ ਇਵੇਂ ਦਾ ਨਾ, ਤਾਂ ਮੈਂ ਬੇਨਤੀ ਕਰ ਲਾਂਗਾ ਖਾਸ ਕਰਕੇ, ਕਿਉਂਕਿ ਦੂਜੇ ਧਰਮ ਵਾਲੇ ਜੀ ਸੁਣ ਰਹੇ ਨੇ ਤੇ ਧਾਗੇ ਨੂੰ ਛੱਡਣਗੇ। ਧਾਗਾ ਗੁਲਾਮੀ ਹੈ, ਮਾਨਸਿਕ ਤੌਰ 'ਤੇ ਗੁਲਾਮੀ। ਅੱਜ ਧੀਆਂ ਸਾਡੀਆਂ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ। ਮੈਂ ਖੁਦ ਜਿਹੜਾ ਆ ਆਨਲਾਈਨ ਟੈਸਟ ਬੱਚਿਆਂ ਦੇ ਲੈਣਾ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਸਿਮਰਜੀਤ ਸਿੰਘ ਵੱਲੋਂ ਇਹ ਉਪਰਾਲਾ ਕੀਤਾ ਗਿਆ। ਆਨਲਾਈਨ ਬੱਚਿਆਂ ਦੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾ ਰਹੇ ਨੇ। ਆਨਲਾਈਨ ਰੋਜ਼ਾਨਾ ਇੱਕ ਜ਼ਿਲ੍ਹੇ ਦਾ ਮੁਕਾਬਲਾ ਹੁੰਦਾ, ਜਿਵੇਂ ਕੱਲ੍ਹ ਨੂੰ ਸੋਮਵਾਰ ਨੂੰ ਬਠਿੰਡੇ ਜ਼ਿਲ੍ਹੇ ਦੀਆਂ ਟੀਮਾਂ ਦਾ ਮੁਕਾਬਲਾ ਹੋਣਾ। ਅਤੇ ਉਸ ਟੀਮਾਂ ਦੇ ਵਿੱਚ ਜੇ 18 ਟੀਮਾਂ ਨੇ, 20 ਟੀਮਾਂ ਨੇ, ਅਤੇ ਸੱਚ ਜਾਣਿਓ ਜਦੋਂ ਮੈਂ ਦੇਖਦਾ ਹਾਂ 15 ਟੀਮਾਂ ਬੱਚੀਆਂ ਦੀਆਂ ਟੀਮਾਂ ਹੁੰਦੀਆਂ ਨੇ, ਕਿਤੇ 3-4 ਵੀਰ ਉਹਦੇ ਵਿੱਚ ਹੁੰਦੇ ਨੇ। ਇਹਦਾ ਮਤਲਬ ਭੈਣਾਂ ਕਿੰਨੀਆਂ ਅੱਗੇ ਨਿਕਲਦੀਆਂ ਜਾ ਰਹੀਆਂ, ਸਾਡੀਆਂ ਧੀਆਂ ਕਿੰਨੀਆਂ ਅੱਗੇ ਨਿਕਲਦੀਆਂ ਜਾ ਰਹੀਆਂ। ਅਸੀਂ ਫਿਰ ਵੀ ਕਹਿੰਦੇ ਹਾਂ ਕਿ ਧੀਆਂ ਤੂੰ ਗੁਲਾਮ ਹੈ। ਚੇਤਾ ਰੱਖੋ, ਬੇਨਤੀ ਕਰ ਲੱਗਾ ਧਾਗੇ ਦੀ, ਜੇ ਵਾਕਈ ਹੀ ਧਾਗਾ ਗੁੱਟ ਤੇ ਰੱਖੜੀ ਬੰਨਣ ਵਾਲਾ ਹੈ ਤਾਂ ਮੈਂ ਥੋੜ੍ਹਾ ਜਿਹਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਲੱਗਾ। 17ਵੀਂ ਸਦੀ ਤੋਂ ਬਾਅਦ ਦੀਆਂ ਗੱਲਾਂ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਦੀਆਂ ਗੱਲਾਂ, ਮਹਾਰਾਜਾ ਰਣਜੀਤ ਸਿੰਘ ਤੋਂ ਵੀ ਬਾਅਦ ਦੀਆਂ ਗੱਲਾਂ। ਜਦੋਂ ਅਬਦਾਲੀ ਚੜ੍ਹ ਕੇ ਆਉਂਦਾ ਸੀ ਨਾ ਇਸ ਭਾਰਤ ਦੇਸ਼ ਵਿੱਚ, ਇੱਧਰੋਂ ਲਾਹੌਰ ਵਾਲੀ ਸਾਈਡ ਤੋਂ ਇੱਥੇ ਹਮਲਾ ਕਰਦਾ ਸੀ। ਜਦੋਂ ਆਉਣਾ ਤੇ ਭਾਰਤ ਦੇਸ਼ ਵਿੱਚ ਆਬਾਦੀ ਬਹੁਤ ਗਿਣਤੀ ਹਿੰਦੂ ਪਰਿਵਾਰਾਂ ਦੀ ਸੀ, ਤੇ ਹਿੰਦੂ ਪਰਿਵਾਰ ਦੇ ਵੀਰਾਂ ਨੇ ਗੁੱਟਾਂ ਤੇ ਰੱਖੜੀਆਂ ਬੰਨਣੀਆਂ, ਪ੍ਰਣ ਲੈਣਾ ਭੈਣਾਂ ਨੇ। ਤੇਰੇ ਗੁੱਟ ਤੇ ਰੱਖੜੀ ਬੰਨਣੀ, ਇਹਦਾ ਮਤਲਬ ਤੂੰ ਮੇਰੀ ਰੱਖਿਆ ਕਰਨੀ ਹੈ। ਤੇ ਗੁੱਟ ਤੇ ਰੱਖੜੀ ਬਣਾ ਕੇ ਉਹਨੇ ਕਹਿਣਾ ਮੈਂ ਤੇਰੀ ਰੱਖਿਆ ਕਰੂੰਗਾ, ਪ੍ਰਣ ਲੈਣਾ। ਤੇ ਜਦੋਂ ਅਬਦਾਲੀ ਹਮਲਾ ਕਰਦਾ ਸੀ ਨਾ, ਕਹਿੰਦੇ ਸਾਨੂੰ ਕੁਝ ਨਾ ਕਿਉ, ਆ ਮੇਰੀ ਭੈਣ ਦਾ ਡੋਲਾ ਲੈ ਜਾਓ, ਮੇਰੀਆਂ ਭੈਣਾਂ ਨੂੰ ਲੈ ਜਾਓ। ਗੁੱਟਾਂ ਤੇ ਰੱਖੜੀਆਂ ਬੰਨਣ ਵਾਲੇ ਇਹ ਇਤਿਹਾਸ ਕਹਿੰਦਾ ਹੈ। ਇਸ ਭਾਰਤ ਦੇਸ਼ ਦਾ ਇਤਿਹਾਸ ਪੜ੍ਹ ਕੇ ਦੇਖਿਓ। ਮਿਥਿਹਾਸ ਦੀ ਗੱਲ ਨਹੀਂ ਕਰ ਰਿਹਾ, ਇਤਿਹਾਸ ਦੀ ਗੱਲ ਕਰ ਰਿਹਾ। ਆਪਣੇ ਹੱਥੀਂ ਆਪਣੇ ਭੈਣਾਂ ਦੇ ਡੋਲੇ ਦਿੱਤੇ। ਤੇ ਉਸ ਅਫਗਾਨਿਸਤਾਨ ਦੇ ਵਿੱਚ ਅਖਾਣ ਮਸ਼ਹੂਰ ਹੋ ਗਏ ਸਨ, ਕਹਿੰਦੇ ਕਿ ਇਸ ਗਜ਼ਨੀ ਦੇ ਬਾਜ਼ਾਰਾਂ ਵਿੱਚ ਮੁਰਗੀ ਮਹਿੰਗੀ ਹੈ, ਪਰ ਹਿੰਦੁਸਤਾਨ ਦੀ ਲਿਆਂਦੀ ਹੋਈ ਔਰਤ ਸਸਤੀ ਹੈ। ਟਕੇ ਟਕੇ ਦੇ ਮੁੱਲ ਦੇ ਵਿੱਚ ਗਜ਼ਨੀ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦੇ ਮੁੱਲ ਪਿਆ ਕਰਦੇ ਸਨ। ਹੁਣ ਬਚਨ ਬੜੇ ਕੜਵੇ, ਵੈਸੇ ਸਮਾਂ ਹੋ ਗਿਆ, ਪਰ ਫਿਰ ਮੈਂ ਟੂਕ ਮਾਤਰ ਦੱਸ ਕੇ ਖਿਮਾ ਮੰਗਣ ਲੱਗਾ। ਗਲ ਦੇ ਵਿੱਚ ਨੱਕ 'ਚ ਨਕੇਲ ਪਾ ਕੇ ਖਿੱਚ ਕੇ ਲੈ ਜਾਇਆ ਜਾਂਦਾ ਸੀ। ਫਿਰ ਜਦੋਂ ਵੇਚਿਆ ਜਾਂਦਾ ਸੀ ਕੰਨ 'ਚ ਛੇਕ ਕੀਤਾ ਜਾਂਦਾ ਸੀ, ਵਿਕ ਗਈ ਹੈ। ਇਹ ਨੱਕ ਦੇ ਵਿੱਚ ਛੇਕ ਕਰਨ ਦਾ ਰਿਵਾਜ ਉਦੋਂ ਪਿਆ ਸੀਗਾ, ਨਹੀਂ ਤੇ ਪਹਿਲਾਂ ਨੱਕ ਛੇਦਕ ਗਹਿਣੇ ਸੀ। ਸਾਡੀ ਸਿੱਖ ਰਹਿਤ ਮਰਿਆਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਮਰਿਆਦਾ 'ਚ ਬੋਲ ਹੈ ਕਿ ਆਪਣੀ ਧੀ ਦੇ ਛੇਦਕ ਗਹਿਣੇ ਨਹੀਂ ਪਾਉਣੇ, ਭਾਵ ਕੰਨਿਆਂ ਨੂੰ ਛੇਦਕ ਗਹਿਣੇ ਨਹੀਂ ਪਾਉਣੇ। ਅਸੀਂ ਇਹ ਗੁਲਾਮੀ ਦੇ ਪ੍ਰਤੀਕ ਨੇ। ਇੱਥੇ ਤੇ ਬਿੱਦ ਕੇ ਆਪਾਂ ਬਚਪਨ ਦੇ ਵਿੱਚ ਕੁੜੀ ਦੇ ਵਾਹਿਗੁਰੂ ਕੁੜੀ ਦੇ ਕੰਨਾਂ ਨੂੰ ਵਿਆਹੁੰਦੇ ਹਾਂ, ਬਿੰਨ ਕੇ ਬਿੱਦ ਕੇ। ਇਹ ਕਹਿੰਦੇ ਜਦੋਂ ਵਿਆਹ ਹੁੰਦਾ ਨਾ, ਅਸੀਂ ਕੁਝ ਨਹੀਂ ਲੈਣਾ ਜੀ, ਤੁਸੀਂ ਨੱਕ ਆਪਣੇ ਕੰਨ ਨੱਕ ਤੇ ਢੱਕਣੇ ਤੁਸੀਂ। ਤੇ ਬਾਪੂ ਲਈ ਨੱਕ ਤੇ ਕੰਨ ਢੱਕਣੇ ਵੀ ਫਾਹਾ ਲੈਣ ਦੇ ਬਰਾਬਰ ਹੈ। ਗਰੀਬ ਪਰਿਵਾਰ ਹੈ ਜਿਹੜਾ ਦਿਹਾੜੀ ਕਰਨ ਵਾਲਾ, ਅੱਜ ਤੇ ਸੋਨਾ ਕਿੱਥੇ ਕਿੰਨਾ ਮਹਿੰਗਾ ਹੋ ਗਿਆ, ਉਹ ਨੱਕ ਕੰਨ ਢੱਕਣ ਦੇ ਸਿਲਸਿਲੇ 'ਚ ਹੀ ਉਹ ਕਹਿੰਦਾ ਨਹੀਂ ਢੱਕੇ ਜਾਣੇ, ਕੀ ਕਰਨਾ ਪਿਆ, ਕਹਿੰਦਾ ਮੈਨੂੰ ਫਾਹਾ ਹੀ ਲੈਣਾ ਪੈਣਾ। ਜੇ ਕਿਤੇ ਚੱਲਦੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਕਿ ਮਰਿਆਦਾ ਕਹਿੰਦੀ ਹੈ ਕਿ ਨੱਕ ਕੰਨ ਜਿਹੜੇ ਛੇਦਕ ਗਹਿਣੇ ਨਹੀਂ ਪਾਉਣੇ, ਸਾਨੂੰ ਐਸਾ ਰਿਸ਼ਤਾ ਹੀ ਨਹੀਂ ਚਾਹੀਦਾ ਜੀ ਤੁਹਾਡਾ। ਸਾਨੂੰ ਉਹ ਰਿਸ਼ਤਾ ਚਾਹੀਦਾ ਜਿਹੜਾ ਸਿੱਖ ਰਹਿਤ ਮਰਿਆਦਾ ਵਾਲੇ ਹੋਏਗਾ, ਮਰਿਆਦਾ ਦੇ ਵਿੱਚ ਰਿਸ਼ਤਾ ਪ੍ਰਵਾਨ ਹੈ। ਖੈਰ, ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਮੁੱਲ ਤੇ ਜਦੋਂ ਹਿੰਦੁਸਤਾਨ ਦੀ ਬਹੂ ਬੇਟੀ ਜਾਂਦੀ ਸੀ, ਨੱਕ ਦੇ ਵਿੱਚ ਨਕੇਲ ਪਾ ਕੇ ਤੇ ਕੰਨ 'ਚ ਛੇਕ ਕਰਕੇ ਉਹਨਾਂ ਨੂੰ ਉੱਥੇ ਵੇਚਿਆ ਜਾਂਦਾ ਸੀ। ਤੇ ਕੁਝ ਸਮਾਂ ਐਵੇਂ ਦਾ ਆ ਗਿਆ, ਗੱਡਿਆਂ ਤੇ ਚੜ੍ਹ ਕੇ ਜਾਂਦੀਆਂ ਨੂੰ ਗੁਲਾਮ ਬਣਾਉਂਦੀਆਂ ਔਰਤਾਂ ਇਹ ਕਹਿੰਦੀਆਂ ਸਨ, ਮੋੜੀ ਬਾਬਾ ਕਸ਼ ਵਾਲਿਆ, ਉਹ ਮੋੜੀ ਬਾਬਾ ਡਾਂਗ ਵਾਲਿਆ, ਰਨ ਬਸੇਰੇ ਨੂੰ ਗਈ, ਆ ਸਾਡੀਆਂ ਧੀਆਂ ਜਾ ਰਹੀਆਂ, ਬਚਾਈ ਇਹਨੂੰ। ਤੇ ਕਹਿੰਦੇ ਹੁੰਦੇ ਸਨ, ਆ ਗਏ ਨੇ ਨਿਹੰਗ, ਬੂਹੇ ਖੋਲ ਦੋ ਨਿਸੰਗ। ਆ ਨਿਹੰਗ ਆ ਗਏ, ਆ ਦਸਤਾਰ ਵਾਲੇ, ਆ ਕਿਰਦਾਰ ਵਾਲੇ ਆ ਗਏ।
ਇਹਨਾਂ ਨੂੰ ਵੇਖ ਕੇ ਕਹਿੰਦੇ ਦਰਵਾਜ਼ੇ ਖੋਲ ਦਿਓ, ਕਹਿੰਦੇ ਇਹਨਾਂ ਨੇ ਸਾਡੀਆਂ ਬਹੁ ਬੇਟੀਆਂ ਨੂੰ ਬਚਾ ਲੈਣਾ। ਤੇ ਉਹ ਗੁਰੂ ਕੇ ਖਾਲਸੇ ਨੇ ਗਜ਼ਨੀ ਦੇ ਬਾਜ਼ਾਰਾਂ ਉੱਤੇ ਜਾ ਕੇ ਹਮਲੇ ਕੀਤੇ, ਜਿੱਥੇ ਅੱਜ ਅਫਗਾਨੀ ਤਾਲਿਬਾਨ ਹਮਲਾ ਕਰਕੇ ਕਹਿੰਦੇ ਸਾਡਾ ਰਾਜ ਹੋ ਗਿਆ। ਉਹ ਮਾਣ ਕਰਿਆ ਕਰੋ ਆਪਣੇ ਵੱਡੇ ਵਡੇਰਿਆਂ ਤੇ। ਹਰੀ ਸਿੰਘ ਨਲੂਏ ਨੇ ਝੰਡੇ ਗੱਡੇ ਨੇ, ਅਫਗਾਨਿਸਤਾਨ ਉੱਥੋਂ ਦੇ ਸਲਵਾਰਾਂ ਪਾਉਣ ਤੇ ਮਜਬੂਰ ਹੋ ਗਏ। ਉੱਥੋਂ ਦੀਆਂ ਮਾਵਾਂ ਇਹ ਕਹਿੰਦੀਆਂ ਹੁੰਦੀਆਂ ਸਨ ਆਪਣੇ ਬੱਚੇ ਨੂੰ, ਚੁੱਪ ਛਾ ਬੱਚਾ ਹਰੀਆ ਰੰਗ ਲਈ, ਚੁੱਪ ਕਰਕੇ ਸੌਂ ਜਾ ਨਹੀਂ ਤੇ ਹਰੀ ਸਿੰਘ ਨਲੂਆ ਆ ਜਾਊਗਾ। ਇਹ ਤਾਲਿਬਾਨ ਜਿਹੜੇ ਅੱਜ ਹੱਥ ਵਿੱਚ ਫੜ ਕੇ ਨਾ ਸਟੇਨ ਗੰਨਾਂ ਦੂਜਿਆਂ ਨੂੰ ਡਰਾਉਂਦੇ ਨੇ, ਆਪਣਾ ਇਤਿਹਾਸ ਦੇਖਣ ਕਿਤੇ ਅੱਜ ਕਿ ਸਾਡੇ ਵੱਡੇ ਵਡੇਰਿਆਂ ਤੇ ਰਾਜ ਆ ਗੁਰੂ ਕੇ ਖਾਲਸੇ ਨੇ ਕੀਤਾ, ਜਿਨ੍ਹਾਂ ਦੇ ਸਿਰਾਂ ਦੇ ਦਸਤਾਰਾਂ ਨੇ। ਇੱਕ ਬੁੱਤ ਢਾਉਣ ਨਾਲ ਲਾਹੌਰ ਵਿੱਚ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਬੁੱਤਾਂ ਨੇ ਰਾਜ ਨਹੀਂ ਕੀਤਾ, ਰਾਜ ਤਾਂ ਮਰਜੀਵੜਿਆਂ ਨੇ ਕੀਤਾ ਉੱਥੇ। ਲਾਹੌਰ ਤੇ ਕਈ ਸੌ ਸਾਲ ਸਾਡਾ ਰਾਜ ਰਿਹਾ। ਉਸ ਤਾਲਿਬਾਨ ਦੇ ਵਿੱਚ ਜਿੱਥੋਂ ਅਮਰੀਕਾ ਡਰਦਾ ਆ, ਗੁਰੂ ਕੇ ਖਾਲਸੇ ਦਾ ਲਾਹੌਰ ਕਿਸੇ ਸ਼ਾਇਰ ਨੇ ਬੜਾ ਵਧੀਆ ਲਿਖਿਆ, ਕਹਿੰਦਾ ਸਾਡਾ ਸਾਰਾ ਇਤਿਹਾਸ ਦਸਤਾਰ ਦਾ ਹੈ ਵੈਰੀ, ਸਦਾ ਸਾਨੂੰ ਵੰਗਾਰਦੇ ਰਹੇ, ਰਹਿਣ ਦੇਣਾ ਨਹੀਂ ਕੋਈ ਪੱਗ ਵਾਲਾ, ਉਹ ਹੁਕਮ ਤੇ ਹੁਕਮ ਚਾੜਦੇ ਰਹੇ ਘਰ ਸਾਡੇ ਘੋੜੇ ਕਾਠੀਆਂ ਤੇ ਅਸੀਂ ਔਖੇ ਤੋਂ ਔਖਾ ਕਾਜ ਕੀਤਾ, ਬਨੂ ਕੁਹਾੜ ਕਸ਼ਮੀਰ ਤਾਈਂ ਸਾਡੀ ਇਸ ਦਸਤਾਰ ਨੇ ਰਾਜ ਕੀਤਾ। ਸਾਡਾ ਰਾਜ ਹੋਇਆ ਕਰਦਾ ਸੀ, ਅੱਜ ਵੀ ਰਾਜ ਹੈ, ਕਿਉਂਕਿ ਸਿਰ ਤੇ ਦਸਤਾਰ ਹੈ ਤੇ ਸਾਡਾ ਰਾਜ ਹੈ। ਜੇ ਸਿਰ ਤੇ ਦਸਤਾਰ ਨਹੀਂ ਤੇ ਮਤ ਕਹੋ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਫਿਰ ਰਾਜ ਨਹੀਂ ਜੇ ਹੋਣਾ। ਰਾਜ ਤਾਂ ਆਏਗਾ ਜੇ ਸਿਰ ਤੇ ਦਸਤਾਰ ਹੋਏਗੀ, ਦਸਤਾਰ ਹੋਈ ਤੇ ਫਿਰ ਉਹਦਾ ਕਿਰਦਾਰ ਵੀ ਉਨਾ ਉੱਚਾ ਚਾਹੀਦਾ। ਕਿਰਦਾਰ ਇੰਨਾ ਉੱਚਾ ਹੋਵੇ ਕੋਈ ਇਹ ਨਾ ਆਖੇ ਆਗੇ ਪੱਗਾਂ ਪੂਛਵੀਂ ਵਾਲੇ ਕਿ ਤੂੰ ਡਰ ਕੇ ਰਹਿ ਪੈਣ, ਇਹ ਨਾ ਗਾਣੇ ਗਾਉਣ। ਫਿਰ ਇਹ ਕਹਿਣ ਆਗੇ ਨੇ ਨਿਹੰਗ ਬੂਏ ਖੋਲ ਦੋ ਨਿਸੰਗ, ਫਿਰ ਇਹ ਕਹਿਣ ਮਾਣ ਹੈ ਸਾਨੂੰ ਇਸ ਭਾਰਤ। ਪਹਿਲਾਂ ਇਦੋਂ ਹਿੰਦੁਸਤਾਨ ਦਾ ਮੀਡੀਆ ਜਿਹੜਾ ਸਾਨੂੰ ਅੱਤਵਾਦੀ ਕਹਿੰਦਾ ਸੀ, ਅੱਜ ਪਤਾ ਲੱਗਿਆ ਤਾਲਿਬਾਨ ਦੇ ਉੱਤੇ ਸਿੱਖਾਂ ਦਾ ਵੀ ਰਾਜ ਹੋਇਆ ਕਰਦਾ ਸੀ। ਅੱਜ ਉਹੀ ਮੀਡੀਆ ਸਿੱਖਾਂ ਦੇ ਗੁਣ ਗਾਉਂਦੇ ਆ ਜੀ ਕਿ ਕਿਤੇ ਸਾਨੂੰ ਇੱਧਰੋਂ ਮਿਲ ਜਾਏ। ਹੁਣ ਸਿਆਸਤ ਇੰਨੀ ਵਰਤ ਰਹੇ ਨੇ, ਪਹਿਲਾਂ ਕਿਸਾਨਾਂ ਨੂੰ ਅੱਤਵਾਦੀ, ਹੁਣ ਕਿਸਾਨਾਂ ਨੂੰ ਵੱਖਵਾਦੀ ਨਹੀਂ, ਕਿਸਾਨਾਂ ਨੂੰ ਕਹਿੰਦੇ ਇਹਨਾਂ ਦੇ ਵੱਡੇ ਵਡੇਰਿਆਂ ਨੇ ਰਾਜ ਕੀਤਾ। ਮੀਡੀਆ ਸਾਨੂੰ ਇਹ ਵਰਤਦਾ। ਖੈਰ ਰਹੋ ਵਿਚਾਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਤੁਹਾਡੇ ਸਨਮੁਖ ਕਹਿ ਕੇ ਖਿਮਾ ਮੰਗ ਲੈਣੀ। ਅਸੀਂ ਬਚਪਨ ਦੇ ਵਿੱਚ ਹੀ ਬੱਚੀਆਂ ਨੂੰ ਇਹ ਦੱਸ ਦਿੱਤਾ ਤੇ ਚੇਤਾ ਰੱਖਿਓ, ਵੱਡੇ ਵਡੇਰਿਆਂ ਨੇ ਇਸ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜਿਨ੍ਹਾਂ ਦੀ ਗੁੱਟਾਂ ਤੇ ਰੱਖੜੀਆਂ ਨਹੀਂ ਬੰਨੀਆਂ ਸਨ, ਕਿਸੇ ਭੈਣ ਨੇ ਗੁਰੂ ਕੇ ਖਾਲਸੇ ਦੇ ਗੁੱਟ ਤੇ ਰੱਖੜੀ ਨਹੀਂ ਬੰਨੀ, ਉਹਨਾਂ ਨੂੰ ਛਡਾ ਕੇ ਘਰੀ ਵਾਪਸ ਲਿਆਂਦਾ। ਤੇ ਫਿਰ ਹੋਇਆ ਕੀ, ਜਦੋਂ ਘਰ ਲਿਆ ਕੇ ਭੈਣਾਂ ਨੂੰ ਦਿੱਤਾ, ਕਹਿੰਦੇ ਕਿ ਨਾ ਜੀ ਅਸੀਂ ਨਹੀਂ ਰੱਖਣੀਆਂ ਇਹਨਾਂ ਨੂੰ। ਕਿਉਂ ਨਹੀਂ ਰੱਖਣਾ? ਇਹ ਜੀ ਮੁਗਲਾਂ ਤੇ ਰਹਿ ਕੇ ਆਈਆਂ, ਇਹ ਤੇ ਗੁਲਾਮ ਹੈ ਜੀ। ਭੈਣਾਂ ਨੂੰ ਘਰੇ ਵਸਾਇਆ ਵੀ ਨਹੀਂ ਗਿਆ। ਅੱਜ ਉਹੀ ਭੈਣਾਂ ਕਹਿੰਦੀ ਅਸੀਂ ਗੁੱਟਾਂ ਤੇ ਰੱਖੜੀਆਂ ਬੰਨੀਆਂ, ਤੁਹਾਡੇ ਵਸਾਇਆ ਨਹੀਂ ਗਿਆ ਭੈਣਾਂ ਨੂੰ। ਪਰ ਗੁਰੂ ਕੇ ਖਾਲਸੇ ਨੇ ਜਦੋਂ ਭੈਰਾਂ ਦਾ ਘਰੋਂ ਤੋਂ ਬਾਹਰ ਨਿਕਲਦੇ ਸਨ ਤੇ ਆਪਣੇ ਪੱਲਿਓਂ ਕੁਝ ਦੇ ਕੇ ਆਉਂਦੇ, ਕਹਿੰਦੇ ਭਰਾ ਆਪਣੀ ਭੈਰ ਦੇ ਘਰੋਂ ਖਾਲੀ ਨਹੀਂ ਜਾਂਦੇ ਯਾਰ, ਗੁੱਟ ਤੇ ਰੱਖੜੀ ਨਹੀਂ ਸੀ ਬਣਾਈ ਉਹਨਾਂ ਨੇ। ਅੱਜ ਕਿਹੜੇ ਧਾਗਿਆਂ ਦੀਆਂ ਗੱਲਾਂ ਅਸੀਂ ਪਏ ਕਰ ਰਹੇ ਹਾਂ। ਅਸੀਂ ਧਾਗਾ ਬੰਨ੍ਹ ਕੇ ਨਾ ਆਪਣੀ ਗੁਲਾਮੀ ਦਾ ਆਪ ਜਲੂਸ ਕੱਢ ਰਹੇ ਹਾਂ। ਗੁਸਤਾਖੀ ਲਿਖੇ ਜਿਹੜੇ ਵੀਰਾਂ ਦੇ ਗੁੱਟਾਂ ਤੇ ਰੱਖੜੀ ਬੰਨੀ ਆ ਨਾ, ਮੈਂ ਉਹਨਾਂ ਨੂੰ ਖਾਸ ਕਰਕੇ ਕਹਿਣ ਲੱਗਾ, ਬੇਨਤੀ ਬੜੀ ਕੜਵੀ ਜੇ। ਇਹ ਗੁੱਟ ਤੇ ਰੱਖੜੀ ਬੰਨਣ ਦਾ ਮਤਲਬ ਇਹ ਹੈ ਕਿ ਮੈਂ ਆਪਣੀ ਭੈਣ ਨੂੰ ਗੁਲਾਮ ਬਣਾ ਕੇ ਆਇਆ ਘਰੇ। ਅੱਜ ਉਹਨੂੰ ਦੱਸ ਕੇ ਆਇਆ ਕਿ ਤੂੰ ਮਾਨਸਿਕ ਤੌਰ ਤੇ ਗੁਲਾਮ ਹੈ, ਤੂੰ ਆਪਣੀ ਰੱਖਿਆ ਆਪੇ ਨਹੀਂ ਕਰ ਸਕਦੀ, ਕਿਉਂਕਿ ਉਹਨੂੰ ਅਸੀਂ ਸ਼ਬਦ ਹੀ ਨਹੀਂ ਪੜਾਇਆ। ਜਿੱਦਣ ਭੈਣ ਗੁੱਟ ਤੇ ਰੱਖੜੀ ਬੰਨ੍ਹਣ ਆਈ ਤਾਂ ਉਹਨੂੰ ਕਹਿੰਦੇ, ਭੈਣੇ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ, ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਕਰ ਸੁਖ ਪਾਇਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਇਹ ਸ਼ਬਦ ਪੜ੍ਹ ਕੇ ਦੱਸਣਾ ਸੀ ਉਹਨੂੰ। ਭੈਣ ਨੂੰ ਪਤਾ ਲੱਗ ਜਾਣਾ ਸੀ, ਵੀਰੇ ਮੈਨੂੰ ਪਤਾ ਲੱਗ ਗਿਆ, ਤੂੰ ਜਾਗ ਗਿਆ, ਜੇ ਤੂੰ ਜਾਗਾ ਆ ਤੇ ਮੈਂ ਵੀ ਜਾਗ ਜਾਵਾਂਗੀ। ਹੁਣ ਭੈਣ ਗਰੀਬ ਹੈ, 500 ਨਾਲ ਮਦਦ ਨਾ ਕਰੋ, ਠੀਕ ਹੈ। ਉਹਦੇ ਸਾਡੇ ਭਣਵਈਆਂ ਦਾ ਕਾਰੋਬਾਰ ਨਹੀਂ ਚੜਿਆ, ਜਦੋਂ ਚੜਿਆ ਸੀ ਉਦੋਂ ਵਿਆਹ ਕਰਦਾ ਸੀ, ਅੱਜ ਗਰੀਬ ਹੋ ਗਿਆ, ਲੱਖ 2 ਲੱਖ ਰੁਪਈਆ ਦੇ ਕੇ ਮਦਦ ਕਰੋ। ਜੇ ਕਿਤੇ ਭੈਣ ਲੱਖ ਰੁਪਈਆ ਮੰਗ ਲੈਣਾ, ਪਤਾ ਕੀ ਕਹਿੰਦੇ ਆ, ਅਗਲੀ ਵਾਰੀ ਫੋਨ ਕਰੇ ਪੁੱਤ ਨੂੰ, ਕਹਿੰਦੇ ਭੈਣ ਨੂੰ ਕਹਿ ਦੀ ਭੂਆ ਨੂੰ ਘਰੇ ਨਹੀਂ ਹੈਗਾ, ਮਾਮਾ ਘਰੇ ਨਹੀਂ ਹੈਗਾ, ਕਿਉਂਕਿ ਭੈਣ ਨੇ ਲੱਖ ਰੁਪਈਆ ਮੰਗ ਲਿਆ। ਉਹਨੂੰ 500 ਰੁਪਏ ਦੇ ਕੇ ਭੈਣ ਨੂੰ ਭਿਖਾਰਨਾ ਜ਼ਰੂਰ ਬਣਾਇਆ, ਮੰਗਤੀਆਂ ਜ਼ਰੂਰ ਬਣਾਇਆ, ਪਰ ਜੇ ਲੱਖ 2 ਲੱਖ ਕੇ ਮਦਦ ਦੇਣੀ ਕਰਨੀ ਪੈ ਜਾਏ ਨਾ, ਫਿਰ ਪਿੱਛੇ ਹਟ ਜਾਂਦੇ ਕਿ ਨਾ ਜੀ ਸਾਡੇ ਕੋਲ ਨਹੀਂ ਹੁੰਦਾ। ਭੈਣਾਂ ਨੂੰ ਮੰਗਤੀਆਂ ਬਣਾ ਕੇ ਗੋਸ਼ਿਆਂ
ਮਦਦ ਕਰਨ ਲੱਗੇ ਅਸੀਂ ਪਿੱਛੇ ਪੈਰ ਪਾਉਂਦੇ ਹਾਂ। ਭੈਣ ਦੀ ਉਤਰਾ ਮਦਦ ਕਰੋ, ਭਿਖਾਰ ਨਾ ਬਣੋ। ਪਿਆਰ ਰਿਸ਼ਤਿਆਂ ਧਾਗਿਆਂ ਤਾਂ ਮੁਹਤਾਜ ਨਹੀਂ ਹੈ। ਜਿੱਦਣ ਪੈਸਾ ਮੰਗ ਲਿਆ ਤੇ ਰਿਸ਼ਤਾ ਤਾਰ ਹੋ ਜਾਂਦਾ, ਭੈਣ ਭਰਾ ਦੇ ਮੱਥੇ ਵੀ ਨਹੀਂ ਲੱਗਦੇ। ਫਿਰ ਇਵੇਂ ਦਾ ਪੈਸੇ ਵਾਲਾ ਰਿਸ਼ਤਾ ਨਾ ਹੋਵੇ। ਭੈਣ ਭਰਾ ਦੇ ਸਾਹਮਣੇ ਜਾਵੇ, ਭਰਾ ਭੈਣ ਦੇ ਸਾਹਮਣੇ ਜਾਵੇ, ਦੋਵੇਂ ਗਲਵੱਕੜੀ 'ਚ ਇੱਕ ਦੂਜੇ ਨੂੰ ਲੈਣ। ਤੇ ਮਾਲਕ ਦਾ ਇਹ ਸ਼ਬਦ ਵਰਨ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਅਸੀਂ ਭਲਾ ਮੰਗਦੇ ਆਖੀ ਇੱਕ ਦੂਜੇ ਨੂੰ, ਇਹ ਨਾ ਆਖੀਏ ਕਿ ਇਹ ਮੱਥੇ ਲੱਗੀ ਪੰਗਾ ਪੈ ਗਿਆ, ਇਹਨੇ ਪੈਸੇ ਮੰਗ ਲੈਣ। ਇਵੇਂ ਦਾ ਰਿਸ਼ਤਾ ਨਾ ਹੋਵੇ ਭਲਿਓ। ਭੈਣ ਭਰਾ ਦਾ ਰਿਸ਼ਤਾ ਬੜਾ ਮਜ਼ਬੂਤ ਹੈ। ਇਹ ਉਹ ਰਿਸ਼ਤਾ ਆ ਜਿਹੜੇ ਮਾਂ ਦੇ ਗਰਭ ਦੇ ਵਿੱਚੋਂ ਮਿਲਦਾ ਸਾਨੂੰ, ਮਾਂ ਦੇ ਗਰਭ ਦੇ ਵਿੱਚੋਂ। ਬਾਕੀ ਜਿੰਨੇ ਵੀ ਦੁਨਿਆਵੀ ਰਿਸ਼ਤੇ ਹੈ ਨਾ, ਸਾਰੇ ਬਾਹਰ ਆ ਕੇ ਬਣਦੇ ਜੇ। ਭੈਣ ਭਰਾ ਦਾ ਰਿਸ਼ਤਾ ਉਹ ਹੈ ਜਿੱਥੇ ਭਰਾਵਾਂ ਭੈਣਾਂ ਦੀਆਂ ਸੁੱਖ ਮੰਗਦੀਆਂ ਹੋਣ। ਸੱਚ ਹੈ ਕਿ ਉਹ ਘਰ ਜਿਹੜਾ ਉਜੜਦਾ ਨਹੀਂ ਹੈ ਜਿੱਥੇ ਭਰਾ ਆਪਣੀ ਭੈਣ ਦੀ ਸੁੱਖ ਮੰਗਦਾ ਹੋਵੇ। ਉਜੜ ਜਾਏ ਨੇ ਉਹ ਘਰ, ਉਜੜ ਜਾਂਦੇ ਨੇ ਉਹ ਘਰ ਜਿਨ੍ਹਾਂ ਘਰਾਂ ਦੇ ਵਿੱਚ ਭੈਣਾਂ ਭਰਾਵਾਂ ਦੀਆਂ ਸੁੱਖ ਨਹੀਂ ਮੰਗਦੀ, ਉਜੜ ਜਾਂਦੇ ਨੇ। ਪਰ ਇਹ ਨਾ ਹੋਵੇ ਕਿ ਅਸੀਂ ਭੈਣ ਨੂੰ ਭਿਖਾਰਨ ਬਣਾ ਕੇ ਆਪਣੀਆਂ ਅਸੀਸਾਂ ਲੈਂਦੇ। ਇਹ ਦਿਨ ਇਵੇਂ ਦਾ ਆ, ਗੁਰੂ ਸਾਹਿਬ ਦੇ ਅੱਗੇ ਆਓ, ਸੱਚੇ ਪਾਤਸ਼ਾਹ ਦੇ ਚਰਨ ਹਰ ਪਲ ਭੈਣ ਆਪਣੇ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ, ਜਿੰਨਾ ਚਿਰ ਉਹ ਜਿਉਂਦੀ ਰਹਿੰਦੀ ਹੈ ਨਾ, ਉਹ ਪੇਕਿਆਂ ਨਾਲ ਜੁੜੀ ਰਹਿੰਦੀ ਹੈ। ਜਿੰਨਾ ਚਿਰ ਜਿਉਂਦੀ ਰਹਿੰਦੀ ਹੈ, ਭਾਵੇਂ 80 ਸਾਲ ਦੀ ਬੁੱਢੀ ਵੀ ਹੋ ਜਾਵੇ ਨਾ, ਬੁੱਢ ਬਜ਼ੁਰਗ ਨੂੰ ਪੁੱਛ ਕੇ ਵੇਖ ਲਿਓ ਤੇਰੇ ਪੇਕੇ ਕਿੱਥੇ, ਉਹ ਦੱਸੂਗੀ ਫਲਾਣੀ ਜਗ੍ਹਾ ਮੇਰੇ ਪੇਕੇ। ਮੈਨੂੰ ਅੱਜ ਵੀ ਯਾਦ ਆਉਂਦੀ ਹੈ ਕਿ ਅਸੀਂ ਦਾਦੀ ਮਾਂ ਨੂੰ ਪੁੱਛਣਾ, ਕਿ ਜਿਹਨੂੰ ਦਾਦੀ ਕਹਿ ਦਿੰਦੇ, ਇੱਕ ਪੜਦਾਦੀ ਕਹਿ ਦਿੰਦੇ, ਇੱਕ ਉੱਤੋਂ ਬਾਬੀ ਕਹਿ ਦਿੰਦੇ। ਬਾਬੇ ਹੋ ਕੇ ਉਹ ਮਰੇ, ਕਿਉਂਕਿ ਦੋਤਰਿਆਂ ਵਾਲੇ ਹੋ ਕੇ, ਨੋਤਰਿਆਂ ਵਾਲੇ ਹੋ ਕੇ ਮਰੇ। ਉਹਨੇ ਅੱਜ ਵੀ ਕਹਿਣਾ ਕਿ ਮੈਂ ਇੱਥੇ, ਕਿਉਂਕਿ ਮਾਲਵੇ ਦੇ ਰਹਿਣ ਵਾਲੇ ਸੀ, ਮਾਲਵੇ ਦੇ ਵਿੱਚੋਂ ਉਹ ਵਿਆਹ ਕੇ ਇੱਥੇ ਆਏ ਸਨ। ਉਹਨਾਂ ਕਹਿਣਾ ਕਿ ਫਲਾਣੀ ਜਗ੍ਹਾ ਐਵੇਂ ਹੁੰਦਾ ਸੀ, ਢਮਕਾਣੀ ਜਗ੍ਹਾ ਐਵੇਂ ਹੁੰਦੇ ਸੀ, ਇੱਥੇ ਐਵੇਂ ਡੰਗਰ ਚਾਰਦੇ ਹੁੰਦੇ ਸਨ, ਇੱਥੇ ਐਵੇਂ ਰਹਿੰਦੇ ਹੁੰਦੇ। ਅੱਜ ਵੀ ਉਹਦੀਆਂ ਤਾਰਾਂ ਜੁੜੀਆਂ ਹੁੰਦੀਆਂ। ਬਾਕੀ ਗੱਲਾਂ ਭਾਵੇਂ ਸਾਰੀਆਂ ਭੁੱਲ ਜਾਵੇ, ਪਰ ਪੇਕਿਆਂ ਨੂੰ ਇੱਕ ਔਰਤ ਨਹੀਂ ਜੇ ਭੁੱਲਦੀ। ਇਹਨੂੰ ਇਸ ਤਰ੍ਹਾਂ ਹੀ ਯਾਦ ਰੱਖੀ ਜਾਵੇ। ਧੀਆਂ ਦਾ ਰਿਸ਼ਤਾ ਮਾਪਿਆਂ ਦੇ ਨਾਲ ਤੇ ਭਰਾਵਾਂ ਨਾਲ ਪੈਸਿਆਂ ਵਾਲਾ ਰਿਸ਼ਤਾ ਨਾ ਬਣੇ। ਤੇ ਪੈਸਿਆਂ ਵਾਲਾ ਰਿਸ਼ਤਾ ਤਾਂ ਬਣਦਾ ਏ ਜਦੋਂ ਅਸੀਂ ਉਹਨੂੰ ਧਾਗਾ ਲੈਣ ਤੇ ਆਉਣ ਲਈ ਮਜਬੂਰ ਕਰਦੇ ਹਾਂ। ਜਦੋਂ ਵੀ ਭੈਣ ਮਿਲੇ, ਇੱਕ ਦੂਜੇ ਨੂੰ ਗਲਵੱਕੜੀ 'ਚ ਲਈਏ ਤੇ ਇੱਕ ਦੂਜੇ ਨੂੰ ਮਿਲ ਕੇ ਇਹੀ ਕਿਹਾ ਕਰੀਏ, ਭੈਣ ਤੂੰ ਜਿਉਂਦੀ ਵੱਸਦੀ ਰਹਿ। ਉਹ ਆਖੇ ਵੀਰੇ ਤੇਰੀ ਚੜ੍ਹਦੀ ਕਲਾ ਹੋਵੇ। ਇਹ ਆ ਭੈਣ ਭਰਾ ਦਾ ਰਿਸ਼ਤਾ। ਇਹ ਨਾ ਹੋਵੇ ਕਿ ਇੱਕ ਦਿਨ ਬਾਅਦ 'ਚ ਮੁੜ ਕੇ ਸਾਲ ਪਿੱਛੋਂ ਭੈਣ ਨੂੰ ਫਿਰ ਚੇਤੇ ਕੀਤਾ ਜਾਵੇ, ਭਰਾ ਫਿਰ ਚੇਤਾ ਕਰੇ, ਉਹ ਰੱਖੜੀ ਲੈ ਕੇ 1000 ਲੈ ਕੇ ਆਵੇ, ਉਹਨੂੰ ਲਾਲਸਾ ਇਹ ਨਾ ਹੋਵੇ ਕਿ ਮੈਂ 2000 ਲੈ ਕੇ ਆਵਾਂ। ਸੱਸ ਅੱਗੋਂ ਆਖੇ ਪੇਕੇ ਚੱਲੀਆਂ, ਵੇਖਦੇ ਤੇਰੇ ਪੇਕੇ ਕੀ ਤੈਨੂੰ ਦਿੰਦੇ। ਇਹ ਨਹੀਂ ਪਤਾ ਕਿ ਜਿੱਦਣ ਤੂੰ ਗਈ ਸੀ ਪੇਕੇ, ਤੇਰੀ ਸੱਸ ਵੀ ਇਹੋ ਕਹਿੰਦੀ ਸੀ ਤੈਨੂੰ। ਹੁਣ ਵਿਚਾਰੀ ਉਹ ਜਾਂਦੀ ਨਾ ਪੇਕੇ, ਡਰਦੀ ਜਾਂਦੀ ਹੈ ਵਿਚਾਰੀ ਕਿ ਜੇ ਕਿਤੇ ਮੈਨੂੰ 100 ਮਿਲ ਗਿਆ ਤੇ ਮੈਂ ਘਰੇ ਆਖੂੰਗੀ ਮੈਨੂੰ 1100 ਦੇ ਦਿੱਤਾ ਉਹਨਾਂ ਨੇ, ਕਿ ਮੇਰੀ ਕਿਤੇ ਆਪਣੀ ਸੱਸ ਸਾਹਮਣੇ ਮੈਂ ਨੀਵੀਂ ਨਾ ਬਣ ਜਾ। ਕਿਤੇ ਉਹ ਆਪਣੀ ਇੱਜ਼ਤ ਬਚਾਉਂਦੀ ਜਾਂਦੀ ਹੈ। ਆ ਵੀਡੀਓ ਵੇਖੀ ਹੋਣੀ ਨਾ, ਵੀਡੀਓ ਐਵੇਂ ਦੇ ਬਣਾ ਦਿੱਤੀਆਂ ਕਿ ਭਰਾ ਤੇਰੇ ਕੋਲ ਆਉਣ ਲੱਗੀ ਆ ਤੇ ਮੈਨੂੰ ਆਪਣੇ ਜਵਾਈ ਨੂੰ ਵਧੀਆ ਪੈਂਟ ਸ਼ਰਟ ਲੈ ਕੇ ਦੇਈ। ਮਤਲਬ ਰਿਸ਼ਤਾ ਪੈਸਿਆਂ ਵਾਲਾ ਬਣ ਗਿਆ। ਤੇ ਗੁਸਾਖੀ ਲਈ ਖਿਮਾ, ਰਿਸ਼ਤੇ ਨੂੰ ਤੋਲਣਾ ਪੈਸਿਆਂ ਦੇ ਵਿੱਚ। ਸਿੱਖੀਜ਼ਮ ਦੇ ਵਿੱਚ ਸਾਡਾ ਸਾਰਿਆਂ ਦਾ ਰਾਖਾ ਜਿਹੜਾ ਗੁਰੂ ਹੈ, ਰਾਖਾ ਇੱਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰਜਾਮੀ। ਇਹ ਸਾਰੀਆਂ ਘਟਾਵਾਂ ਦਾ ਅੰਤਰਜਾਮੀ ਦਾਤਾ ਹੈ। ਮਾਲਕ ਦੇ ਬਾਣੀ ਦੇ ਬੋਲ, ਫਿਰ ਜਿੱਥੇ ਯਾਦ ਕਰੋਗੇ ਨਾ ਦਾਤਾ ਉੱਥੇ ਆਉਂਦਾ ਹੈ। ਜਿੱਥੇ ਹਰ ਅਰਾਧੀ ਹੈ, ਜਿੱਥੇ ਅਰਾਧਨਾ ਕਰੋਗੇ ਤਿੱਥੇ ਹਰ ਮਿੱਤ ਸਹਾਈ। ਉੱਥੇ ਮਿੱਤਰ ਬਣ ਕੇ ਸਾਡੇ ਸਨਮੁਖ ਆ ਕੇ ਖੜਾ ਹੋ ਜਾਂਦਾ। ਸਾਨੂੰ ਲੱਗਦਾ ਹੀ ਨਹੀਂ ਪਤਾ ਕਿ ਪਰਮਾਤਮਾ ਧਰਤੀ ਤੇ ਆ ਕੇ ਸਾਡੀ ਮਦਦ ਕਰ ਗਿਆ, ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦਾ। ਉਹ ਮਿੱਤਰ ਬਣ ਕੇ ਆਉਂਦਾ। ਸੋ ਇਸ ਕਰਕੇ ਮਾਲਕ ਦੇ ਚਰਨਾਂ 'ਚ ਜੁੜਿਆ ਕਰੋ, ਇਹਨਾਂ ਧਾਗਿਆਂ ਦੇ, ਇਹਨਾਂ ਦਿਨਾਂ ਦੀ, ਕਿਉਂਕਿ ਸਾਡੇ ਲਈ ਕੋਈ ਮੁਹਤਾਜੀ ਨਹੀਂ ਹੈਗੀ। ਸਾਡੇ ਲਈ ਸਾਰੇ ਦਿਨ ਬਰਾਬਰ ਨੇ, ਕਿਉਂਕਿ ਸਾਰੇ ਇੱਕ ਦਿਨ ਹੀ ਜਿਹੜਾ ਉਹ ਭੈਣ ਭਰਾ ਦਾ ਦਿਨ ਹੈ। ਹਰ ਇੱਕ ਦਿਨ ਜਿਹੜਾ ਆ ਉਹ ਸਾਡੇ ਪਿਆਰ ਵਾਲਾ ਦਿਨ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ। ਬੋਲਦਿਆਂ ਚੱਲਦਿਆਂ ਕੋਈ ਗੱਲ, ਕੋਈ ਬਾਤ ਕਿਸੇ ਨੂੰ ਚੁੱਭ ਗਈ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ। ਜੇ ਕਿਸੇ ਹਿੰਦੂ ਪਰਿਵਾਰ ਵਾਲੇ ਵੀਰ ਨੂੰ ਵੀ ਚੁੱਭ ਗਈ ਹੋਵੇ, ਮੈਂ ਉਹਦੇ ਕੋਲ ਵੀ ਖਿਮਾ ਮੰਗਦਾ। ਪਰ ਜਿੰਨੀਆਂ ਬੇਨਤੀਆਂ ਕੀਤੀਆਂ, ਮੈਂ ਗੁਰੂ ਕੀ ਭੈ ਪਾਵਣੀ ਵਿੱਚ ਰਹਿ ਕੇ ਗੁਰਮਤਿ ਦੀਆਂ ਗੱਲਾਂ ਆਪ ਜੀ ਦੇ ਸਾਹਮਣੇ ਰੱਖ ਗਿਆ। ਫਿਰ ਵੀ ਚੁੱਭ ਗਈਆਂ ਹੋਣ ਗੱਲਾਂ ਤੇ ਖਿਮਾ ਝੋਲੀ 'ਚ ਪਾ ਦਿਓ। ਅਰਦਾਸ ਕਰਿਓ ਕਿ ਮਾਲਕ ਦੇ ਚਰਨਾਂ ਵਿੱਚ ਸਹੀ ਬੁੱਧ ਲੈ ਕੇ ਵਿਚਾਰਾਂ ਕਰ ਸਕਾਂ। ਅਰਦਾਸ ਕਰਿਓ ਜੀ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ। ਪੁੱਲਾਂ ਝੋਲੀ 'ਚ ਪਾਉਂਦੇ ਹੋਏ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।